36 ਦੇ ਵਿੱਚ ਆਪਾਂ ਨੂੰ ਵਿਆਹ ਕਰਾ ਕੇ ਸੈਟਲ ਡਾਊਨ ਹੋ ਜਾਣਾ ਚਾਹੀਦਾ। ਠੀਕ ਹੈ, ਮੈਂ ਕਿਹਾ ਓਕੇ, ਤੇ ਤੁਹਾਨੂੰ ਕਿੱਦਾਂ ਦਾ ਮੁੰਡਾ ਚਾਹੀਦਾ? ਕਿ ਮੁੰਡਾ ਸੋਹਣਾ ਸੁਨੱਖਾ ਟੌਲ ਡਾਰਕ ਐਂਡ ਹੈਂਡਸਮ। ਮੈਂ ਕਿਹਾ ਤੂੰ ਆਪਣੇ ਹਾਲ ਤੇ ਦੇਖ ਪਹਿਲਾਂ। ਪਾਰਡਨ ਫॉर ਮਾਈ ਗਰਲ, ਉਹ ਭੈਣ ਦਾ ਵੀਰ ਪਹਿਲਾਂ ਇੰਗੇਜਡ ਸੀਗਾ। ਹੁਣ ਮਲਟੀਪਲ ਕੁੜੀਆਂ ਨੂੰ ਜਗਲ ਕਰਨਾ ਇਟਸ ਅ ਫੁੱਲ ਟਾਈਮ ਜੌਬ। ਮਤਲਬ ਤੁਹਾਡੇ 'ਚ ਇੰਨੀ ਗੱਲਬਾਤ ਹੈ ਨਹੀਂ, ਪਰ ਤੁਹਾਨੂੰ ਚਾਹੀਦਾ ਮੁੰਡਾ ਟੌਮ ਕਰੂਜ਼ ਤੇ ਕੁੜੀ ਕੈਟਰੀਨਾ ਕੈਫ। ਬਹੁਤ ਜ਼ਿਆਦਾ ਮੈਨੀਪੂਲੇਟ ਕਰਦੇ ਨੇ। ਅਗਰ ਤੁਹਾਡੇ ਫਰੈਂਡਸ ਨੇ ਗੇੜੀਆਂ ਮਾਰਨ ਵਾਲੇ ਨਾ, ਤੁਸੀਂ ਸਾਰੀ ਉਮਰ ਗੇੜੀਆਂ ਮਾਰਦੇ ਰਹਿਣਾ। ਕਲੀਅਰਲੀ ਸਿੱਧਾ ਮੂੰਹ ਤੇ ਪੁੱਛਦੀ ਆ, ਭਰਾਵਾ ਹਿਸਾਬ ਕਿਤਾਬ ਕਲੀਅਰ ਕਰ, ਮੇਰੇ ਤੋਂ ਇਹ ਸਭ ਨਹੀਂ ਹੋਣਾ। ਕਿ I would rather have somebody hold my hand than suck my dick, you know? ਕੁੜੀਆਂ ਹਮੇਸ਼ਾ ਨੈਗੇਟਿਵ ਚੀਜ਼ ਤੋਂ ਸ਼ੁਰੂ ਕਰਦੀਆਂ ਨੇ। ਤੇ ਜਦੋਂ ਨੂੰ ਨਿਆਣੇ ਯੰਗ ਹੁੰਦੇ ਆ ਉਦੋਂ ਤੱਕ ਬੰਦੇ ਦੇ ਉਦਾਂ ਹੀ ਪੱਲੇ ਨਹੀਂ ਕੱਖ ਰਹਿੰਦਾ ਨਾ, ਵੱਡੇ ਹੋ ਜਾਂਦੇ ਆ ਮਾਂ-ਬਾਪ। ਕੁੜੀਆਂ ਹੁੰਦੀਆਂ ਨਾ ਡੈਡੀ ਇਸ਼ੂਜ਼ ਨਾ, ਕੁੜੀਆਂ ਨੂੰ ਡੈਡੀ ਇਸ਼ੂ ਹੈ ਕਿ ਤੂੰ ਜਾ ਕੁਐਸਚਨ ਭਾਈ ਤੁਸੀਂ ਪੁੱਛਿਆ ਵੀ ਹਾਂ ਅੱਜ ਕੱਲ੍ਹ ਦੇ ਨੌਜਵਾਨ ਪਰਹੇਜ਼ ਕਰਦੇ ਪਏ ਵਿਆਹ ਤੋਂ। ਇਹਦਾ ਆਨਸਰ ਤੇ ਸਿੱਧੇ ਸ਼ਬਦਾਂ 'ਚ ਹੈਗਾ ਨਹੀਂ ਭਾਜੀ, ਕਿ ਮੈਂ ਤੇਰੀ ਮੰਮੀ ਨਹੀਂ ਹਾਂ, ਕਿ ਮੈਂ ਤੇਰੀ ਲੌਂਡਰੀ ਨਹੀਂ ਕਰਨੀ, ਨਾ ਮੈਂ ਕੁਕਿੰਗ ਕਰਨੀ ਹੈ। ਮੈਂ ਐਕਸਪਲੋਰ ਕਰਨਾ ਸ਼ੁਰੂ ਕੀਤਾ ਤੇ ਮੈਂ ਇੱਕ ਮੁੰਡੇ ਦੇ ਨਾਲ ਡੇਟ ਤੇ ਗਈ ਸੀਗੀ। ਹੁਣ ਇੱਕ ਗਰੁੱਪ ਮੈਂ ਜਾਣਦਾ ਵਾਂ ਕੁੜੀਆਂ ਦਾ, ਕਿ ਉਹਨਾਂ ਨੇ ਸਾਰੀ ਉਮਰ ਲਗਭਗ ਆਪਣੀ ਪਾਰਟੀ ਕੀਤੀ ਆ ਤੇ ਸਾਰੀਆਂ ਸਿੰਗਲ ਨੇ। ਗੱਲਬਾਤ ਹੋ ਸਕੇ। ਸਾਡੀ ਇੱਥੋਂ US ਵਿੱਚ ਸਭ ਤੋਂ ਵੱਡੀ ਪ੍ਰੋਬਲਮ ਆ ਕਿ ਜਿਹੜੇ 30 ਤੋਂ ਪਲੱਸ ਨਿਆਣੇ ਹੈਗੇ ਆ ਸਾਡੇ, ਜਿਹੜੇ ਵੈਲ ਐਜੂਕੇਟਡ ਆ, ਡਾਕਟਰਸ ਆ, ਨਰਸਿਸ ਆ, ਦੇ ਆਰ ਵੈਰੀ ਵੈਰੀ ਲਾਇਰਸ ਆ, ਪਰ ਵਿਆਹ ਨਹੀਂ ਕਰਾਉਂਦੇ ਪਏ। They are not. They just he date ਤੇ ਚੱਲੇ ਆ, that's it. They don't want to get married. They don't want to have kids. Nothing. Yeah, 35 and still not thinking about marriage. It's a big problem for us right now. And I mean, I was like sick. I born and raised here, and I was 16. My parents like, oh my God, ida bya kido karna, right? And we all my friend group, like half of it got married before 25. But now, these new girls, like, they are almost 35. They are doctors, they're engineers, they are, and na kudi is not. ਇਹ ਮੈਸੇਜ ਬਹੁਤ ਸਾਡੀ ਲੰਬੀ ਵਾਰਤਾਲਾਪ ਹੋਈ ਤੇ ਉਹਦੇ ਵਿੱਚੋਂ ਮੈਂ ਇੱਕ ਛੋਟਾ ਜਿਹਾ ਜੋ ਪ੍ਰੋਬਲਮ ਹੈ ਮੇਨ, ਤੇ ਜਿੱਤੇ ਆਪਣਾ ਐਪੀਸੋਡ ਵੀ ਹੋਏਗਾ ਅੱਜ ਦਾ, ਉਹ ਮੈਂ ਕੱਢਿਆ। ਪਹਿਲੀ ਗੱਲ ਤੇ ਥੈਂਕ ਯੂ, ਇੱਕ ਟੌਪਿਕ ਸੁਜੈਸ਼ਨ ਮੈਨੂੰ ਮਿਲੀ। ਤੇ ਲੁੱਕ ਐਟ ਮੀ, ਮੈਂ 31 ਦਾ ਵਾਂ, ਬਾਹਰ ਰਹਿਣਾ ਪਿਆ ਵਾਂ, ਤੇ ਵਿਆਹ ਦੀ ਉਹ ਘੰਟੀ ਮੇਰੇ ਦਿਮਾਗ ਦੇ ਵਿੱਚ ਹਜੇ ਨਹੀਂ ਵੱਜੀ। ਤੇ ਇਹ ਇੱਕ ਐਗਜ਼ਾਮਪਲ ਜੋ ਮੈਸੇਜ ਮੈਨੂੰ ਆਇਆ, ਇਹ ਐਗਜ਼ਾਮਪਲ ਹੈ ਕਿ ਕੀ ਹੁੰਦਾ ਪਿਆ ਲਾਈਫ ਦੇ ਵਿੱਚ। ਹੁਣ ਆਪਣਾ ਜੋ ਪੰਜਾਬ ਹੈ, ਮੈਂ ਮੰਨ ਕੇ ਚੱਲਦਾ ਹੁੰਦਾ ਹਮੇਸ਼ਾ ਕਿ 10 ਕੁ ਸਾਲ ਪਿੱਛੇ ਵੈਸਟ ਜਾਂ 20 ਸਾਲ ਪਿੱਛੇ ਵੇ, ਜੇ ਅੱਜ ਪ੍ਰੋਬਲਮ ਇੱਥੇ ਵੈਸਟ ਦੇ ਵਿੱਚ ਇਹ ਵੇ, ਤੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ, ਤੇ ਵੱਡੀਆਂ ਸਿਟੀਜ਼ ਦੇ ਵਿੱਚ, ਮੁੰਬਈ ਹੋ ਗਿਆ, ਦਿੱਲੀ ਹੋ ਗਿਆ, ਉਹਦੇ ਵਿੱਚ ਇਹ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ ਹੈ। ਇੱਕ ਕੁਝ ਦਿਨ ਪਹਿਲਾਂ ਨਾ ਇੱਕ ਦੋਸਤ ਮੈਨੂੰ ਮਿਲੀ ਤੇ ਉਹ ਕਹਿੰਦੀ ਕਿ ਯਾਰ ਤੂੰ ਪੰਜਾਬੀ ਹੈ ਨਾ? ਮੈਂ ਕਿਹਾ ਹਾਂ ਮੈਂ ਪੰਜਾਬੀ ਹਾਂ। ਕਹਿੰਦੇ ਤੇਰਾ ਵਿਆਹ ਕਿਉਂ ਨਹੀਂ ਹੋਇਆ ਹੁਣ ਤੱਕ? ਮੈਂ ਕਿਹਾ ਮਤਲਬ? ਕਹਿੰਦੇ ਤੂੰ 31 ਦਾ ਹੋ ਗਿਆ ਤੇ ਯੂਜਲੀ 27-28 ਤੱਕ ਪੰਜਾਬੀ ਮੁੰਡਿਆਂ ਦੇ ਵਿਆਹ ਹੋ ਜਾਂਦੇ ਆ। ਤੇ ਇਹ ਵੀ ਇੱਕ ਓਬਜ਼ਰਵੇਸ਼ਨ ਉਹਨੇ ਕੀਤੀ ਕਿ ਪੰਜਾਬ 'ਚ ਕੀ ਹੁੰਦਾ। ਬਟ ਹੁਣ ਜਿੱਦਾਂ ਤੁਹਾਨੂੰ ਐਕਸਪੋਜਰ ਮਿਲਦਾ ਪਿਆ ਬਾਹਰ ਦਾ, ਜਿੱਦਾਂ ਤੁਸੀਂ ਵੈਸਟਰਨਾਈਜ਼ ਹੁੰਦੇ ਪਏ ਹੋ, ਤੇ ਖਾਸ ਕਰ ਮੇਰਾ 7 ਸਾਲ ਦਾ ਐਕਸਪੋਜਰ ਹੈ ਤੇ ਮੇਰਾ ਇਹ ਹਾਲ ਹੈ ਕਿ ਹਜੇ ਦਿਮਾਗ ਦੇ ਵਿੱਚ ਘੰਟੀ ਨਹੀਂ ਵੱਜੀ, ਕਿਉਂਕਿ ਮੇਰੇ ਆਸੇ ਪਾਸੇ ਉੱਦਾਂ ਦੇ ਲੋਕ ਘਿਰੇ ਹੋਏ ਨੇ। ਬਟ ਇਮੈਜਿਨ ਕਰੋ ਜਿਹੜੇ ਪੰਜਾਬੀ ਬੋਰਨ ਹੁੰਦੇ ਨੇ ਬਾਹਰ, ਉਹਨਾਂ ਦਾ ਕਿੱਦਾਂ ਦੀ ਮੈਂਟੈਲਿਟੀ ਜਾਂ ਕਿੱਦਾਂ ਦੀ ਕੰਡੀਸ਼ਨਿੰਗ ਹੋਏਗੀ। ਤੇ ਇਹ ਮੈਂ ਮੰਨਦਾ ਵਾਂ ਕਿ ਇਹ ਇੱਕ ਸਟਰਗਲ ਟੈਕਨੋਲੋਜੀ ਦੇ ਨਾਲ, ਇਹ ਸਿਰਫ ਰਿਲੇਸ਼ਨਸ਼ਿਪ ਦੀ ਗੱਲ ਨਹੀਂ, ਇਹ ਸਿਰਫ ਵਿਆਹ ਦੀ ਗੱਲ ਨਹੀਂ, ਆਪਾਂ ਉੱਦਾਂ ਵੀ ਓਵਰਆਲ ਸਟਰਗਲ ਕਰਦੇ ਪਏ ਹਾਂ ਇੱਕ ਕਨੈਕਸ਼ਨ ਫਾਰਮ ਕਰਨ ਦੇ ਵਿੱਚ। ਆਪਾਂ ਕਿਸੇ ਨਾਲ ਵੀ ਜੈਨੂਨ ਕਨੈਕਸ਼ਨ ਆਪਣੇ ਬੜੇ ਘੱਟ ਹੁੰਦੇ ਪਏ ਨੇ। ਇਮੈਜਿਨ ਕਰੋ, ਜਿੱਦਾਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਮੇਰੀ 30 ਸਾਲਾਂ ਦੀ ਲਾਈਫ ਇੰਨੀ ਲੰਬੀ ਲਾਈਫ ਨਹੀਂ ਹਜੇ, ਇਹਨੂੰ ਆਪਾਂ ਯੰਗ ਕਹਿ ਸਕਦੇ ਹਾਂ। ਬਟ ਮੇਰੇ 30 ਸਾਲਾਂ ਦੀ ਲਾਈਫ ਦੇ ਵਿੱਚ ਮੈਂ ਇਹ ਟ੍ਰਾਂਜ਼ੀਸ਼ਨ ਦੇਖੀ ਹੈ ਕਿ ਜਦੋਂ ਆਪਾਂ ਰਿਸ਼ਤੇਦਾਰਾਂ ਦੇ ਜਾਇਆ ਕਰਦੇ ਸੀ ਛੁੱਟੀਆਂ ਮਨਾਉਣ, ਉੱਥੇ 20-30 ਦਿਨ ਛੁੱਟੀਆਂ ਕੱਟਣੀਆਂ, ਭੂਆ ਦੇ ਚਲੇ ਗਏ ਜਾਂ ਮਾਮੇ ਚਲੇ ਗਏ, ਨਾਨਕੇ ਚਲੇ ਗਏ ਜਾਂ ਮਾਸੀਆਂ ਦੇ ਚਲੇ ਗਏ, ਠੀਕ ਹੈ। ਤੇ ਉੱਥੇ ਪੂਰੀਆਂ ਛੁੱਟੀਆਂ ਕੱਟ ਕੇ ਆਉਣੀਆਂ, ਫਿਰ ਘਰਦਿਆਂ ਨੇ ਪਹਿਲਾਂ ਛੱਡਣ ਜਾਣਾ, ਫਿਰ ਲੈਣ ਆਉਣਾ, ਉਹਨਾਂ ਨੇ ਵੀ 2-2 4-4 ਦਿਨ ਰਹਿਣਾ। ਤੇ ਹੁਣ 30 ਦਿਨ ਤੇ ਛੱਡੋ ਜਾਂ 20 ਦਿਨ ਤੇ ਛੱਡੋ, ਕਿੱਥੇ ਕਿਸੇ ਨੇ ਰਹਿਣਾ, ਕਿਸੇ ਦੇ ਘਰ ਆਪਾਂ 20 ਘੰਟੇ ਵੀ ਰਹਿ ਕੇ ਖੁਸ਼ ਨਹੀਂ ਰਹਿੰਦੇ। ਆਪਾਂ ਹੁੰਦੇ ਕਿ ਚਲੋ ਮਿਲ ਕੇ ਆਈਏ, ਉਹ ਵੀ ਸਿਰਫ ਫਾਰਮੈਲਿਟੀ ਆਪਣੀ, ਤੇ ਉਹ ਕਰੀਏ ਤੇ ਚਲੋ ਆਪੋ ਆਪਣੇ ਘਰਾਂ ਨੂੰ। ਤੇ ਆਪਾਂ ਕਿਤੇ ਦੂਜੀ ਸਟੇਟ ਬਹੁਤ ਦੂਰ ਹੀ ਗਏ ਹੋਈਏ, ਫਿਰ ਹੀ ਹੁੰਦਾ ਕਿ ਚਲੋ ਰਾਤ ਰਹਿ ਲੈਂਦੇ ਹਾਂ। ਅਗਰ ਕੋਈ ਰੇਡੀਅਸ ਦੇ ਅੰਦਰ ਰਹਿੰਦਾ 15-20-30 ਕਿਲੋਮੀਟਰ ਦੇ ਰੇਡੀਅਸ ਦੇ ਅੰਦਰ, ਸਾਰੇ ਕੋਲ ਆਪੋ ਆਪਣੀ ਗੱਡੀ ਹੈ, ਬੰਦਾ ਜਾਂਦਾ ਚਾਹ ਪਾਣੀ ਪੀਂਦਾ, ਚਲੋ ਜੀ ਸਤਿ ਸ਼੍ਰੀ ਅਕਾਲ, 1-2 ਘੰਟੇ ਬਾਅਦ ਮੀਟਿੰਗ ਓਵਰ, ਜੋ ਵੀ ਫਾਰਮਲ ਚੀਜ਼ਾਂ ਆਪਾਂ ਡਿਸਕਸ ਕਰਨੀਆਂ ਕਰ ਲਈਆਂ ਨੇ। ਤੇ ਇਹ ਤੁਸੀਂ ਟ੍ਰਾਂਜ਼ੀਸ਼ਨ ਦੇਖ ਸਕਦੇ ਹੋ। ਤੇ ਮੈਂ ਮੰਨਦਾ ਟੈਕਨੋਲੋਜੀ ਕਹਿ ਲਈਏ
ਇਹਦਾ ਇੱਕ ਵੱਡਾ ਪਾਰਟ ਹੈ। ਹੁਣ ਮੈਂ ਬੜਾ ਜ਼ਿਆਦਾ ਪ੍ਰੋ ਟੈਕਨੋਲੋਜੀ ਹਾਂ, ਮੈਂ ਟੈਕਨੋਲੋਜੀ ਨੂੰ ਸਿਰਫ ਇਸੇ ਗੱਲੋਂ ਹੀ ਕਦੀ ਕਦੀ ਅਵੋਇਡ ਕਰਦਾ ਹਾਂ ਕਿ ਇਹ ਹਿਊਮਨਸ ਵਿੱਚੋਂ ਹਿਊਮੈਨਿਟੀ ਨੂੰ ਕਿਤੇ ਨਾ ਕਿਤੇ ਕੱਢਦੀ ਪਈ ਹੈ। ਹੁਣ 4 ਬੰਦੇ ਬੈਠੇ ਹੋਣ ਨਾ, ਕਦੀ ਕਦੀ ਮੈਂ ਡਾਈਨਿੰਗ ਟੇਬਲ 'ਤੇ ਬਹਿੰਦਾ ਵਾਂ ਜਾਂ ਕਿਸੇ ਨਾਲ ਰੈਸਟੋਰੈਂਟ ਜਾਂਦਾ ਵਾਂ, ਜਦੋਂ ਫੋਨ ਬੰਦਾ ਕੱਢ ਲੈਂਦਾ ਨਾ ਮੈਨੂੰ ਬੜੀ ਖਿੱਚ ਚੜ੍ਹਦੀ ਹੈ। ਰੀਜ਼ਨ ਬੀਨ ਇਹੀ ਕਿ ਬੰਦਾ ਫਿਜ਼ੀਕਲੀ ਤਾਂ ਉੱਥੇ ਬੈਠਾ ਹੈ ਬਟ ਮੈਂਟਲੀ ਉੱਥੇ ਨਹੀਂ। ਮੈਂਟਲੀ ਹੀ ਔਰ ਸ਼ੀ ਇਜ਼ ਗੋਨ, ਉਹਦੇ ਦਿਮਾਗ 'ਚ ਚੱਲਦਾ ਪਿਆ ਅੱਛਾ ਮੈਨੂੰ ਮੈਸੇਜ ਕਰਨਾ ਸੀ, ਇਹਨਾਂ ਗੱਲ ਕਰਨੀ ਸੀ ਵਗੈਰਾ ਵਗੈਰਾ ਵਗੈਰਾ। ਉਹ ਚੀਜ਼ਾਂ ਕਰਕੇ ਉਹ ਕਨੈਕਟ ਕਰਨਾ ਚਾਹੁੰਦੇ ਨੇ ਆਪਣੀ ਥਿੰਕਿੰਗ ਦੇ ਨਾਲ, ਫੋਨ ਕੱਢ ਕੇ ਚਲੋ ਉਹਨਾਂ ਗੱਲ ਕਰੀਏ ਜਾਂ ਨਹੀਂ। ਅਤੇ ਮੈਂ ਕਹਿੰਦਾ ਹੁੰਦਾ ਕਿ ਯਾਰ ਐਕਚੁਅਲੀ ਆਪਾਂ ਘੰਟੇ 1.5 ਘੰਟੇ ਵਾਸਤੇ ਬਾਹਰ ਆਏ ਹਾਂ ਅਤੇ ਕਿਉਂ ਨਾ ਆਪਾਂ ਆਪਣੇ ਆਪ ਨਾਲ ਬੀ ਪ੍ਰੈਜ਼ੈਂਟ ਇਨ ਦਾ ਮੂਮੈਂਟ ਨਾ। ਬਟ ਉਹ ਚੀਜ਼ ਬਹੁਤ ਜ਼ਿਆਦਾ ਘੱਟ ਗਈ ਹੈ। ਅਤੇ ਪਿਛਲੇ ਦਿਨੀਂ ਪਹਿਲੋਂ ਮੈਂ ਪੋਡਕਾਸਟ 'ਚ ਪਤਾ ਨਹੀਂ ਕਿਹਾ ਸੀ ਇਹ ਨਹੀਂ, ਸਾਡੇ ਨਾ ਨਿਊਜ਼ੀਲੈਂਡ ਦੇ ਵਿੱਚ ਬੱਤੀ ਚਲੇ ਗਈ, ਫਲੱਡ ਆਏ ਸੀ ਅਤੇ ਇੱਕ ਦਿਨ ਬੱਤੀ ਨਹੀਂ ਆਈ ਬਿਲਕੁਲ। ਸਾਨੂੰ ਪਤਾ ਸੀ ਕਦੋਂ ਆ ਜਾਣੀ ਬਟ ਫਿਰ ਵੀ ਰੂਮ ਦੇ ਵਿੱਚੋਂ 6 ਬੈਡਰੂਮ ਨੇ, 6 ਜਾਣੇ ਨੇ, ਸਾਰੇ ਬਾਹਰ ਨਿਕਲੇ ਅਤੇ ਅਸੀਂ ਐਕਸਕਿਊਜ਼ਸ ਲੱਭਦੇ ਪਏ ਸੀ ਜਾਂ ਆਪਣੇ ਮਨ ਪਰਚਾਵਾ ਕਰਨ ਦਾ ਇੱਕ ਕੁਛ ਆਈਡੀਆਜ਼ ਲੱਭਦੇ ਪਏ ਸੀ ਨਾ ਕਿੱਦਾਂ ਹੁਣ ਟਾਈਮ ਪਾਸ ਕਰੀਏ। ਅਤੇ ਟਾਈਮ ਪਾਸ ਇੱਕ ਦਿਨ ਹੀ ਟੈਕਨੋਲੋਜੀ ਤੋਂ ਬਿਨਾਂ ਸਾਡਾ ਬੜਾ ਔਖਾ ਹੋ ਗਿਆ। ਅਤੇ ਇਹ ਟੈਕਨੋਲੋਜੀ ਨੇ ਆਪਾਂ ਦੇ ਕੋਲੋਂ ਇਹ ਚੀਜ਼ ਖੋਹ ਲਈ ਕਿ ਜੋ ਆਪਣੀ ਓਪਰਚੁਨਿਟੀ ਸੀ। ਜਦੋਂ ਇੰਡੀਆ ਦੇ ਵਿੱਚ ਹੁਣ ਚੀਜ਼ ਮੈਨੂੰ ਯਾਦ ਹੁੰਦੀ ਕਿ ਸੇਵੀਆਂ ਵੱਟਣੀਆਂ ਦਰਖਤ ਦੇ ਥੱਲੇ, ਅਤੇ ਉੱਥੇ ਸਾਰਾ ਦਿਨ ਬੈਠੇ ਰਹਿਣਾ ਅਤੇ ਕਨੈਕਸ਼ਨ ਲੋਕਾਂ ਦੇ ਗਵਾਂਢੀਆਂ ਦੇ ਨਾਲ ਬੜੇ ਵਧੀਆ ਹੁੰਦੇ ਸੀ। ਉਹ ਗਵਾਂਢੀਆਂ ਦੇ ਘਰ ਜਾ ਕੇ TV ਦੇਖਣਾ, ਉਹਨਾਂ ਦੀ ਤੂਤ ਥੱਲੇ ਜਾ ਕੇ ਖੇਡਣਾ ਜਾਂ ਬਾਂਟੇ ਖੇਡਣੇ, ਅਤੇ ਉਹ ਚੀਜ਼ ਦੇਖੀਏ ਉਹ ਹੁਣ ਖ਼ਤਮ ਹੋ ਚੁੱਕੀ ਕਿਉਂਕਿ ਲੋਕਾਂ ਕੋਲ ਓਪਰਚੁਨਿਟੀ ਹੀ ਨਹੀਂ। ਅਗਰ ਕਿਸੇ ਕੋਲ ਟਾਈਮ ਫ੍ਰੀ ਹੈ ਅਤੇ ਉਹ ਫੋਨ 'ਤੇ ਬੈਠੇ ਹੋਏ ਨੇ, ਉਹ ਓਪਰਚੁਨਿਟੀ ਸੋਸ਼ਲ ਮੀਡੀਆ ਨੇ, ਟੈਕਨੋਲੋਜੀ ਨੇ ਖੋਹ ਲਈ ਹੈ। ਅਤੇ ਇੱਕ ਸੈਂਸ ਆਫ ਕੰਪੀਟੀਸ਼ਨ ਕਹਿ ਲਈਏ ਜਾਂ ਕੰਪੈਰੀਜ਼ਨ, ਇਹ ਵੀ ਜਦੋਂ ਰਿਲੇਸ਼ਨਸ਼ਿਪ ਦੀ ਗੱਲ ਆਉਂਦੀ ਹੈ ਨਾ ਇਹ ਵੀ ਚੀਜ਼ ਬੜੀ ਫੈਕਟਰ ਇਨ ਹੁੰਦੀ ਹੈ। ਹੁਣ ਕੰਪੀਟੀਸ਼ਨ ਜਾਂ ਕੰਪੈਰੀਜ਼ਨ ਇੰਨਾ ਹੋ ਗਿਆ। ਮੇਰੇ ਫਰੈਂਡ ਦੀ ਦੋਸਤ ਉਹ ਇੱਕ ਦਿਨ ਇੰਸਟਾਗ੍ਰਾਮ ਨਾ ਦੇਖਦੇ ਦੇਖਦੇ ਬੜੀ ਇਮੋਸ਼ਨਲ ਹੋ ਗਈ ਜਾਂ ਰੋ ਪਈ, ਅਤੇ ਉਹ ਇੰਸਟਾਗ੍ਰਾਮ ਦੀ ਬਹੁਤ ਜ਼ਿਆਦਾ ਹੈਵੀ ਯੂਜ਼ਰ ਹੈ। ਅਤੇ ਉਹਨੇ ਸਾਰਾ ਦਿਨ ਉਹਨੇ ਮਾਡਲ ਦੇਖੇ ਜਾਣੇ ਆ ਕਿ ਮਾਡਲਾਂ ਦੇ ਕੱਪੜੇ ਕਿੱਦਾਂ ਦੇ ਨੇ ਜਾਂ ਮਾਡਲਾਂ ਕਿੱਦਾਂ ਦੀਆਂ ਲੱਗਦੀਆਂ, ਮੈਂ ਵੀ ਇਹ ਚੀਜ਼ਾਂ ਬਾਏ ਕਰਾਂ। ਅਤੇ ਉਹਨੇ ਰੋਣਾ ਸ਼ੁਰੂ ਕਰਤਾ ਕਿ ਯਾਰ ਮੇਰੀ ਬੋਡੀ ਮਾਡਲਸ ਵਰਗੀ ਕਿਉਂ ਨਹੀਂ, ਠੀਕ ਹੈ। ਅਤੇ ਇਹ ਚੀਜ਼ ਕਿਤੇ ਨਾ ਕਿਤੇ ਆਪਣੀ ਸਾਈਕ ਦੇ ਵਿੱਚ ਵੜਦੀ ਪਈ ਹੈ। ਅਤੇ ਰਿਲੇਸ਼ਨਸ਼ਿਪ ਦੇ ਵਿੱਚ ਵੀ ਇਹੀ ਸਟਰਗਲ ਹੈ। ਜਦੋਂ ਬੰਦਾ ਆਪਣੇ ਆਪ ਨੂੰ ਮਾਡਲਸ ਨਾਲ ਕੰਪੇਅਰ ਕਰ ਸਕਦਾ ਅਤੇ ਆਪਣੇ ਪਾਰਟਨਰ ਨੂੰ ਵੀ ਮਾਡਲਸ ਨਾਲ ਕੰਪੇਅਰ ਕਰ ਸਕਦਾ ਕਿ ਅਗਰ ਮਾਡਲ ਇੱਦਾਂ ਦੀ ਹੈ ਅਤੇ ਮੈਨੂੰ ਮੇਰਾ ਪਾਰਟਨਰ ਵੀ ਇੱਦਾਂ ਦਾ ਹੀ ਚਾਹੀਦਾ। ਅਤੇ ਇਹ ਦੋਵਾਂ ਜੈਂਡਰਸ 'ਤੇ ਜਾਂਦਾ, ਇਹ ਜਾਂਦਾ ਕੁੜੀਆਂ 'ਤੇ ਵੀ ਅਤੇ ਇਹ ਮੁੰਡਿਆਂ 'ਤੇ ਵੀ। ਜਿੰਨਾ ਜ਼ਿਆਦਾ ਆਪਾਂ ਆਪਣੇ ਆਪ ਨੂੰ ਸੋਸ਼ਲ ਮੀਡੀਆ ਦੇ ਉੱਤੇ ਐਕਸਪੋਜ਼ ਕਰਦੇ ਹਾਂ, ਆਪਣਾ ਸਟੈਂਡਰਡ ਕਹਿ ਲਈਏ ਉਹ ਵੱਧਦਾ ਰਹਿੰਦਾ ਕਿ ਜੋ ਮੈਂ ਦੇਖਣ ਦਿਆਂ ਵਾਂ ਮੈਨੂੰ ਇਹੀ ਚੀਜ਼ ਆਪਣੇ ਪਾਰਟਨਰ ਦੇ ਉੱਤੇ ਚਾਹੀਦੀ ਹੈ। ਇਹਦੇ ਉੱਤੇ ਆਪਾਂ ਹੋਰ ਅੱਗੇ ਡਿਸਕਸ ਕਰਾਂਗੇ। ਬਟ ਪਹਿਲੀ ਚੀਜ਼ ਕਿ ਇਹ ਹੁਣ ਕਾਰਪੋਰੇਸ਼ਨਾਂ ਦਾ ਮੈਂ ਕਹਿੰਦਾ ਹੁੰਦਾ ਕਿ ਇੰਨਾ ਤਗੜਾ ਫੈਨ ਮੈਂ ਨਹੀਂ ਹਾਂ। ਕੈਪੀਟਲਿਜ਼ਮ ਚਲੋ ਮੈਨੂੰ ਪਸੰਦ ਹੈ ਬਟ ਕਾਰਪੋਰੇਸ਼ਨਾਂ ਜੋ ਉਹਨਾਂ ਦੀਆਂ ਟੈਕਨੀਕਸ ਨੇ, ਪਤਾ ਨਹੀਂ ਹੁਣ ਇਹ ਇੱਕ ਬਾਏ ਪ੍ਰੋਡਕਟ ਬਣ ਗਿਆ ਲੋਕਾਂ ਨੂੰ ਡਿਟੈਚ ਕਰਨਾ ਉਹਨਾਂ ਦੇ ਇਮੋਸ਼ਨਸ ਤੋਂ। ਇਹ ਡਾਇਰੈਕਟਲੀ ਹੋ ਰਿਹਾ ਜਾਂ ਇਨਡਾਇਰੈਕਟਲੀ ਹੋ ਰਿਹਾ, ਆਈ ਡੋਂਟ ਨੋ। ਬਟ ਕੁਛ ਕਾਰਪੋਰੇਸ਼ਨਸ ਨੇ ਇਹ ਚੀਜ਼ ਰੀਅਲਾਈਜ਼ ਕੀਤੀ ਕਿ ਕਿੱਦਾਂ ਆਪਾਂ ਲੋਕਾਂ ਨੂੰ ਮੈਨੀਪੂਲੇਟ ਕਰ ਸਕਦੇ ਹਾਂ ਅਤੇ ਕਿੱਦਾਂ ਉਹਨਾਂ ਨੂੰ ਆਪਾਂ ਸਿੰਗਲ ਰੱਖ ਕੇ। ਹੁਣ ਇੱਕ ਸਟੱਡੀ ਮੈਂ ਪੜ੍ਹਦਾ ਪਿਆ ਸੀ ਕਿ ਜੋ ਮਾਰਕੀਟ ਰਨ ਹੁੰਦੀ ਹੈ ਨਾ ਉਹ ਜ਼ਿਆਦਾਤਰ ਰਨ ਹੁੰਦੀ ਹੈ ਫੀਮੇਲਸ ਕਾਰਨ ਜਾਂ ਔਰਤਾਂ ਕਾਰਨ। 85% ਪੂਰੀ ਮਾਰਕੀਟ ਦੇ ਡਿਸੀਜਨ ਫੀਮੇਲਸ ਡਿਸਾਈਡ ਕਰਦੀਆਂ ਨੇ ਕਿ ਮਾਰਕੀਟ 'ਚ ਕਿਹੜਾ ਟਰੈਂਡ ਹੋਏਗਾ ਜਾਂ ਕਿਹੜਾ ਨਹੀਂ ਹੋਏਗਾ। ਹੁਣ ਅਗਰ ਤੁਸੀਂ ਦੇਖੋਗੇ ਨਾ ਕਿ ਮਾਰਕੀਟ 'ਚ ਕਿੱਦਾਂ ਫੀਮੇਲਸ ਇੰਨਾ ਕੰਟਰੀਬਿਊਟ ਕਰਦੀਆਂ, ਆਪਣੇ ਕਮਰੇ 'ਚ ਆਸੇ ਪਾਸੇ ਦੇਖੋ, ਅਗਰ ਤੁਸੀਂ ਵਿਆਹ ਵੀ ਹੋ ਨਾ ਅਤੇ ਕਿੰਨੀਆਂ ਚੀਜ਼ਾਂ ਆਸੇ ਪਾਸੇ ਨੇ ਜੋ ਤੁਹਾਡੀ ਇੱਕ ਵਾਈਫ ਨੇ ਜਾਂ ਗਰਲਫਰੈਂਡ ਨੇ ਉੱਥੇ ਸੈੱਟ ਕੀਤੀਆਂ ਜਾਂ ਕਿੰਨੀਆਂ ਇੱਕ ਬॉयਫ੍ਰੈਂਡ ਨੇ ਜਾਂ ਹਸਬੈਂਡ ਨੇ ਸੈੱਟ ਕੀਤੀਆਂ। ਮੁੰਡਿਆਂ ਨੂੰ ਜ਼ਿਆਦਾ ਕੇਅਰ ਨਹੀਂ ਹੁੰਦੀ ਰੂਮ ਦੇ ਵਿੱਚ ਕਿੱਦਾਂ ਦੀਆਂ ਚੀਜ਼ਾਂ ਪਈਆਂ ਜਾਂ ਕਿੱਦਾਂ ਦੀਆਂ ਨਹੀਂ ਚੀਜ਼ਾਂ ਪਈਆਂ। ਮੈਂ ਜਦੋਂ ਸਿੰਗਲ ਸੀ ਪਹਿਲੋਂ, ਜਦੋਂ ਨਵਾਂ ਇੱਥੇ ਨਿਊਜ਼ੀਲੈਂਡ ਆਇਆ ਅਤੇ ਮੈਨੂੰ ਮੇਰਾ ਗੱਦਾ ਹੁੰਦਾ ਅਤੇ ਸਾਹਮਣੇ TV ਲੱਗਾ ਹੁੰਦਾ ਸੀ, ਪਲੇ ਸਟੇਸ਼ਨ। ਫਿਰ ਜਿੱਦਾਂ ਵੀ ਰਿਲੇਸ਼ਨਸ਼ਿਪ ਦੇ ਵਿੱਚ ਮੈਂ ਆਉਣਾ ਸ਼ੁਰੂ ਹੋਇਆ ਅਤੇ ਮੇਰੇ ਰੂਮ ਦੀ ਸ਼ੇਪ ਮੈਂ ਬਦਲਦੀ ਦੇਖੀ। ਜ਼ਿਆਦਾਤਰ ਚੀਜ਼ਾਂ ਜੋ ਰੂਮ ਦੇ ਵਿੱਚ ਸੀ ਉਹ ਇੱਕ ਫੀਮੇਲ ਐਨਰਜੀ ਕਰਕੇ ਹੀ ਸੀ। ਅਤੇ ਜਿੰਨੀਆਂ ਵੀ ਕਾਰਪੋਰੇਸ਼ਨਸ ਨੇ ਉਹਨਾਂ ਦਾ ਪ੍ਰਾਇਮਰੀ ਟਾਰਗੇਟ ਹੈ ਔਰਤਾਂ। ਅਤੇ ਹੁਣ ਸੋਸ਼ਲ ਮੀਡੀਆ ਇੱਕ ਬੜਾ ਵਧੀਆ ਤਰੀਕਾ ਹੈ ਔਰਤਾਂ ਨੂੰ ਰੀਚ ਕਰਨ ਦਾ ਜਾਂ ਉਹਨਾਂ ਨੂੰ ਮੈਨੀਪੂਲੇਟ ਕਰਨ ਦਾ। ਇੱਕ ਵਰਡ ਜ਼ਰੂਰ ਲੁੱਕਅਪ ਕਰਿਓ, ਸ਼ੀ ਇਕੋਨਮੀ, ਕਿ ਔਰਤ ਦੀ ਇਕੋਨਮੀ। ਹੁਣ ਜਿੱਦਾਂ ਔਰਤਾਂ
ਮਾਰਕੀਟ ਦੇ ਵਿੱਚ ਆ ਰਹੀਆਂ ਨੇ, ਇਕੁਐਲਿਟੀ ਆਪਣੀ ਮੁੰਡਿਆਂ ਦੀ ਜਾਂ ਕੁੜੀਆਂ ਦੀ ਬਿਲਕੁਲ ਇਕੁਅਲ ਹੋ ਰਹੀਆਂ ਨੇ, ਔਰਤਾਂ ਕੋਲ ਹੋਰ ਪਾਵਰ ਆਉਂਦੀ ਪਈ ਹੈ। ਇੱਕ ਹੋਰ ਸਟੱਡੀ ਸ਼ੋ ਕਰਦੀ ਹੈ ਕਿ ਜਿੰਨੀਆਂ ਔਰਤਾਂ ਸਿੰਗਲ ਹੋਣਗੀਆਂ ਕਾਰਪੋਰੇਸ਼ਨਸ ਵਾਸਤੇ ਉਨਾ ਜ਼ਿਆਦਾ ਫਾਇਦਾ। ਇੱਕ ਸਿੰਗਲ ਔਰਤ ਜ਼ਿਆਦਾ ਸਪੈਂਡ ਕਰਦੀ ਹੈ ਇੱਕ ਪੂਰੇ ਜੋ ਹਾਊਸ ਹੋਲਡ ਹੁੰਦਾ ਨਾ ਉਹਦੇ ਨਾਲੋਂ। ਜਿੰਨੀ ਸਿੰਗਲ ਕੁੜੀ ਹੋਏਗੀ ਉਹ ਜਿਮ ਵੇਅਰ ਦੇ ਉੱਤੇ ਜਾਂ ਆਪਣੇ ਪਹਿਨਣ ਦੇ ਤਰੀਕਾ, ਜਿੱਦਾਂ ਫਾਰਮਲ ਡਰੈਸਾਂ ਹੋ ਗਈਆਂ, ਇਨਫਾਰਮਲ ਜੋ ਵੀ ਸਨ ਡਰੈਸਸ ਹੋ ਗਈਆਂ ਵਗੈਰਾ ਵਗੈਰਾ, ਸਿੰਗਲ ਔਰਤ ਬਹੁਤ ਜ਼ਿਆਦਾ ਸਪੈਂਡ ਕਰਦੀ ਹੈ ਐਜ਼ ਕੰਪੇਅਰ ਟੂ ਸਮਬਡੀ ਜਿਹਦਾ ਵਿਆਹ ਹੋ ਗਿਆ ਜਾਂ ਕੋਈ ਕੁੜੀ ਰਿਲੇਸ਼ਨਸ਼ਿਪ ਦੇ ਵਿੱਚ ਵੇ। ਅਤੇ ਇੱਕ ਹੋਰ ਚੀਜ਼ ਮੈਂ ਸੁਣੀ ਕਿ ਬਹੁਤ ਜ਼ਿਆਦੀਆਂ ਕੰਪਨੀਜ਼ ਇਨਵੈਸਟ ਕਰਦੀਆਂ ਪਈਆਂ ਨੇ ਵਾਈਨ ਦੇ ਵਿੱਚ ਅਤੇ ਕੈਟ ਫੂਡ ਦੇ ਵਿੱਚ। ਰੀਜ਼ਨ ਬੀਨ ਕਿ 2030 ਤੱਕ ਜੋ ਇਹ ਵਰਕਿੰਗ ਕਲਾਸ ਹੈ ਫੀਮੇਲ ਸੀ, ਜਿੱਦਾਂ ਆਪਾਂ ਕਹਿ ਲਈਏ ਕਿ 25 ਤੋਂ ਲੈ ਕੇ 40-50 ਤੱਕ, 2030 ਤੱਕ 50% ਤੋਂ ਉੱਪਰ ਕੁੜੀਆਂ ਇਹ ਵਰਕਿੰਗ ਕਲਾਸ ਦੀਆਂ ਸਿੰਗਲ ਹੋਣਗੀਆਂ ਜਾਂ ਬਹੁਤ ਤਗੜੀ ਤਾਦਾਦ ਦੇ ਵਿੱਚ ਡਿਵੋਰਸ ਹੋ ਚੁੱਕੇ ਹੋਣਗੇ ਕੁੜੀਆਂ ਦੇ। ਇਹ ਮਾਰਕੀਟ ਦੇ ਵਿੱਚ ਪਲੈਨਿੰਗ ਚੱਲਦੀ ਪਈ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਦਾ ਇਫੈਕਟ ਕੀ ਹੁੰਦਾ ਪਿਆ ਹੈ ਜਾਂ ਇਹਦੀ ਰਿਐਲਿਟੀ ਤੁਸੀਂ ਦੇਖ ਸਕਦੇ ਹੋ। ਜਦੋਂ ਆਪਾਂ ਇੰਪਾਵਰਮੈਂਟ ਦੀ ਗੱਲ ਕਰਦੇ ਹਾਂ ਨਾ, ਆਪਾਂ ਇੰਪਾਵਰਮੈਂਟ ਦੇ ਵਿੱਚ ਇੱਕ ਚੀਜ਼ ਬੜੀ ਮੈਂ ਨੈਗੇਟਿਵ ਦੇਖਦਾ ਕਿ ਕੁੜੀਆਂ ਨੂੰ ਕਿਤੇ ਨਾ ਕਿਤੇ ਇੰਪਾਵਰਮੈਂਟ ਦਾ ਮਤਲਬ ਇਹ ਵੇ ਕਿ ਮੁੰਡਿਆਂ ਤੋਂ ਅਸੀਂ ਉੱਪਰ ਆ ਅਤੇ ਮੁੰਡਿਆਂ ਨੂੰ ਵੀ ਹੁਣ ਇਹ ਕਿਤੇ ਨਾ ਕਿਤੇ ਚੀਜ਼ ਦਿਖਾਉਣੀ। ਅਗਰ ਤੁਸੀਂ ਬਹੁਤ ਜ਼ਿਆਦਾ ਪੋਡਕਾਸਟ ਸੁਣੋ ਜਾਂ ਇੱਕ ਟਰੈਂਡ ਤੁਸੀਂ ਦੇਖੋ ਨਾ, ਮੁੰਡਿਆਂ ਦੀ ਈਗੋ ਇੱਧਰੋਂ ਬੂਸਟ ਹੁੰਦੀ ਪਈ ਹੈ ਅਤੇ ਕੁੜੀਆਂ ਦੀ ਈਗੋ ਇੱਧਰੋਂ ਬੂਸਟ ਹੁੰਦੀ ਪਈ ਹੈ। ਦੋਵੇਂ ਪਾਸਿਓਂ ਈਗੋ ਬੂਸਟ ਹੁੰਦੀ ਪਈ ਹੈ ਅਤੇ ਇਹਨਾਂ ਦਾ ਕਲੈਸ਼ ਮੁੰਡਿਆਂ ਦਾ ਅਤੇ ਕੁੜੀਆਂ ਦਾ ਬਹੁਤ ਜ਼ਿਆਦਾ ਹੋ ਰਿਹਾ, ਜਿੱਥੇ ਇਹ ਸੇਮ ਪੇਜ 'ਤੇ ਉਹਨਾਂ ਨੂੰ ਲਿਆਉਣਾ, ਜਿਹਦਾ ਟੌਕਸਿਕ ਮੈਸਕੂਲਿਨਿਟੀ ਹੋ ਗਿਆ ਨਾ ਅਤੇ ਇੱਧਰੋਂ ਟੌਕਸਿਕ ਫੈਮਿਨਿਟੀ ਹੋ ਗਿਆ, ਇਹਨਾਂ ਨੂੰ ਸੇਮ ਪੇਜ ਤੇ ਲਿਆਉਣਾ ਬੜਾ ਔਖਾ ਹੁੰਦਾ ਪਿਆ। ਨਾ ਤਾਂ ਹੁਣ ਕੁੜੀ ਕੰਪਰੋਮਾਈਜ਼ ਕਰਦੀ ਪਈ ਹੈ ਅਤੇ ਨਾ ਹੁਣ ਕੋਈ ਮੁੰਡਾ ਕੰਪਰੋਮਾਈਜ਼ ਕਰਦਾ ਪਿਆ। ਕਿਸੇ ਨੂੰ ਇਹ ਨਹੀਂ ਸਿਖਾਇਆ ਜਾ ਰਿਹਾ ਕਿ ਦੋਵੇਂ ਯਿਨ ਤੇ ਯੈਂਗ ਨੇ, ਕੋਈ ਨਹੀਂ ਦੱਸਦਾ ਪਿਆ। ਠੀਕ ਹੈ, ਜਿਹੜੇ ਐਂਡਰੂ ਟੇਟ ਵਰਗੇ ਨੇ ਬਹੁਤ ਜ਼ਿਆਦਾ ਐਕਸਟਰੀਮ, ਉਹ ਲੱਗੇ ਹੋਏ ਨੇ ਕਿ ਮੁੰਡੇ ਹੀ ਸਭ ਕੁਛ ਨੇ, ਅਤੇ ਉਹਦੇ ਆਪੋਜ਼ਿਟ ਵੀ ਬਹੁਤ ਕੁੜੀਆਂ ਜੋ ਕਹਿੰਦੀਆਂ ਕਿ ਕੁੜੀਆਂ ਹੀ ਸਭ ਕੁਛ ਨੇ। ਕੁਝ ਦਿਨ ਪਹਿਲਾਂ ਨਾ ਇੱਕ ਮੈਂ ਮੇਰੀ ਫਰੈਂਡ ਦੀ ਫਰੈਂਡ, ਉਹ ਵੇ 22-23 ਸਾਲਾਂ ਦੀ ਹੈ ਅਤੇ ਉਹ ਟਿਕਟੋਕ ਬੜਾ ਯੂਜ਼ ਕਰਦੀ ਹੈ ਅਤੇ ਉਹਨਾਂ, ਹੁਣ ਮੈਂ ਡਿਬੇਟ ਕਰਨਾ ਮੈਨੂੰ ਬੜਾ ਪਸੰਦ ਹੈ, ਅਤੇ ਉਹਨੇ ਡਿਬੇਟ ਕਰਦੇ ਨੇ ਕਿਹਾ ਕਿ ਕੁੜੀਆਂ ਨੂੰ ਮੁੰਡਿਆਂ ਦੀ ਹੁਣ ਲੋੜ ਨਹੀਂ, ਜੋ ਵੀ ਚੀਜ਼ਾਂ ਮੁੰਡੇ ਕਰ ਸਕਦੇ ਨੇ ਕੁੜੀਆਂ ਵੀ ਕਰ ਸਕਦੀਆਂ ਨੇ। ਅਤੇ ਇਹ ਸਿਰਫ ਸੈਂਟੈਂਸ ਤੋਂ ਬਾਅਦ ਹੀ ਮੈਂ ਕਿਹਾ ਹੁਣ ਮੈਂ ਡਿਬੇਟ 'ਤੇ ਮੈਂ ਕੀ ਕਰਾਂ। ਮੈਂ ਕਿਹਾ ਤੇਰੇ ਇਹੀ ਮੈਂਟੈਲਿਟੀ ਹੈ ਅਤੇ ਫਿਰ ਮੈਂ ਤੈਨੂੰ ਕੁਛ ਸਮਝਾ ਨਹੀਂ ਸਕਦਾ। ਅਤੇ ਇਹ 22-23 ਸਾਲ ਦੀ ਕੁੜੀ ਦੀ ਸੋਚ ਹੈ, ਭਾਵੇਂ ਉਹ ਟਿਕਟੋਕ ਦੇ ਥਰੂ ਕੰਡੀਸ਼ਨਿੰਗ ਹੋਈ, ਭਾਵੇਂ ਉਹ ਇੰਸਟਾਗ੍ਰਾਮ ਦੇ, ਇਹ ਸੋਚਣੀ ਬੜੀ ਮਾੜੀ ਹੈ। ਕਿਸੇ ਵੀ ਮੁੰਡੇ ਦਾ ਇਹ ਕਹਿਣਾ ਕਿ ਮੈਨੂੰ ਕੁੜੀ ਦੀ ਲੋੜ ਹੀ ਨਹੀਂ, ਇਹ ਯਿਨ ਤੇ ਯੈਂਗ ਦੋਵੇਂ ਬਹੁਤ ਜ਼ਿਆਦਾ ਜ਼ਰੂਰੀ ਨੇ ਇੱਕ ਪੂਰਾ ਲਾਈਫ ਦਾ ਜੋ ਸਰਕਲ ਹੈ ਉਹਨੂੰ ਕੰਪਲੀਟ ਕਰਨ ਵਾਸਤੇ। ਬਟ ਇਹ ਤੋਂ ਸੋਸ਼ਲ ਮੀਡੀਆ ਜਾਂ ਟੈਕਨੋਲੋਜੀ ਕਿਤੇ ਨਾ ਕਿਤੇ ਆਪਾਂ ਨੂੰ ਦੂਰ ਕਰਦੀ ਪਈ ਹੈ। ਇਹਦੇ ਵਿੱਚ ਕਾਰਪੋਰੇਸ਼ਨਾਂ ਦਾ ਵੀ ਮੈਂ ਕਿਤੇ ਨਾ ਕਿਤੇ ਹੱਥ ਮੰਨਦਾ ਵਾਂ ਕਿ ਹੋ ਸਕਦਾ ਕਿ ਇਹ ਕਿਤੇ ਨਾ ਕਿਤੇ ਇੰਟੈਂਸ਼ਨਲ ਹੋਵੇ। ਹੁਣ ਭਾਵੇਂ ਮੈਂ ਜੋ ਮਰਜ਼ੀ ਕਹਾਂ ਨਾ ਕਿ ਇੱਦਾਂ ਚੀਜ਼ਾਂ ਹੁੰਦੀਆਂ ਜਾਂ ਨਹੀਂ ਹੁੰਦੀਆਂ ਨੇ। ਹੁਣ ਮੈਂ ਆਪਣੀ ਐਗਜ਼ਾਮਪਲ ਲਵਾਂ ਕਿ ਮੈਂ ਸੋਸ਼ਲ ਮੀਡੀਆ ਕੰਜ਼ਿਊਮ ਕਰਦੇ ਜਿੱਦਾਂ ਮੈਂ ਹੁਣ ਪੋਡਕਾਸਟ ਕਰਦਾ ਹੀ ਹਾਂ ਅਤੇ ਬਹੁਤ ਪੋਡਕਾਸਟ ਸੁਣਦਾ ਵੀ ਹਾਂ, ਚੰਗੇ ਵੀ ਸੁਣਦਾ ਵਾਂ, ਮਾੜੇ ਵੀ ਸੁਣਦਾ ਵਾਂ। ਫਿਰ ਮੈਂ ਇੰਸਟਾ ਵੀ ਬਹੁਤ ਜ਼ਿਆਦਾ ਯੂਜ਼ ਕਰਦਾ ਵਾਂ। ਮੈਂ ਫਿਟਨੈਸ ਦੇ ਵਿੱਚ ਹਾਂ ਅਤੇ ਮੈਂ ਉੱਦਾਂ ਦੀਆਂ ਚੀਜ਼ਾਂ ਵੀ ਬਹੁਤ ਦੇਖਦਾ ਵਾਂ ਕਿ ਮੈਂ ਆਪਣੇ ਆਪ ਦੇ ਉੱਤੇ ਕੰਮ ਹਮੇਸ਼ਾ ਕਰਦੇ ਰਹਾਂ। ਹੁਣ ਮੇਰਾ ਸੋਸ਼ਲ ਮੀਡੀਆ ਕੰਜ਼ਿਊਮ ਕਰਕੇ ਚੀਜ਼ਾਂ ਪੜ੍ਹ ਕੇ ਮੈਂ ਮੰਨਦਾ ਕਿ ਮੇਰਾ ਸਟੈਂਡਰਡ ਇੰਨਾ ਹਾਈ ਹੋ ਗਿਆ ਨਾ ਕਿ ਮੈਂ ਵੀ ਕੰਪਰੋਮਾਈਜ਼ ਬਹੁਤ ਘੱਟ ਕਰਦਾ ਵਾਂ। ਠੀਕ ਹੈ, ਮੈਨੂੰ ਹੁੰਦਾ ਕਿ ਯਾਰ ਅਗਰ ਮੇਰੀ ਵੀ ਕੋਈ ਪਾਰਟਨਰ ਹੈ ਉਹ ਵੀ ਇੱਦਾਂ ਦੀਆਂ ਚੀਜ਼ਾਂ ਕਰੇ, ਉਹ ਵੀ ਫਿਟਨੈਸ ਦੇ ਵਿੱਚ ਹੋਵੇ, ਉਹਦੇ ਵੀ ਸਟੈਂਡਰਡ ਹੋਣ, ਉਹ ਵੀ ਉੱਦਾਂ ਦੀ ਹੀ ਐਨਰਜੀ ਰੱਖੇ ਜਿੱਦਾਂ ਦੀ ਮੇਰੀ ਐਨਰਜੀ ਹੈ। ਠੀਕ ਹੈ, ਹੁਣ ਮੇਰੇ ਸਟੈਂਡਰਡ ਵੱਧ ਗਏ ਅਤੇ ਮੈਂ ਵੀ ਜਦੋਂ ਆਪਣਾ ਮੇਟ ਸੀਕ ਕਰਾਂਗਾ, ਮੈਂ ਵੀ ਜਦੋਂ ਕੋਈ ਪਾਰਟਨਰ ਨੂੰ ਲੱਭਾਂਗਾ, ਮੇਰੇ ਪਹਿਲੋਂ ਹੀ ਫਿਲਟਰ ਉੱਥੇ ਆ ਗਏ ਅਤੇ ਮੇਰੇ ਲਈ ਇੱਕ ਬੜੀ ਸਮੋਲ ਪੋਰਸ਼ਨ ਹੋਏਗੀ ਜਿੱਦਾਂ ਦੀਆਂ ਫੀਮੇਲਸ ਮੈਂ ਸੀਕ ਕਰਦਾ ਪਿਆ ਵਾਂ। ਅਤੇ ਹੁਣ ਅਗਰ ਮੈਂ ਦੂਜੇ ਪਾਸੇ ਜਾਵਾਂ, ਅਗਰ ਮੈਂ ਕੁੜੀ ਦੇ ਪਾਸੇ ਵੀ ਜਾਵਾਂ ਨਾ, ਅਗਰ ਕੁੜੀ ਆਪਣੇ ਆਪ ਉੱਤੇ ਕੰਮ ਕਰਦੀ ਪਈ ਹੈ, ਇੱਕ ਨਾ ਪਹਿਲੋਂ ਸਾਬੀ ਭਾਈ ਨਾਲ ਵੀ ਇੱਕ ਪੋਡਕਾਸਟ ਦੇ ਵਿੱਚ ਮੈਂ ਗੱਲ ਕੀਤੀ ਸੀ ਅਤੇ ਰਿਐਲਿਟੀ ਹੈ ਵੀ ਕੁੜੀ ਕਦੇ ਵੀ ਆਪਣੇ ਤੋਂ ਬਿਲੋ ਵਾਲੇ ਮੁੰਡੇ ਨੂੰ ਚੂਜ਼ ਨਹੀਂ ਕਰੇਗੀ। ਕੁੜੀ ਹਮੇਸ਼ਾ ਜਾਂ ਤਾਂ ਆਪਣਾ ਇਕੁਅਲ ਭਾਲੇਗੀ ਅਤੇ ਜਾਂ ਉਹ ਤੋਂ ਜੋ ਉੱਪਰ ਜ਼ਿਆਦਾ ਕੰਮ ਕਰਦਾ ਜਾਂ ਉਹ ਤੋਂ ਵੀ ਜ਼ਿਆਦਾ ਅਰਨ ਕਰਦਾ ਜਾਂ ਉਹ ਤੋਂ ਵੀ ਜ਼ਿਆਦਾ ਸਟੈਂਡਰਡ ਵਾਲਾ ਬੰਦਾ, ਠੀਕ ਹੈ, ਉਹਨੂੰ ਭਾਲੇਗੀ। ਕੁੜੀ ਹਮੇਸ਼ਾ
ਥੱਲੇ ਨਹੀਂ ਦੇਖਦੀ। ਮੁੰਡਾ ਚੱਲ ਫਿਰ ਵੀ ਕਹਿ ਲੈਂਦਾ ਕਿ ਚਲੋ ਠੀਕ ਹੈ, ਡਜ਼ਨਟ ਮੈਟਰ ਕਿ ਕੁੜੀ ਕਿੰਨਾ ਕਮਾਉਂਦੀ ਹੈ ਜਾਂ ਕੁੜੀ ਜਿਮ ਜਾਂਦੀ ਹੈ, ਨਹੀਂ, ਮੁੰਡਾ ਕਿਤੇ ਨਾ ਕਿਤੇ ਸੈਟਲ ਕਰ ਲੈਂਦਾ। ਪਰ ਕੁੜੀਆਂ ਇੱਦਾਂ ਦੀਆਂ ਬਹੁਤ ਘੱਟ ਹੁੰਦੀਆਂ ਨੇ ਜੋ ਸੈਟਲ ਕਰਦੀਆਂ ਨੇ। ਹੁਣ ਫੇਸਬੁੱਕ ਆਈ ਥਿੰਕ 2004 'ਚ ਜਦੋਂ ਆਈ ਸੀ, ਉਦੋਂ ਇੱਕ ਨਾ ਅਬਜ਼ਰਵੇਸ਼ਨ ਹੋਈ ਕਿ ਜਿੱਦਾਂ ਹੀ ਫੇਸਬੁੱਕ ਆਈ, ਸੋਸ਼ਲ ਮੀਡੀਆ ਆਈ, ਜੋ ਮੁੰਡੇ ਸੀ ਜਿੱਦਾਂ ਲੈਂਬੋਰਗਿਨੀਆਂ ਵਾਲੇ ਜਾਂ ਮਾਡਲ ਹੋ ਗਏ ਜੋ ਪੈਸੇ ਨੂੰ ਬਹੁਤ ਜ਼ਿਆਦਾ ਸ਼ੋਅ ਆਫ ਕਰਦੇ ਨੇ ਸੋਸ਼ਲ ਮੀਡੀਆ ਦੇ ਉੱਤੇ, ਜ਼ਿਆਦਾਤਰ ਸਕਸੈਸਫੁਲ ਕੁੜੀਆਂ ਉਹਨਾਂ ਵੱਲ ਬਹੁਤ ਗਈਆਂ। ਤੇ ਮੁੰਡਿਆਂ ਵਾਸਤੇ ਜੋ ਨੋਰਮਲ ਐਵਰੇਜ ਮੇਰੇ ਵਰਗੇ ਮੁੰਡੇ ਨੇ, ਸਾਡੇ ਵਾਸਤੇ ਡੇਟਿੰਗ ਕਰਨਾ ਬਹੁਤ ਜ਼ਿਆਦਾ ਔਖਾ ਹੋ ਗਿਆ। ਹੁਣ ਦੇਖੋ, ਸਕਸੈਸਫੁਲ ਕੁੜੀ ਜਾਏਗੀ ਮੁੰਡੇ ਵੱਲ ਜੋ ਬਹੁਤ ਰਿਚ ਹੈ, ਤੇ ਉਹ ਜੋ ਰਿਚ ਮੁੰਡੇ ਨੇ ਉਹ ਪੂਰੇ ਮੁੰਡਿਆਂ ਦੀ ਅਗਰ ਪ੍ਰਪੋਰਸ਼ਨ ਦੇਖੀਏ ਨਾ, ਉਹਦੀ ਪਰਸੈਂਟੇਜ ਦੇਖੀਏ, ਰਿਚ ਸਕਸੈਸਫੁਲ ਮੁੰਡੇ ਉਹ ਸਿਰਫ 1% ਨੇ, 99% ਮੁੰਡੇ ਸਿਰਫ ਐਵਰੇਜ ਨੇ ਮੇਰੇ ਵਰਗੇ। ਹੁਣ ਜਿੰਨੀ ਵੀ ਸਕਸੈਸਫੁਲ ਕੁੜੀ ਹੈ ਉਹ 1% ਵੱਲ ਹੀ ਜਾਏਗੀ, ਤੇ ਜਿਹੜੇ ਸਕਸੈਸਫੁਲ ਮੁੰਡੇ ਨਹੀਂ ਉਹ ਇਹਦੇ ਵਿੱਚ ਸਫਰ ਕਰਦੇ ਨੇ ਜਾਂ ਉਹ ਰਿਲੇਸ਼ਨਸ਼ਿਪ ਸਹੀ ਤਰ੍ਹਾਂ ਬਣਾ ਨਹੀਂ ਪਾਉਂਦੇ, ਕਿਉਂਕਿ ਉਹਨਾਂ ਨੂੰ ਵੀ ਸਕਸੈਸਫੁਲ ਕੁੜੀ ਚਾਹੀਦੀ ਤੇ ਕੰਪਰੋਮਾਈਜ਼ ਉਹ ਵੀ ਨਹੀਂ ਕਰਨਗੇ। ਤੇ ਇਹ ਅਗਰ ਤੁਸੀਂ ਇਹਨੂੰ ਹੋਰ ਜ਼ਿਆਦਾ ਕੱਟ ਵੱਢ ਕਰਦੇ ਰਹੋ, ਇਹਦੇ ਵਿੱਚੋਂ ਮੈਂ ਮੰਨਦਾ ਵਾਂ ਕਿ ਸੋਸ਼ਲ ਮੀਡੀਆ ਇੱਕ ਬਹੁਤ ਤਗੜਾ ਕੰਟਰੀਬਿਊਸ਼ਨ ਹੈ ਜਿੱਥੇ ਰਿਲੇਸ਼ਨਸ਼ਿਪ ਜਾਂ ਕੁੜੀ ਜਾਂ ਮੁੰਡਾ ਇੱਕ ਦੂਜੇ ਨੂੰ ਨਾ ਪਸੰਦ ਕਰਨ ਦੇ। ਸੋਸ਼ਲ ਮੀਡੀਆ ਇੱਕ ਬਹੁਤ ਤਗੜਾ ਫੈਕਟਰ ਹੈ। ਫਿਰ ਦੂਜਾ ਫੈਕਟਰ ਆਪਾਂ ਕਹਿ ਸਕਦੇ ਕਿ ਹੁਣ ਦੇਖੋ ਮਹਿੰਗਾਈ ਬੜੀ ਹੋ ਗਈ ਹੈ, ਤੇ ਇੱਕ ਮੇਰੀ ਨਾ, ਬਟ ਮੈਂ ਇਹਦੇ ਇੱਕ ਰੀਜ਼ਨ ਹੈ, ਬਟ ਮੈਂ ਇਹਦੇ ਨਾਲ ਐਗਰੀ ਨਹੀਂ ਕਰਦਾ। ਮਹਿੰਗਾਈ, ਹੁਣ ਵਿਆਹ ਕਰਨਾ ਹੋਵੇ ਤੇ ਇਹਦੇ 'ਚ ਬਹੁਤ ਜ਼ਿਆਦਾ ਪੈਸੇ ਚਾਹੀਦੇ ਨੇ। ਤੇ ਹੁਣ ਇੰਡੀਆ ਨੂੰ ਦੇਖੀਏ, ਵਿਆਹ ਕਰਨਾ ਹੋਵੇ, ਆਪਾਂ ਜਦੋਂ ਭਰੂਣ ਹੱਤਿਆ ਸ਼ੁਰੂ ਹੋਈ ਸੀ, ਆਈ ਥਿੰਕ ਉਹਦਾ ਵੱਡਾ ਫੈਕਟਰ ਇਹੀ ਸੀ ਕਿ ਮਹਿੰਗਾਈ ਬਹੁਤ ਹੈ, ਕਿ ਕੁੜੀ ਦਾ ਵਿਆਹ ਕਿੱਦਾਂ ਕਰਾਂਗੇ। ਤੇ ਹੁਣ ਮੇਰੀ ਨਾ ਸੋਚ ਬੜੀ ਬਦਲ ਗਈ ਇੱਥੇ ਆ ਕੇ। ਪਹਿਲਾਂ ਮੈਂ ਵੀ ਸੋਚਦਾ ਹੁੰਦਾ ਸੀ ਕਿ ਯਾਰ ਇੰਡੀਆ ਵਿਆਹ ਕਰਾਵਾਂਗੇ, ਇੰਨੇ ਪੈਸੇ ਲੱਗਣਗੇ ਤੇ ਸਾਰਿਆਂ ਦਾ ਸੇਵਾ ਪਾਣੀ ਕਰਨਾ, ਬਟ ਹੁਣ ਮੇਰੀ ਸੋਚ ਬਦਲ ਗਈ। ਮੈਂ ਕਿਹਾ ਹੁਣ ਜਦੋਂ ਮੈਨੂੰ ਪਰਫੈਕਟ ਪਾਰਟਨਰ ਮੈਨੂੰ ਮਿਲ ਗਿਆ ਕੋਈ, ਮੈਨੂੰ ਲੱਗਦਾ ਕਿ ਇੰਨਾ ਮੈਂ ਲਾਈਫ ਆਪਣੀ ਕੱਢ ਸਕਦਾ ਵਾਂ, ਡਜ਼ਨਟ ਮੈਟਰ ਰਿਸ਼ਤੇਦਾਰ, ਟਰਸਟ ਨਹੀਂ, ਰਿਸ਼ਤੇਦਾਰ ਕਦੀ ਵੀ ਨਹੀਂ ਆਉਣਗੇ ਜਦੋਂ ਤੁਹਾਨੂੰ ਰੀਅਲ ਲਾਈਫ ਪ੍ਰੋਬਲਮਸ ਹੋਣਗੀਆਂ, ਠੀਕ ਹੈ। ਤੇ ਇਸ ਲਈ ਮੈਂ ਮੰਨਦਾ ਵਾਂ ਕਿ ਅਗਰ ਤੁਹਾਨੂੰ ਪਰਫੈਕਟ ਪਾਰਟਨਰ ਮਿਲਦਾ ਹੈ, ਜਸਟ ਗੋ ਟੂ ਦਾ ਕੋਰਟ ਮੈਨ, ਠੀਕ ਹੈ, ਸਿਗਨੇਚਰ ਕਰੋ, ਆਨੰਦ ਕਾਰਜ ਕਰੋ ਇੱਕ ਸਿੰਪਲ ਤਰੀਕੇ ਨਾਲ, ਦੈਟਸ ਇਟ। ਜ਼ਿਆਦਾ ਫਲੌਂਟ ਕਰਨ ਦੀ ਜਾਂ ਸ਼ੋਅ ਆਫ ਕਰਨ ਦੀ ਲੋੜ ਨਹੀਂ। ਮੈਂ ਮੈਰਿਜਸ ਬਹੁਤ ਸੋਹਣੀਆਂ ਇੱਦਾਂ ਸ਼ਾਦੀਆਂ ਦੇਖੀਆਂ ਨੇ ਇੰਡੀਆ ਦੇ ਵਿੱਚ ਕਿ 2000 ਬੰਦਾ 3000 ਬੰਦਾ ਜੀ, ਕੁੜੀ ਵਾਲੇ ਨੇ ਆਹ ਦਿੱਤਾ, ਮੁੰਡੇ ਵਾਲਿਆਂ ਤੇ ਆਹ ਕੀਤਾ, ਤੇ 10 ਸਾਲ ਬਾਅਦ ਦੇ ਬੋਥ ਫਕਿੰਗ ਮਿਜ਼ਰੇਬਲ, ਠੀਕ ਹੈ। ਹੁਣ ਮੇਰੀ ਦੋਸਤ ਨਾਲ ਨਾ ਇੱਕ ਗੱਲ ਇੱਥੇ ਹੁੰਦੀ ਪਈ ਸੀ, ਤੇ ਉਹ ਕੁੜੀ ਨਾ 5 ਸਾਲ ਮੁੰਡੇ ਦੇ ਨਾਲ ਰਿਲੇਸ਼ਨਸ਼ਿਪ 'ਚ ਰਹੀ, ਤੇ 5 ਸਾਲ ਬਾਅਦ ਚਲੋ ਰਿਲੇਸ਼ਨਸ਼ਿਪ ਉਹਨਾਂ ਦਾ ਵਧੀਆ ਚੱਲਦਾ ਪਿਆ ਸੀ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ 5 ਸਾਲ ਹੋ ਗਏ ਨੇ, ਹੁਣ ਤੁਸੀਂ ਵਿਆਹ ਕਿਉਂ ਨਹੀਂ ਕਰਦੇ? ਕਹਿੰਦੀ ਪੈਸੇ ਕਿੱਥੋਂ ਲਿਆਈਏ। ਮੈਂ ਕਿਹਾ ਵੱਟ ਡੂ ਯੂ ਮੀਨ ਪੈਸੇ ਕਿੱਥੋਂ ਲਿਆਈਏ? ਕਿ ਵਿਆਹ ਕਰਨ ਵਾਸਤੇ ਪੈਸੇ ਥੋੜ੍ਹੀ ਚਾਹੀਦੇ, ਵਿਆਹ ਕਰਨ ਵਾਸਤੇ ਨੀਤ ਚਾਹੀਦੀ ਹੈ, ਨੀਤ ਹੋਵੇ ਨਾ ਵਿਆਹ ਹੋ ਜਾਂਦਾ। ਨਹੀਂ ਉਹਦੇ ਵਾਸਤੇ ਇਹ ਵੀ ਕਰਨਾ ਹੈ, ਫਿਰ ਪੰਡਤ ਆਉਣਾ ਪਏਗਾ, ਫਿਰ ਮੰਡਪ ਇੱਦਾਂ ਉੱਦਾਂ। ਮੈਂ ਕਿਹਾ ਇੱਦਾਂ ਨਹੀਂ ਹੁੰਦਾ, ਅਗਰ ਨੀਤ ਹੋਵੇ ਤੇ ਵਿਆਹ ਹੋ ਜਾਂਦਾ। ਤੇ ਇਨਫਲੇਸ਼ਨ ਮੈਂ ਨਹੀਂ ਮੰਨਦਾ, ਮੈਂ ਤੇ ਪਰਸਨਲੀ, ਚਲੋ ਮੈਂ ਗਲਤ ਇਹਦੇ ਵਿੱਚ ਮੈਂ ਹੋ ਸਕਦਾ, ਬਹੁਤ ਜ਼ਿਆਦਾ ਡਿਸਐਗਰੀ ਕਰਨਗੇ, ਮੈਂ ਪਰਸਨਲੀ ਨਹੀਂ ਮੰਨਦਾ ਕਿ ਵਿਆਹ ਵਾਸਤੇ ਤੁਹਾਨੂੰ ਪੈਸੇ ਦੀ ਲੋੜ ਹੈ। ਅਗਰ ਤੁਹਾਡੀ ਨੀਤ ਹੈ ਵਿਆਹ ਕਰਨ ਦੀ, ਭਾਵੇਂ ਇੰਡੀਆ ਹੋ ਭਾਵੇਂ ਇੱਥੇ ਹੋ, ਉਹ ਤੁਸੀਂ ਕਰ ਸਕਦੇ ਹੋ। ਬਟ ਇਹ ਇੱਕ ਤਗੜਾ ਰੀਜ਼ਨ ਹੈ ਇਨਫਲੇਸ਼ਨ, ਬੜੇ ਲੋਕਾਂ ਨੇ ਕਿਹਾ। ਤੇ ਬਾਕੀ ਇੱਕ ਰੈਟ ਰੇਸ ਕਹਿ ਲਈਏ ਕਿ ਇੱਧਰ ਵੈਸਟ ਦੀ ਲਾਈਫ, ਇੰਡੀਆ ਦੀ ਲਾਈਫ ਥੋੜ੍ਹੀ ਜਿਹੀ ਹਜੇ ਸਲੋ ਚੱਲਦੀ ਹੈ, ਬਟ ਇੱਧਰਲੀ ਲਾਈਫ ਇੰਨੀ ਜ਼ਿਆਦਾ ਬਿਜ਼ੀ ਹੋ ਗਈ ਹੈ, ਤੇ ਕਦੀ ਕਦੀ ਇੱਕ ਪਾਰਟਨਰ ਚੁਣਨ ਵਾਸਤੇ ਟਾਈਮ ਹੀ ਨਹੀਂ ਲੱਗਦਾ। ਜਿੱਦਾਂ ਕਿ ਹੁਣ ਮੈਂ ਕਦੀ ਸੋਚਦਾ ਹੁੰਦਾ ਕਿ ਯਾਰ ਹਜੇ ਮੇਰੇ ਵਿਆਹ ਨਹੀਂ ਹੋਇਆ ਜਾਂ ਹਜੇ ਮੇਰੇ ਨਿਆਣੇ ਨਹੀਂ ਨੇ, ਹਜੇ ਵੀ ਮੇਰੇ ਕੋਲ ਟਾਈਮ ਨਹੀਂ ਯਾਰ, ਇਨਫ ਟਾਈਮ ਨਹੀਂ ਹੈ, ਠੀਕ ਹੈ। ਕੰਮ ਘਰੇ, ਫਿਰ ਇੱਥੇ ਪੋਡਕਾਸਟ ਦਾ ਮਾੜਾ ਮੋਟਾ ਮੈਂ ਕਰ ਲੈਂਦਾ ਵਾ, ਬਟ ਇਮੈਜਿਨ ਕਰੋ ਕਿ ਵਾਈਫ ਵੀ ਹੋਵੇ, ਉਹਨੂੰ ਵੀ ਟਾਈਮ ਦੇਣਾ, ਫਿਰ ਬੱਚੇ ਵੀ ਹੋਣ, ਉਹਨੂੰ ਵੀ ਟਾਈਮ ਦੇਣਾ। ਬੜੇ ਲੋਕ ਜੋ ਕਰੀਅਰ ਓਰੀਐਂਟਡ ਨੇ, ਕੁੜੀਆਂ ਹੋਣ ਜਾਂ ਮੁੰਡੇ ਹੋਣ, ਉਹਨਾਂ ਵਾਸਤੇ ਇੱਕ ਬੜਾ ਤਗੜਾ ਰੀਜ਼ਨ ਹੈ ਕਿ ਉਹ ਵਿਆਹ ਨਹੀਂ ਕਰਾਉਂਦੇ। ਕਹਿੰਦੇ ਯਾਰ ਇੱਦਾਂ ਦੀ ਕਮਿਟਮੈਂਟ ਚਾਹੀਦੀ ਹੀ ਨਹੀਂ ਕਿ ਆਪਣੇ ਆਪ ਉੱਤੇ ਅਸੀਂ ਕੰਮ ਕਰ ਸਕੀਏ। ਤੇ ਇਹ ਇੱਕ ਜੈਨੂਅਨ ਰੀਜ਼ਨ ਹੈ ਵੈਸਟ ਕੰਟਰੀਜ਼ ਦਾ। ਤੇ ਇਹ ਮੈਸੇਜ ਦਾ ਮੈਂ ਜਵਾਬ ਵੀ ਜੋ ਪਹਿਲਾਂ ਮੈਂ ਪਲੇ ਕੀਤਾ ਸੀ, ਇਹੀ ਜ਼ਿਆਦਾ ਆਨਸਰ ਹੈ। ਜਦੋਂ ਉਹ ਲੇਡੀ ਨੇ ਮੈਨੂੰ ਕਿਹਾ ਕਿ ਲਾਇਰਸ ਵੀ ਨੇ, ਡਾਕਟਰਸ ਵੀ ਨੇ, ਪੜ੍ਹੀਆਂ ਲਿਖੀਆਂ, ਉਹ ਬੜੇ ਕਰੀਅਰ ਓਰੀਐਂਟਡ ਆਪਾਂ ਬਣਾਤਾ, ਉਹਨਾਂ ਨੂੰ ਆਪਾਂ ਮਸ਼ੀਨਾਂ ਬਣਾਤਾ, ਠੀਕ ਹੈ। ਆਪਾਂ ਨਾ ਇੰਡੀਅਨ ਹਾਊਸ ਹੋਲਡ ਦੇ ਵਿੱਚ ਇਹ ਚੀਜ਼ ਬੜੀ ਹੁੰਦੀ ਕਿ ਪੜ੍ਹ ਲਿਖ ਜਾਓ, ਡਾਕਟਰ ਵੀ ਲੱਗ ਜਾਓਗੇ, ਲਾਇਰ ਵੀ ਲੱਗ ਜਾਓਗੇ, ਬਟ ਉਸ ਟਾਈਮ ਆਪਾਂ
ਆਈ ਥਿੰਕ ਬੱਚਿਆਂ ਨੂੰ ਇਹ ਕਦੀ ਵੀ ਨਹੀਂ ਸਿਖਾਇਆ ਕਿ ਇੱਕ ਵਧੀਆ ਪਾਰਟਨਰ, ਮੈਨੂੰ ਤਾਂ ਨਹੀਂ ਕਦੀ ਇਹ ਚੀਜ਼ ਦੱਸੀ ਗਈ ਜਾਂ ਨਾ ਮੈਂ ਕਿਸੇ ਨੂੰ ਸੁਣਿਆ ਆਪਣੇ ਪਿੰਡ ਦੇ ਵਿੱਚ ਜਾਂ ਰਿਸ਼ਤੇਦਾਰੀ ਦੇ ਵਿੱਚ ਕਿਸੇ ਬੱਚੇ ਨੂੰ ਸਿਖਾਇਆ ਹੋਵੇਗਾ ਕਿ ਵਧੀਆ ਪਾਰਟਨਰ ਕਿੱਦਾਂ ਬਣਨਾ। ਕੁੜੀਆਂ ਨੂੰ ਜ਼ਰੂਰ ਇਹ ਚੀਜ਼ ਦੱਸੀ ਜਾਂਦੀ ਹੈ। ਇੰਡੀਆ ਦੀ ਮੈਂ ਗੱਲ ਕਰਾਂ ਕਿ ਆ ਵੀ ਕਰ ਲੈ, ਸਹੁਰੇ ਜਾਣਾ ਤੇ ਇਹ ਵੀ ਤੈਨੂੰ ਆਉਣਾ ਚਾਹੀਦਾ, ਇਹ ਵੀ। ਮੁੰਡਿਆਂ ਨੂੰ ਇਹ ਚੀਜ਼ ਨਹੀਂ ਦੱਸੀ ਜਾਂਦੀ। ਹੁਣ ਵੈਸਟ ਦੇ ਵਿੱਚ ਕਿਉਂਕਿ ਇੰਡੀਪੈਂਡੈਂਟ ਨੇ ਹਰੇਕ ਕੁੜੀ ਵੀ ਤੇ ਮੁੰਡਾ ਵੀ, ਉਹਨਾਂ ਨੂੰ ਆਪਾਂ ਇੰਨਾ ਜ਼ਿਆਦਾ ਕਰੀਅਰ ਓਰੀਐਂਟਡ ਕਰ ਦਿੰਦੇ ਹਾਂ ਕਿ ਯਾਰ ਪੜ੍ਹ ਲਿਖ ਲੈ, ਡਾਕਟਰ ਬਣ ਜਾਏਗਾ, ਲਾਇਰ ਬਣ ਜਾਏਗਾ। ਜਦੋਂ ਉਹ ਬਣ ਜਾਂਦੇ ਨੇ ਉਹ ਇੰਨੀ ਜ਼ਿਆਦਾ ਉਹਨਾਂ ਦੀ ਫਾਈਨ ਕੰਡੀਸ਼ਨਿੰਗ ਹੋ ਜਾਂਦੀ ਹੈ ਕਿ ਉਹ ਹੋਰ ਚੀਜ਼ ਵੱਲ ਫੋਕਸ ਨਹੀਂ ਕਰ ਪਾਉਂਦੇ। ਠੀਕ ਹੈ, ਹੁਣ ਮੇਰਾ 7 ਸਾਲ ਦਾ ਐਕਸਪੋਜਰ ਹੈ ਇੱਧਰ ਦਾ, 24 ਸਾਲ ਮੈਂ ਇੰਡੀਆ 'ਚ ਹੀ ਰਿਹਾ। ਹੁਣ 7 ਸਾਲ ਤੋਂ ਬਾਅਦ ਹੀ ਮੇਰੀ ਉਹ ਵਿਆਹ ਵਾਲੀ ਘੰਟੀ ਨਾ ਉਹ ਦਿਮਾਗ ਦੇ ਵਿੱਚੋਂ ਨਹੀਂ ਹੈ। ਘਰ ਦੇ ਮੈਨੂੰ ਯਾਦ ਕਰਾਉਂਦੇ ਨੇ ਕਿ ਯਾਰ ਯੂ ਹੈਵ ਟੂ ਗੈਟ ਮੈਰਿਡ, ਬਟ ਮੈਂ ਆਮ ਲਾਈਕ ਆਮ ਨਿਊਟਰਲ। ਹੋਏਗਾ ਕਿਉਂਕਿ ਮੈਂ ਫੋਕਸ ਕਰਦਾ ਪਿਆ ਵਾਂ ਆਪਣੇ ਕਰੀਅਰ ਦੇ ਉੱਤੇ, ਮੈਂ ਫੋਕਸ ਕਰਦਾ ਪਿਆ ਵਾਂ ਪੋਡਕਾਸਟ ਦੇ ਉੱਤੇ। ਠੀਕ ਹੈ, ਅਤੇ ਮੇਰੇ ਦਿਮਾਗ 'ਚ ਉਹ ਚੀਜ਼ ਨਹੀਂ। ਪਰ ਜਿਹੜੇ ਇੱਧਰਲੇ ਬੋਰਨ ਪੰਜਾਬੀ ਨੇ ਉਹਨਾਂ ਵਾਸਤੇ ਇੱਕ ਵੱਡੀ ਸਟਰਗਲ ਹੈ ਕਿਉਂਕਿ ਉਹ ਬਹੁਤ ਜ਼ਿਆਦਾ ਕਰੀਅਰ ਓਰੀਐਂਟਡ ਹੋ ਜਾਂਦੇ ਨੇ। ਅਤੇ ਫਿਰ ਬੱਚਿਆਂ ਦੀ ਜਦੋਂ ਗੱਲ ਇੱਧਰ ਆਉਂਦੀ ਹੈ, ਬੱਚੇ ਤਾਂ ਇੱਥੇ ਬਹੁਤ ਐਕਸਪੈਂਸਿਵ ਨੇ ਨਾ, ਇਟਸ ਏ ਬਿਗ ਚੈਲੰਜ ਮੈਨ। ਅਗਰ ਤੁਸੀਂ ਵਿਆਹ ਤੋਂ ਬਾਅਦ ਬੱਚੇ ਕਰਨੇ ਨੇ, ਬੱਚਿਆਂ ਦਾ ਖਰਚਾ, ਸਕੂਲ ਦਾ ਖਰਚਾ, ਆਈ ਥਿੰਕ ਉਹ ਜੋ ਇੱਕ ਡਰਾਵਾ ਹੈ ਨਾ ਇੱਧਰਲਾ ਵੈਸਟ ਦਾ ਕਿ ਬੱਚੇ ਹੋ ਗਏ ਅਤੇ ਖਰਚਾ। ਅਤੇ ਇੱਕ ਬੱਚੇ ਹੋਣ ਤੋਂ ਬਾਅਦ ਕਿਉਂਕਿ ਇੱਕ ਨਾ ਹੋਰ ਟਰੈਂਡ ਇੱਧਰ ਕਿ ਘਰ ਦੇ ਬਹੁਤ ਘੱਟ ਨਾਲ ਰਹਿੰਦੇ ਨੇ। ਹੁਣ ਪੰਜਾਬੀਆਂ ਦੇ ਘਰ ਦੇ ਬਾਹਰੋਂ ਆ ਜਾਂਦੇ ਨੇ, ਇੰਡੀਆ ਤੋਂ ਆ ਜਾਂਦੇ ਨੇ, ਬੱਚਿਆਂ ਦੀ ਸਾਂਭ ਸੰਭਾਲ ਕਰਦੇ ਨੇ। ਪਰ ਜਿਹੜੇ ਇੰਡੀਪੈਂਡੈਂਟ ਬੱਚੇ ਨੇ ਉਹ ਕਿਤੇ ਨਾ ਕਿਤੇ ਡਿਸਲਾਈਕ ਕਰਦੇ ਨੇ ਕਿ ਯਾਰ ਘਰਦਿਆਂ ਦਾ ਆਪਣਾ ਘਰ ਹੋਣਾ ਚਾਹੀਦਾ, ਸਾਡਾ ਇੱਕ ਆਪਣਾ ਘਰ ਹੋਣਾ ਚਾਹੀਦਾ। ਅਤੇ ਉਹ ਆਪਣੇ ਪੇਰੈਂਟਸ ਦੀ ਹੈਲਪ ਨਹੀਂ ਚਾਹੁੰਦੇ। ਆਈ ਥਿੰਕ ਇਹ ਵੀ ਇੱਕ ਫੈਕਟਰ ਹੋ ਸਕਦਾ ਕਿ ਬੱਚਿਆਂ ਦੇ ਡਰ ਤੋਂ ਕਿ ਕਿੱਦਾਂ ਉਹਨਾਂ ਨੂੰ ਸੰਭਾਲਾਂਗੇ। ਅਤੇ ਫੈਮਲੀ ਆਪਣੇ ਇੰਡੀਆ ਦੇ ਵਿੱਚ ਵੱਡੀ ਹੋਇਆ ਕਰਦੀ ਸੀ, ਕੋਈ ਨਾ ਕੋਈ ਸਾਂਭ ਲੈਂਦਾ ਸੀ, ਬਟ ਇੱਧਰ ਹੁਣ ਕੋਈ ਨਹੀਂ ਸਾਂਭਦਾ। ਆਈ ਥਿੰਕ ਇਹ ਵੀ ਇੱਕ ਤਗੜਾ ਫੈਕਟਰ ਹੋ ਸਕਦਾ ਕਿ ਲੋਕੀ ਅਵੋਇਡ ਕਰਦੇ ਪਏ ਨੇ ਵਿਆਹ ਕਰਨਾ, ਕਿਉਂਕਿ ਵਿਆਹ ਹੋ ਗਿਆ ਤਾਂ ਫਿਰ ਬੱਚੇ ਵੀ ਕਰਨੇ ਪੈਣਗੇ। ਠੀਕ ਹੈ, ਪੰਜਾਬੀਆਂ ਦੇ ਵਿੱਚ ਜਾਂ ਇੰਡੀਅਨਸ ਦੇ ਵਿੱਚ। ਚਲੋ ਮੈਸੇਜ ਅਗਲਾ ਲੈਂਦੇ ਆਪਾਂ। ਗਗਨ, ਬੈਸਟ ਏਜ ਵਿਆਹ ਕਰਾਉਣ ਦੀ ਮੇਰੇ ਅਕੋਰਡਿੰਗ ਹੈ ਇਨ ਯਰ 30s ਵਿੱਚ। ਆਪਣਾ ਦਿਮਾਗ ਖੋਲੋ, ਅੱਛੀ ਤਰ੍ਹਾਂ ਆਪਣੇ ਆਪ ਨੂੰ ਜਾਣੋ, ਫਿਗਰ ਆਊਟ ਵਾਟ ਯੂ ਵਾਂਟ, ਹੈ ਨਾ, ਕਿ ਤੁਹਾਨੂੰ ਆਪਣੇ ਪਾਰਟਨਰ 'ਚ ਕੀ ਚਾਹੀਦਾ, ਵੀ ਤੁਹਾਡੇ 'ਤੇ ਕੁਝ ਥੋਪਿਆ ਨਾ ਜਾਵੇ ਅਤੇ ਤੁਸੀਂ ਵੀ ਕਿਸੇ 'ਤੇ ਨਾ ਥੋਪੋ। ਇੰਡੀਪੈਂਡੈਂਟ ਹੋ ਕੇ ਫਾਈਨੈਂਸ਼ੀਅਲੀ ਐਵਰੀਥਿੰਗ, ਯੂ ਗੈਟ ਮੈਰੀਡ ਇਨ ਅਰਲੀ 30s, ਮੇਰਾ ਇਹ ਮੰਨਣਾ ਹੈ। ਔਰ ਲੇਟ 30s, ਜਿਵੇਂ ਵੀ ਤੁਹਾਨੂੰ ਲੱਗਦਾ। ਜੇ ਤੁਹਾਨੂੰ ਲੱਗੇ ਵੀ ਹਾਂ ਤੁਹਾਨੂੰ ਪਾਰਟਨਰ ਦੀ ਲੋੜ ਹੈ, ਤੁਹਾਨੂੰ ਵਿਆਹ ਕਰਾ ਲੈਣਾ ਚਾਹੀਦਾ। ਤੁਸੀਂ ਦੂਜਾ ਸਵਾਲ ਪੁੱਛਿਆ ਕਿ ਪਰਹੇਜ਼ ਕਿਉਂ ਕਰ ਰਿਹਾ। ਆਈ ਐਮ 28 ਐਂਡ ਆਈ ਆਲਸੋ ਵਾਂਟ ਟੂ ਗੈਟ ਮੈਰਿਡ। ਮੈਂ ਆਪਣੇ ਅਰਲੀ 30s ਜਿਵੇਂ ਵੀ ਮੈਨੂੰ ਲੱਗਿਆ ਮੈਂ ਕਰਵਾਉਂਗੀ ਹੀ। ਬਟ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਐਕਸਪਲੋਰ ਕਰਨਾ ਸ਼ੁਰੂ ਕੀਤਾ ਅਤੇ ਮੈਂ ਇੱਕ ਮੁੰਡੇ ਦੇ ਨਾਲ ਡੇਟ 'ਤੇ ਗਈ ਸੀਗੀ। ਠੀਕ ਹੈ, ਪਾਰਡਨ ਫॉर ਮਾਈ ਗਾਲ, ਉਹ ਭੈਣ ਦਾ ਵੀਰ ਪਹਿਲਾਂ ਇੰਗੇਜਡ ਸੀਗਾ ਅਤੇ ਫਿਰ ਵੀ ਮੇਰਾ ਡੇਟ 'ਤੇ ਜਾ ਰਿਹਾ ਸੀ। ਉਹ ਤਾਂ ਮੈਂ ਫੜ ਲਿਆ ਟਾਈਮ ਸਿਰ ਕਿ ਯਾਰ ਕੀ ਸੀਗਾ ਇਹ। ਦ ਮੇਨ ਰੀਜ਼ਨ ਇਜ਼ ਟਰਸਟ। ਕੋਈ ਨਹੀਂ ਚਾਹੁੰਦਾ ਵੀ ਤੁਹਾਡਾ ਵਿਆਹ ਹੋ ਜਾਏ, ਤੁਸੀਂ ਅਨਹੈਪੀ ਮੈਰਿਜ 'ਚ ਰਹੋ ਅਤੇ ਤੁਹਾਡੇ 'ਤੇ ਤੁਹਾਡਾ ਪਾਰਟਨਰ ਚੀਟ ਕਰੇ, ਉਹਨੂੰ ਇੱਕ ਦਿਨ ਰਿਅਲਾਈਜ਼ ਹੋਵੇ ਵੀ ਹਾਂ ਵੀ ਮੈਂ ਤੈਨੂੰ ਪਿਆਰ ਹੀ ਨਹੀਂ ਕਰਦਾ। ਮੇਨ ਰੀਜ਼ਨ ਆਹੀ ਹੈ ਵੀ ਲੋਕਾਂ 'ਚ ਇਹ ਡਰ ਹੈ ਵੀ ਉਹ ਡਾਈਵੋਰਸ ਨਹੀਂ ਹੋਣਾ ਚਾਹੁੰਦੇ। ਅਤੇ ਇਹ ਡਰ ਮੇਰਾ ਵੀ ਹੈ। ਮੈਂ ਨਹੀਂ ਚਾਹੁੰਦੀ ਵੀ ਮੇਰਾ ਪਾਰਟਨਰ ਮੇਰੇ 'ਤੇ ਚੀਟ ਕਰੇ ਜਾਂ ਫਿਰ ਮੈਨੂੰ ਡਾਈਵੋਰਸ ਤੋਂ। ਮੇਨ ਰੀਜ਼ਨ ਇਹੀ ਹੈ ਵੀ ਡਾਈਵੋਰਸ ਤੋਂ ਲੋਕ ਬਹੁਤ ਡਰਦੇ ਆ। ਇੱਕ ਗੱਲ ਹੋਰ, ਮੈਂ ਜੇ ਆਪਣੇ ਫਰੈਂਡ ਸਰਕਲ ਜੋ ਮੈਂ ਆਲੇ ਦੁਆਲੇ ਨੋਟਿਸ ਕੀਤੀ ਹੈ ਨਾ, ਹਾਈ ਐਕਸਪੈਕਟੇਸ਼ਨਸ, ਬਹੁਤ ਜ਼ਿਆਦਾ ਹਾਈ ਐਕਸਪੈਕਟੇਸ਼ਨਸ। ਮਤਲਬ ਤੁਹਾਡੇ 'ਚ ਇੰਨੀ ਗੱਲਬਾਤ ਹੈ ਨਹੀਂ, ਪਰ ਤੁਹਾਨੂੰ ਚਾਹੀਦਾ ਮੁੰਡਾ ਟੌਮ ਕਰੂਜ਼ ਅਤੇ ਕੁੜੀ ਕੈਟਰੀਨਾ ਕੈਫ। ਆਈ ਡੋਂਟ ਨੋ ਵਾਈ, ਬਟ ਇਹ ਚੀਜ਼ ਮੈਂ ਬਹੁਤ ਵੇਖੀ ਆ। ਅੱਜ ਦੀ ਆਪਣੀ ਜਨਰੇਸ਼ਨ ਆ, ਕੈਜੂਅਲ ਰਿਲੇਸ਼ਨਸ਼ਿਪਸ, ਹੁੱਕਅਪਸ, ਸਿਚੁਏਸ਼ਨਸ਼ਿਪਸ 'ਚ ਫਸ ਜਾਂਦੀ ਹੈ। ਕਦੀ ਕਹਿਣਾ ਨਹੀਂ ਚਾਹੁੰਦੀ ਵੀ ਕੀ ਕਲੀਅਰਲੀ ਚਾਹੀਦਾ। ਹੁਣ ਮੇਰੀ ਛੋਟੀ ਭੈਣ ਮੇਰੇ ਤੋਂ ਬਹੁਤ 8 ਸਾਲ ਛੋਟੀ ਹੈ। ਮੈਂ ਉਹ ਤੋਂ ਇੱਕ ਸ਼ਬਦ ਸੁਣਿਆ, ਸਾਈਡ ਵਿੱਚ। ਆਈ ਵਾਸ ਲਾਈਕ ਵਾਟ ਇਜ਼ ਦਿਸ। ਤਾਂ ਉਹਨੇ ਮੈਨੂੰ ਦੱਸਿਆ ਵੀ ਬੰਦੇ ਦੀ ਇੱਕ ਮੇਨ ਹੁੰਦੀ ਹੈ ਅਤੇ ਬਾਕੀਆਂ 5-6 ਦੇ ਨਾਲ ਉਹ ਫੱਕ ਅਰਾਊਂਡ ਕਰਦਾ। ਫਿਰ ਮੈਂ ਕਿਹਾ ਅੱਗੇ ਤਾਂ ਹੋਰ ਵੀ ਜ਼ਿਆਦਾ ਮਾੜਾ ਹਾਲ ਹੈ। ਹੁਣ ਜੇ ਮੈਂ ਕਿਸੇ ਨਾਲ ਡੇਟ 'ਤੇ ਵੀ ਜਾਣਾ, ਕੁਛ ਵੀ ਹੈ, ਮੈਂ ਉਹਨੂੰ ਕਲੀਅਰਲੀ ਸਿੱਧਾ ਮੂੰਹ 'ਤੇ ਪੁੱਛਦੀ ਹਾਂ, ਭਰਾਵਾ ਹਿਸਾਬ ਕਿਤਾਬ ਕਲੀਅਰ ਕਰ, ਮੇਰੇ ਤੋਂ ਇਹ ਸਭ ਨਹੀਂ ਹੋਣਾ। ਦਿਸ ਇਜ਼ ਦ ਥਿੰਗ ਐਂਡ ਆਈ ਰੀਅਲੀ ਲਾਈਕ ਯੂਅਰ ਪੋਡਕਾਸਟ। ਮੈਂ ਹਰ ਐਪੀਸੋਡ ਸੁਣਦੀ ਹਾਂ ਐਂਡ ਇਹ ਟੋਪਿਕ ਮਚ ਨੀਡਡ ਸੀ। ਥੈਂਕ ਯੂ ਫॉर ਬ੍ਰਿੰਗਿੰਗ ਇਟ ਅਪ। bloody hell, that was a heavy one. ਠੀਕ ਹੈ, ਹੁੱਕਅਪਸ ਹੀ ਪਹਿਲੋਂ ਮੈਂ ਗੱਲ ਕਰਦਾ ਵਾਂ ਕਿ ਹੁੱਕਅਪਸ ਜਿੱਦਾਂ ਬੰਦਾ ਕਰਦਾ ਨਾ, ਆਈ ਥਿੰਕ ਉਹ ਕਿਤੇ ਨਾ ਕਿਤੇ ਲੂਜ਼ ਕਰਦਾ ਆਪਣੀ ਹਿਊਮੈਨਿਟੀ ਮੈਂ ਕਹਾਂਗਾ,
ਤੇ ਉਹ ਜੈਨੂਇਨ ਕਨੈਕਸ਼ਨ ਅੱਗੇ ਭਾਲ ਨਹੀਂ ਸਕਦਾ, ਠੀਕ ਹੈ। ਉਹਨੂੰ ਜੈਨੂਇਨ ਕਨੈਕਸ਼ਨ ਨਹੀਂ ਮਿਲੇਗਾ। ਜਿੰਨੇ ਤੁਹਾਡੇ ਸੈਕਸ਼ੁਅਲ ਪਾਰਟਨਰ ਜ਼ਿਆਦਾ ਹੋਣਗੇ ਨਾ, ਉਨੇ ਤੁਹਾਡੇ ਚਾਂਸਸ ਨੇ ਕਿਸੇ ਦੇ ਨਾਲ ਜੋ ਫਿਊਚਰ ਦੇ ਵਿੱਚ ਅਗਰ ਤੁਸੀਂ ਕਿਸੇ ਨਾਲ ਕਨੈਕਟ ਕਰਨਾ ਚਾਹੁੰਦੇ ਹੋ, ਉਹਦੇ ਨਾਲ ਤੁਹਾਡੇ ਚਾਂਸਸ ਮਿਲਣ ਦੇ ਜਾਂ ਲਾਈਫ ਨਿਭਾਉਣ ਦੇ ਬਹੁਤ ਜ਼ਿਆਦਾ ਘੱਟ ਹੋਣਗੇ। ਅਤੇ ਆਈ ਥਿੰਕ ਇਹ ਪ੍ਰਤੀਕ ਇੱਕ ਲੋ ਸੈਲਫ ਸਟੀਮ ਦਾ, ਜਦੋਂ ਤੁਸੀਂ ਹੁੱਕਅਪ ਜ਼ਿਆਦਾ ਕਰਦੇ ਹੋ ਜੀ, ਜ਼ਿਆਦਾ ਤੁਹਾਡੇ ਕੋਲ ਸੈਕਸ਼ੁਅਲ ਪਾਰਟਨਰ ਹੋਣ, ਕਿਉਂਕਿ ਹੁਣ ਤੁਹਾਡੀ ਸੈਲਫ ਸਟੀਮ ਇੰਨੀ ਲੋ ਹੈ ਕਿ ਯੂ ਹੈਵ ਟੂ ਹੈਵ ਅ ਸੈਕਸ਼ੁਅਲ ਪਾਰਟਨਰ ਕਿ ਉਹ ਡੋਪਾਮਾਈਨ ਤੁਹਾਨੂੰ ਰਸ਼ ਮਿਲੇ ਨਾ, ਅਤੇ ਤੁਸੀਂ ਆਪਣੇ ਆਪ ਬਾਰੇ ਵਧੀਆ ਫੀਲ ਕਰੋ। ਅਤੇ ਇੱਕ ਪੀਅਰ ਪ੍ਰੈਸ਼ਰ ਮੈਂ ਕਹਿ ਲਵਾਂ, ਕਿਉਂਕਿ ਮੁੰਡਿਆਂ ਦੇ ਵਿੱਚ ਸ਼ੁਰੂ 'ਚ ਨਾ ਇਹ ਪੰਜਾਬ ਦੇ ਵਿੱਚ ਮੈਂ ਰੀਅਲਾਈਜ਼ ਕੀਤਾ ਸੀ ਕਿ ਜਦੋਂ ਤੁਸੀਂ ਘਿਰੇ ਹੁੰਦੇ ਹੋ ਨਾ ਕਾਫੀ ਤੁਹਾਡੇ ਕਜ਼ਨਸ ਭਰਾਵਾਂ ਨਾਲ ਜਾਂ ਤੁਹਾਡੇ ਫਰੈਂਡਸ ਨਾਲ, ਇਹ ਚੀਜ਼ ਬੜੀ ਇਨਕਰੇਜ ਕੀਤੀ ਜਾਂਦੀ ਹੈ ਕਿ ਮਲਟੀਪਲ ਸਹੇਲੀਆਂ ਤੁਹਾਡੀਆਂ ਹੋਣੀਆਂ ਚਾਹੀਦੀਆਂ ਨੇ, ਜਾਂ ਹੁੱਕਅਪ ਕਲਚਰ ਨੂੰ ਬੜਾ, ਚਲੋ ਉੱਥੇ ਤਾਂ ਹੁੱਕਅਪ ਆਪਾਂ ਚੀਜ਼ ਨਹੀਂ ਵਰਤਦੇ, ਬਟ ਇਹ ਚੀਜ਼ ਬੜੀ ਜ਼ਿਆਦਾ ਪ੍ਰਮੋਟ ਹੁੰਦੀ ਹੈ ਅਗਰ ਤੁਸੀਂ ਮੇਲਸ ਦੇ ਵਿੱਚ ਦੇਖੋ ਤੇ ਇਹਨੂੰ ਇੱਕ ਵਧੀਆ ਚੀਜ਼ ਮੰਨੀ ਜਾਂਦੀ ਹੈ ਕਿ ਜਿੰਨੀਆਂ ਜ਼ਿਆਦਾ ਕੁੜੀਆਂ ਦੇ ਨਾਲ ਤੁਹਾਡੇ ਕਨੈਕਸ਼ਨਸ ਹੋਣ, ਭਾਵੇਂ ਤੁਸੀਂ ਗੱਲਬਾਤ ਵੀ ਕਰਨ ਦੇ ਹੋ ਨਾ, ਇੱਕ ਵਧੀਆ ਚੀਜ਼ ਮੰਨੀ ਜਾਂਦੀ ਹੈ। ਬਟ ਉਹ ਤੁਹਾਡੀ ਸਾਈਕੀ ਆਈ ਫੀਲ ਇਨ ਲੌਂਗ ਟਰਮ ਉਹ ਬਹੁਤ ਜ਼ਿਆਦਾ ਡੈਮੇਜ ਕਰਦੀ ਹੈ। ਤੁਸੀਂ ਰਿਲੇਸ਼ਨਸ਼ਿਪ ਸਸਟੇਨ ਫਿਊਚਰ ਦੇ ਵਿੱਚ ਨਹੀਂ ਕਰ ਸਕਦੇ, ਤੁਸੀਂ ਹਮੇਸ਼ਾ ਸਟਰਗਲ ਕਰਦੇ ਹੋ। ਅਤੇ ਮੈਂ ਨਾ ਇੱਕ, ਚਲੋ ਮੈਂ ਇਰੈਲੇਵੈਂਟ ਹੈ ਜਾਂ ਨਹੀਂ, ਮੈਂ ਕ੍ਰਿਸ ਰੌਕ ਦਾ ਇੱਕ ਨਵਾਂ ਸਪੈਸ਼ਲ ਆਇਆ ਨੈਟਫਲਿਕਸ ਦਾ, ਉਹ ਸੁਣਦਾ ਪਿਆ ਸੀ। ਉਹ ਕਹਿੰਦਾ ਮੈਂ ਹੁਣ ਇੱਦਾਂ ਦੀ ਏਜ 'ਤੇ ਹਾਂ ਕਿ ਆਈ ਵੁੱਡ ਰਾਦਰ ਹੈਵ somebody hold my hand then suck my dick, you know ਕਿ ਇੱਦਾਂ ਦੀ ਲਾਈਫ ਦੇ ਵਿੱਚ ਬੰਦਾ ਕਦੀ ਨਾ ਕਦੀ ਆ ਜਾਂਦਾ ਕਿਤੇ ਜਿੱਥੇ ਸੈਕਸ਼ੁਅਲ ਪਲੈਜ਼ਰ ਇੰਨਾ ਸਹੀ ਨਹੀਂ ਲੱਗਦਾ, ਉੱਥੇ ਇੰਟੀਮੇਸੀ ਨੂੰ ਬੰਦਾ ਲੱਭਦਾ ਕਿ ਮੇਰਾ ਹੱਥ ਫੜਨ ਵਾਲਾ ਕੋਈ ਹੋਵੇ। ਅਤੇ ਆਈ ਥਿੰਕ ਮਾਡਰਨ ਟਾਈਮ ਦੇ ਵਿੱਚ ਜਦੋਂ ਤੁਸੀਂ ਬਹੁਤ ਜ਼ਿਆਦਾ ਹੁੱਕਅਪਸ ਦੇ ਥਰੂ ਜਾਂਦੇ ਹੋ, ਫਿਰ ਤੁਹਾਡੇ ਲਈ ਇੰਟੀਮੇਸੀ ਕਿਸੇ ਦੇ ਨਾਲ ਫੋਰਮ ਕਰਨਾ ਬਹੁਤ ਔਖਾ ਹੋ ਜਾਂਦਾ। ਅਤੇ ਆਈ ਥਿੰਕ ਅਗਰ ਕੋਈ ਤੁਹਾਡਾ ਹੱਥ ਫੜਨ ਵਾਲਾ ਹੈ, ਕਿਉਂਕਿ ਮੈਂ ਪਰਸਨਲੀ ਇਹ ਮੈਂ ਚਾਹੁੰਦਾ ਵਾਂ ਕਿ ਆਈ ਵੁੱਡ ਰਾਦਰ ਹੋਲਡ ਸਮਬਡੀਜ਼ ਹੈਂਡ ਨਾ, ਕਿ ਉਹ ਇੰਟੀਮੇਸੀ ਦਾ ਲੈਵਲ ਮੇਰੇ ਲਈ ਬਹੁਤ ਜ਼ਿਆਦਾ ਸਪੈਸ਼ਲ ਹੈ। ਅਤੇ ਬਾਕੀ ਤੁਸੀਂ ਗੱਲ ਕੀਤੀ ਹਾਰਟ ਬ੍ਰੇਕ ਦੀ, ਚੀਟਿੰਗ ਦੀ, ਉਹ ਕਿਤੇ ਨਾ ਕਿਤੇ ਜੈਨੂਇਨ ਹੈ ਕਿ ਲੋਕੀ ਹਮੇਸ਼ਾ ਸੋਚਦੇ ਨੇ ਕਿ ਯਾਰ ਮੇਰੇ ਨਾਲ ਇੱਕ ਚੀਟਿੰਗ ਹੋ ਗਈ ਤਾਂ, ਅਤੇ ਉੱਥੇ ਮੈਂ ਫਿਰ ਚੀਜ਼ ਇਹੀ ਦੁਹਰਾਵਾਂਗਾ ਕਿ ਮਲਟੀਪਲ ਸੈਕਸ਼ੁਅਲ ਪਾਰਟਨਰਸ ਫੋਰ ਐਗਜ਼ਾਮਪਲ, ਜਾਂ ਮਲਟੀਪਲ ਰਿਲੇਸ਼ਨਸ਼ਿਪ, ਜਿੱਦਾਂ ਤੁਹਾਡੇ ਰਿਲੇਸ਼ਨਸ਼ਿਪ ਦੇ ਨੰਬਰ ਵਧਣਗੇ, ਤੁਹਾਡੇ ਚਾਂਸਸ ਜੈਨੂਇਨ ਰਿਲੇਸ਼ਨਸ਼ਿਪ ਨੂੰ ਐਸਟੈਬਲਿਸ਼ ਜਾਂ ਸਸਟੇਨ ਕਰਨ ਦੇ ਘਟਣਗੇ। ਕਿਉਂਕਿ ਹਰੇਕ ਰਿਲੇਸ਼ਨਸ਼ਿਪ ਤੁਹਾਡਾ ਐਂਡ ਹੁੰਦਾ, ਜਾਂ ਤਾਂ ਬਿਟਰੇਲ ਹੋਏਗੀ, ਜਾਂ ਉਹਦੇ ਵਿੱਚ ਚੀਟਿੰਗ ਹੋਏਗੀ, ਅਤੇ ਜਾਂ ਉਹਦੇ ਵਿੱਚ ਹਾਰਟ ਬ੍ਰੇਕ ਹੋਏਗਾ। ਅਤੇ ਉਸ ਤੋਂ ਬਾਅਦ ਇੱਕ ਨਵਾਂ ਰਿਲੇਸ਼ਨਸ਼ਿਪ ਸ਼ੁਰੂ ਕਰਨਾ, ਤੁਸੀਂ ਹਰੇਕ ਚੀਜ਼ ਰੈੱਡ ਫਲੈਗ ਤੁਹਾਨੂੰ ਲੱਗਣ ਲੱਗ ਪੈਂਦੀ ਹੈ, ਹਰੇਕ ਚੀਜ਼ ਤੁਹਾਨੂੰ ਗ੍ਰੇ ਲੱਗਣ ਲੱਗ ਪੈਂਦੀ, ਕੁਛ ਵੀ ਬਲੈਕ ਐਂਡ ਵਾਈਟ ਨਹੀਂ ਰਹਿੰਦਾ ਤੁਹਾਡੀ ਰਿਲੇਸ਼ਨਸ਼ਿਪ ਦੇ ਵਿੱਚ। ਅਤੇ ਚੀਟਿੰਗ ਇੱਕ ਇੱਦਾਂ ਦੀ ਚੀਜ਼ ਹੈ ਕਿ ਹੁਣ ਦੇਖੋ, ਜਦੋਂ ਤੁਹਾਡਾ ਪਾਰਟਨਰ ਤੁਹਾਡੇ 'ਤੇ ਚੀਟ ਕਰਦਾ, ਹੁਣ ਪਹਿਲਾ ਕੁਐਸਚਨ ਹੁੰਦਾ ਕਿ ਯਾਰ ਤੁਹਾਡੇ ਪਾਰਟਨਰ ਨੇ ਤੁਹਾਡੇ 'ਤੇ ਚੀਟ ਕੀਤਾ, ਜੋ ਵੀ ਫੋਰਮ, ਜੋ ਵੀ ਇੱਕ ਪਰਸਨੈਲਿਟੀ ਜਾਂ ਪਿਕਚਰ ਤੁਹਾਡੇ ਦਿਮਾਗ ਦੇ ਵਿੱਚ ਸੀ ਤੁਹਾਡੇ ਪਾਰਟਨਰ ਬਾਰੇ, ਉਹ ਹਰੇਕ ਚੀਜ਼ ਕੁਐਸਚਨ ਦੇ ਵਿੱਚ ਆ ਜਾਂਦੀ ਹੈ ਕਿ ਇਹ ਬੰਦੇ ਨੂੰ ਮੈਂ ਕਿੱਦਾਂ ਦੇਖਿਆ ਸੀ ਅਤੇ ਇਹ ਬੰਦਾ ਕੀ ਨਿਕਲਿਆ, ਹਰੇਕ ਚੀਜ਼ ਕੁਐਸਚਨ ਮਾਰਕ ਬਣ ਗਈ। ਉਹ ਨੰਬਰ 1। ਦੂਜੀ ਚੀਜ਼, ਤੁਸੀਂ ਆਪਣੇ ਆਪ ਨੂੰ ਕੁਐਸਚਨ ਕਰਨਾ ਸ਼ੁਰੂ ਕਰ ਦਿੰਦੇ ਹੋ ਕਿ ਯਾਰ ਇੰਨਾ ਟਾਈਮ ਇਹ ਬੰਦੇ ਦੇ ਨਾਲ ਜਾਂ ਬੰਦੀ ਦੇ ਨਾਲ ਰਿਹਾ ਵਾਂ ਕਿ ਮੈਂ ਹੀ ਇਹਨੂੰ ਨਹੀਂ ਸਮਝ ਪਾਇਆ ਕਿ ਮੇਰੇ 'ਚ ਵੀ ਫਾਲਟ ਹੋ ਸਕਦਾ। ਅਤੇ ਇੱਕ ਸੈਲਫ ਸਟੀਮ ਬੰਦੇ ਦੀ ਬਹੁਤ ਜ਼ਿਆਦਾ ਲੋ ਹੋ ਜਾਂਦੀ ਚੀਟਿੰਗ ਦੇ ਵਿੱਚ, ਅਤੇ ਇੱਕ ਵੋਇਡ ਕ੍ਰੀਏਟ ਹੋ ਜਾਂਦਾ, ਇੱਕ ਗੈਪ ਕ੍ਰੀਏਟ ਹੋ ਜਾਂਦਾ ਤੁਹਾਡੇ ਸੀਨੇ ਦੇ ਵਿੱਚ, ਯੂ ਕੈਨ ਐਕਚੁਅਲੀ ਫੀਲ ਇਟ। ਅਤੇ ਤੀਜੀ ਚੀਜ਼, ਜੋ ਹਰੇਕ ਚੀਜ਼ ਸ਼ੈਟਰ ਹੁੰਦੀ ਹੈ, ਉਹ ਏ ਜੋ ਤੁਸੀਂ ਪਲਾਨ ਬਣਾਏ ਹੋਏ ਸੀ ਆਪਣੇ ਪਾਰਟਨਰ ਦੇ ਨਾਲ, ਜਾਂ ਜੋ ਤੁਹਾਡੀ ਪਲੈਨਿੰਗ ਸੀ ਫਿਊਚਰ ਦੇ ਵਿੱਚ ਇਹ ਕਰਾਂਗੇ, ਉਹ ਸਾਰੀ ਕਨੈਕਟਡ ਸੀ ਤੁਹਾਡੇ ਪਾਰਟਨਰ ਦੇ ਥਰੂ ਹੀ, ਤੁਹਾਡੀ ਵਾਈਫ ਜਾਂ ਹਸਬੈਂਡ ਦੇ ਥਰੂ ਹੀ। ਜੋ ਚੀਟਿੰਗ ਜਾਂ ਹਾਰਟ ਬ੍ਰੇਕ ਹੁੰਦਾ, ਉਹ ਵੀ ਸਾਰੇ ਸ਼ੈਟਰ ਹੋ ਜਾਂਦੇ ਨੇ। ਅਤੇ ਸਿਰਫ ਇੱਕ ਡਾਇਮੈਂਸ਼ਨ ਦੇ ਵਿੱਚ ਤੁਸੀਂ ਸਟਰਗਲ ਨਹੀਂ ਕਰਦੇ, ਤੁਸੀਂ ਬੜੀਆਂ ਡਾਇਮੈਂਸ਼ਨਾਂ ਦੇ ਵਿੱਚ ਸਟਰਗਲ ਕਰਦੇ ਹੋ। ਅਤੇ ਆਈ ਥਿੰਕ ਉਹ ਜੋ ਪੇਨ ਹੁੰਦਾ ਨਾ, ਇਟਸ ਰੀਅਲੀ ਹਾਰਡ। ਇੱਕ ਵਾਰੀ ਤੁਹਾਨੂੰ ਮਿਲੇ ਤਾਂ ਦੂਜੀ ਵਾਰੀ ਤੁਹਾਡੇ ਲਈ ਟਰਸਟ ਕਰਨਾ ਬਹੁਤ ਔਖਾ ਹੁੰਦਾ ਕਿਸੇ ਵੀ ਬੰਦੇ ਦੇ ਉੱਤੇ, ਭਾਵੇਂ ਉਹ ਕੁੜੀ ਹੋਵੇ ਜਾਂ ਮੁੰਡਾ, ਤੁਹਾਡਾ ਗਾਰਡ ਹਮੇਸ਼ਾ ਹੀ ਅਪ ਰਹਿੰਦਾ। ਅਤੇ ਹੁਣ
31 ਦੇ ਵਿੱਚ ਭਾਵੇਂ ਜਿੰਨੀਆਂ ਵੀ ਪਹਿਲੋਂ ਮੈਂ ਪਾਸ ਦੇ ਵਿੱਚ ਡੇਟਸ 'ਚ ਗਿਆ ਵਾਂ ਜਾਂ ਰਿਲੇਸ਼ਨਸ਼ਿਪ ਦੇ ਵਿੱਚ ਗਿਆ ਵਾਂ, ਹੁਣ ਮੇਰਾ ਗਾਰਡ ਹਮੇਸ਼ਾ ਹੀ ਅਪ ਰਹਿੰਦਾ, ਠੀਕ ਹੈ। ਮੇਰੇ ਲਈ ਆਈ ਫੀਲ ਕਿ ਮੇਰੇ ਲਈ ਵੀ ਕਦੀ ਕਦੀ ਕਿਸੇ ਨਾਲ ਕਨੈਕਟ ਕਰਨਾ ਮੈਂ ਬਹੁਤ ਜ਼ਿਆਦਾ ਸਟਰਗਲ ਕਰਦਾ ਵਾਂ, ਅਤੇ ਹਮੇਸ਼ਾ ਮੈਂ ਰੈੱਡ ਫਲੈਗ ਦੀ ਭਾਲ ਦੇ ਵਿੱਚ ਰਹਿੰਦਾ ਵਾਂ। ਹਮੇਸ਼ਾ ਮੈਂ ਕਿਸੇ ਨੂੰ ਵੀ ਇੱਦਾਂ ਡਾਊਟਫੁਲ ਨਿਗਾਹ ਨਾਲ ਦੇਖਦਾ ਨਾ ਅਤੇ ਹਾਂ, ਇਹ ਚੀਜ਼ ਲੋਕੀ ਬਹੁਤ ਡਰਦੇ ਨੇ ਚੀਟਿੰਗ ਦੇ ਵਿੱਚੋਂ। ਅਤੇ ਇੱਕ ਸਾਈਡ ਹੋ ਦੀ ਤੁਸੀਂ ਗੱਲ ਕੀਤੀ, ਉਹਦੇ ਨਾਲ ਮੈਂ ਇੰਨਾ ਜ਼ਿਆਦਾ ਐਗਰੀ ਨਹੀਂ ਕਰਾਂਗਾ ਕਿ ਮੁੰਡੇ ਦੀ ਇੱਕ ਮੇਨ ਹੁੰਦੀ ਹੈ ਅਤੇ ਬਾਕੀ ਹੋਰ ਵੀ ਬਹੁਤ ਉਹਦੀਆਂ ਹੁੰਦੀਆਂ। ਹੁਣ ਜਦੋਂ ਟੀਨਏਜਰ ਹੁੰਦੇ ਹੋ ਤੁਸੀਂ ਨਾ ਬਚਪਨ ਦੇ ਵਿੱਚ, ਉਦੋਂ ਤੁਸੀਂ ਇਹ ਚੀਜ਼ ਟਰਾਈ ਜ਼ਰੂਰ ਕਰਦੇ ਹੋ ਕਿ ਤੁਹਾਡੇ ਕੋਲ ਮਲਟੀਪਲ ਹੋਣ ਕੁੜੀਆਂ, ਬਟ ਅਗਰ ਜਦੋਂ ਤੁਸੀਂ ਉਹ ਇੱਕ ਮੈਨਹੁੱਡ 'ਚ ਆ ਜਾਂਦੇ ਹੋ ਨਾ, ਵੰਸ ਯੂ ਆਰ ਏ ਰੀਅਲ ਮੈਨ ਨਾ, ਅਤੇ ਤੁਹਾਡੀ ਆਈ ਡੋਂਟ ਥਿੰਕ ਇਹ ਇੰਟੈਂਸ਼ਨ ਰਹਿੰਦੀ ਹੈ। ਹੁਣ ਮਲਟੀਪਲ ਕੁੜੀਆਂ ਨੂੰ ਜਗਲ ਕਰਨਾ ਇਟਸ ਏ ਫੁੱਲ ਟਾਈਮ ਜੋਬ, ਠੀਕ ਹੈ। ਅਤੇ ਉਹ ਬੰਦਾ ਜੋ ਮਲਟੀਪਲ ਕੁੜੀਆਂ ਨੂੰ ਜਗਲ ਅਪ ਕਰਦਾ ਜਾਂ ਇੱਧਰ ਉੱਧਰ ਕਰਦਾ, ਉਹ ਬੰਦਾ ਕਦੇ ਵੀ ਸਕਸੈਸਫੁਲ ਨਹੀਂ ਹੋ ਸਕਦਾ, ਕਿਉਂਕਿ ਉਹਦੇ ਵਾਸਤੇ ਟਾਈਮ ਹੈ ਹੀ ਨਹੀਂ ਆਪਣੇ ਉੱਤੇ ਸਪੈਂਡ ਕਰਨ ਦਾ। ਉਹ ਹਮੇਸ਼ਾ ਕੁੜੀਆਂ ਨੂੰ ਹੀ ਦੇਖਦਾ ਰਹਿੰਦਾ ਕਿ ਅੱਛਾ ਇੱਕ ਜਾਏਗੀ, ਇੱਕ ਨਾਲ ਗੱਲ ਕਰਾਂਗਾ, ਫਿਰ ਦੂਜੀ ਨਾਲ ਕਦੋਂ ਗੱਲ ਕਰਾਂਗਾ। ਉਹ ਬੰਦਾ ਹਮੇਸ਼ਾ ਨਾਕਾਮਯਾਬ ਲਾਈਫ ਦੇ ਵਿੱਚ ਹੀ ਰਹੇਗਾ। ਹੁਣ ਮੈਂ ਬਹੁਤ ਜਨਤਾ ਜਾਣਦਾ ਵਾਂ ਜੋ ਪਿੰਡ ਦੇ ਵਿੱਚ ਜੋ ਮੁੰਡੇ ਆਪਾਂ ਸੁਣਦੇ ਹਾਂ ਕਿ ਉਹਨਾਂ ਕਿੰਨੀਆਂ ਕੁੜੀਆਂ ਸੈੱਟ ਨੇ, ਬਟ ਉਹ ਓਵਰਆਲ 5 ਜਾਂ 10 ਸਾਲ ਬਾਅਦ ਉਹ ਲਾਈਫ ਦੇ ਵਿੱਚ ਫੇਲ ਹੁੰਦੇ ਹੀ ਨੇ, ਕਿਉਂਕਿ ਉਹਨਾਂ ਕੋਲ ਟਾਈਮ ਹੀ ਨਹੀਂ ਸੀ ਆਪਣੇ ਵਾਸਤੇ, ਉਹਨਾਂ ਨੇ ਕੋਈ ਬੇਸ ਕ੍ਰੀਏਟ ਹੀ ਨਹੀਂ ਕੀਤਾ ਆਪਣੇ ਵਾਸਤੇ, ਠੀਕ ਹੈ। ਅਤੇ ਮੈਂ ਤਾਂ ਸੋਚਦਾ ਹੁੰਦਾ ਕਿ ਯਾਰ ਇੱਕ ਨੂੰ ਹੀ ਤੁਸੀਂ ਹੈਂਡਲ ਕਰ ਲਓ, ਇਟਸ ਏ ਬਿਗ ਡੀਲ ਨਾ। ਵੰਸ ਯੂ ਹੈਵ ਜੈਨੂਅਨ ਰਿਲੇਸ਼ਨਸ਼ਿਪ ਨਾ, ਉਹਦੇ ਨਾਲ ਹੀ ਤੁਸੀਂ ਕੰਮ ਕਰੋ, ਉਹਦੇ ਨਾਲ ਹੀ ਟਾਈਮ ਸਪੈਂਡ ਕਰਨਾ ਇੱਕ ਵੈਸਟ ਦੇ ਵਿੱਚ ਮੈਂ ਕਹਿ ਲਵਾਂ ਇੱਕ ਸਟਰਗਲ ਹੋ ਜਾਂਦੀ ਹੈ, ਠੀਕ ਹੈ। ਮਲਟੀਪਲ ਕੁੜੀਆਂ, ਇੱਕ ਜੋ ਮੈਨ ਹੁੰਦਾ ਉਹ ਮਲਟੀਪਲ ਕੁੜੀਆਂ ਨਹੀਂ ਰੱਖਦਾ ਜਾਂ ਸਾਈਡ ਹੋ ਨਹੀਂ ਰੱਖਦਾ, ਉਹ ਸ਼ਾਇਦ ਬੱਚਿਆਂ ਦੇ ਵਿੱਚ ਇੱਕ ਟਰੈਂਡ ਹੋਏਗਾ ਜਾਂ ਟੀਨਏਜਰ ਦੇ ਵਿੱਚ ਇਹ ਚੀਜ਼ ਹੋ ਸਕਦੀ ਹੈ, ਬਟ ਨਾਟ ਰੀਅਲ ਮੈਨ। ਅਤੇ ਬਾਕੀ ਹਾਈ ਐਕਸਪੈਕਟੇਸ਼ਨਸ ਦੀ ਤੁਸੀਂ ਗੱਲ ਕੀਤੀ, ਅਗਰ ਦੇਖੋ ਤੁਸੀਂ ਆਪਣੇ ਆਪ 'ਤੇ ਕੰਮ ਕੀਤਾ ਨਾ, ਆਈ ਥਿੰਕ 5-10 ਮਿੰਟ ਪਹਿਲਾਂ ਮੈਂ ਗੱਲ ਕਰਦਾ ਪਿਆ ਕਿ ਅਗਰ ਤੁਹਾਡੇ ਸਟੈਂਡਰਡਸ ਆਪਣੇ ਨਾ, ਤਾਂ ਤੁਸੀਂ ਭਾਲ ਸਕਦੇ ਹੋ ਕਿ ਤੁਹਾਡੇ ਪਾਰਟਨਰ ਦੇ ਸਟੈਂਡਰਡਸ ਵੀ ਅਪ ਹੋਣ, ਠੀਕ ਹੈ। ਹੁਣ ਇਮੈਜਿਨ ਕਰੋ ਤੁਸੀਂ ਵੀ ਅਲਫਾ ਆਏ ਅਤੇ ਤੁਹਾਡਾ ਪਾਰਟਨਰ ਵੀ ਅਲਫਾ ਹੋਏ, ਅਤੇ ਤੁਹਾਡੇ ਬੱਚੇ ਕਿੰਨੇ ਸਮਾਰਟ ਹੋਣਗੇ, ਜਾਂ ਬੱਚਿਆਂ ਦੇ ਵਿੱਚ ਉਹ ਟੌਪ ਦਾ ਜੀਨ ਹੋਏਗਾ, ਜਿਹਦਾ ਮੈਂ ਪ੍ਰਪੋਨੈਂਟ ਹਾਂ, ਜੋ ਮੈਂ ਅਗਰੀ ਕਰਦਾ ਕਿ ਇੱਦਾਂ ਹੀ ਹੋਣਾ ਚਾਹੀਦਾ। ਇੱਕ ਅਲਫਾ ਨੂੰ ਅਲਫਾ ਦੇ ਨਾਲ ਹੀ ਮੇਟ ਕਰਨਾ ਚਾਹੀਦਾ, ਠੀਕ ਹੈ। ਆਪਾਂ ਨੂੰ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ। ਬਟ ਬਹੁਤ ਲੋਕ ਮੈਂ ਦੇਖੇ ਨੇ ਕਿ ਦੇ ਆਰ ਫੈਟ ਐਜ਼ ਫੱਕ, ਠੀਕ ਹੈ। ਕੁੜੀਆਂ ਵੀ ਕਹਿੰਦੀਆਂ ਨੇ ਕਿ ਮੁੰਡਾ ਜੋ ਮੈਨੂੰ ਪਿਆਰ ਕਰੇ ਨਾ, ਉਹ ਉਹੀ ਪਿਆਰ ਕਰੇ ਕਿ ਜੋ ਮੇਰੀ ਬੋਡੀ ਨੂੰ ਨਾ ਦੇਖੇ, ਮੇਰੇ ਦਿਲ ਨੂੰ ਦੇਖੇ, ਠੀਕ ਹੈ। ਮੈਂ ਕਿਹਾ ਓਕੇ, ਅਤੇ ਤੁਹਾਨੂੰ ਕਿੱਦਾਂ ਦਾ ਮੁੰਡਾ ਚਾਹੀਦਾ? ਕਿ ਮੁੰਡਾ ਸੋਹਣਾ ਸੁਨੱਖਾ, ਟੌਲ, ਡਾਰਕ ਐਂਡ ਹੈਂਡਸਮ। ਮੈਂ ਕਿਹਾ ਤੂੰ ਆਪਣੇ ਵੱਲ 'ਤੇ ਦੇਖ ਪਹਿਲਾਂ, ਠੀਕ ਹੈ। ਉੱਥੇ ਆਪਾਂ ਕਹਿ ਸਕਦੇ ਕਿ ਹਾਈ ਐਕਸਪੈਕਟੇਸ਼ਨਸ ਬਹੁਤ ਹੋ ਜਾਂਦੀਆਂ ਜਦੋਂ ਤੁਸੀਂ ਆਪਣੇ 'ਤੇ ਕੰਮ ਨਹੀਂ ਕਰਨਾ। ਆਪ ਉੱਠਣਾ ਤੁਸੀਂ 11-12 ਵਜੇ ਵੇ, ਪੀਜ਼ਾ ਖਾ ਕੇ ਤੁਸੀਂ ਸੌ ਜਾਣਾ, ਅਤੇ ਮੁੰਡਾ ਤੁਸੀਂ ਭਾਲਦੇ ਟੌਮ ਕਰੂਜ਼। ਉੱਥੇ ਮੈਂ ਮੰਨਦਾ ਵਾਂ ਕਿ ਇਹ ਗੱਲ ਲਾਗੂ ਹੁੰਦੀ ਹੈ, ਬਟ ਅਗਰ ਤੁਹਾਡੇ ਸਟੈਂਡਰਡਸ ਹਾਈ ਨੇ ਅਤੇ ਤੁਸੀਂ ਵੀ ਯੂ ਡੋਂਟ ਹੈਵ ਟੂ ਕੰਪਰੋਮਾਈਜ਼ ਮੈਨ, ਠੀਕ ਹੈ। ਅਤੇ ਹੁਣ ਮੈਂ ਉਹੀ ਪਹਿਲੀ ਜੋ ਮੈਸੇਜ ਕੀਤਾ ਉਹਦੇ ਵਿੱਚ ਮੈਂ ਵੀ ਹੁਣ ਕੰਟਰੀਬਿਊਟ ਕਰਤਾ ਕਿ ਸਟੈਂਡਰਡ ਸਾਰਿਆਂ ਦੇ ਅਪ ਹੋਣੇ ਚਾਹੀਦੇ ਨੇ, ਅਤੇ ਇੱਥੇ ਵੀ ਅਗਰ ਕੋਈ ਸੁਣੇਗਾ ਉਹਦੇ ਡੇਟਿੰਗ ਕਰਨ ਦੇ ਚਾਂਸ ਵੀ ਥੋੜ੍ਹੇ ਜਿਹੇ ਸ਼ਰਿੰਕ ਹੋ ਜਾਣਗੇ, ਅਤੇ ਆਮ ਸੌਰੀ ਫॉर दैट। ਮੈਰਿਜ ਕਰਾਉਣ ਲਈ ਸਭ ਤੋਂ ਬੈਸਟ ਏਜ ਮਤਲਬ ਤੁਸੀਂ ਆਪਸ਼ਨ ਦਿੱਤੇ ਆ ਵੀ ਹਾਂ 20 ਜਾਂ 30s ਹੈ ਨਾ, ਤਾਂ ਮੈਂ ਕਹਿੰਦਾ ਵੀ ਨੀਅਰਲੀ 30s ਦੇ ਲਾਗੇ, 27-28 ਦੇ ਲਾਗੇ ਛਾਗੇ ਹੈ ਨਾ, ਕਿਉਂਕਿ 20s 'ਚ ਤਾਂ ਬਹੁਤ ਜ਼ਿਆਦਾ ਅਰਲੀ ਹੋ ਜਾਂਦਾ। ਉਦੋਂ ਨਾ ਬੰਦਾ ਵੀ ਹਾਂ ਆਪਣੇ ਜਵਾਨੀ ਦੀ ਉਮਰ 'ਚੋਂ ਲੰਘ ਕੇ ਥੋੜ੍ਹਾ ਸਿਆਣਾ ਹੋਣਾ ਸ਼ੁਰੂ ਹੁੰਦਾ ਹੈ ਨਾ, ਜਿਸ ਤਰ੍ਹਾਂ ਟੀਨਏਜ 'ਚੋਂ ਬਾਹਰ ਆਉਂਦਾ ਆ, ਅਤੇ ਥੋੜ੍ਹਾ ਸਿਆਣਾ ਹੋਣਾ ਸ਼ੁਰੂ ਹੁੰਦਾ, ਅਤੇ ਥੋੜ੍ਹਾ ਉਹਨੂੰ ਐਕਸਪੀਰੀਅੰਸ ਹਜੇ ਗੇਨ ਕਰਨਾ ਸ਼ੁਰੂ ਹੁੰਦਾ, ਦੁਨੀਆ ਕੰਮ ਕਿਸ ਤਰ੍ਹਾਂ ਕਰਦੀ ਆ ਹੈ ਨਾ। ਵੀ ਜਿਸ ਤਰ੍ਹਾਂ ਇੰਡੀਆ 'ਚ ਮੰਨ ਲਓ ਵੀ ਹਾਂ 18 ਸਾਲ ਤੱਕ ਬੰਦਾ ਐਸ਼ ਹੀ ਕਰਦਾ ਘਰਦਿਆਂ ਦੇ ਸਿਰ 'ਤੇ ਹੈ ਨਾ, 18 ਤੋਂ ਬਾਅਦ ਵੀ ਕਰਦਾ, ਮੈਂ ਤਾਂ ਕਹਿੰਦਾ 20-21 ਸਾਲ ਤੱਕ ਐਸ਼ ਹੀ ਕਰਦਾ ਘਰਦਿਆਂ ਦੇ ਸਿਰ 'ਤੇ ਹੈ ਨਾ। ਉਹ ਤੋਂ ਬਾਅਦ ਥੋੜ੍ਹਾ ਜਿਹਾ ਜਦੋਂ ਦੁਨੀਆ 'ਚ ਵਿਚਰਦਾ ਉਹਨੂੰ ਪਤਾ ਲੱਗਦਾ ਲੋਕਾਂ ਦਾ, ਉਹਨਾਂ ਦੀ ਮੈਂਟੈਲਿਟੀ ਦਾ ਵੀ ਹਾਂ। ਅਤੇ ਦੂਜਾ ਕੁਐਸਚਨ ਭਾਈ ਤੁਸੀਂ ਪੁੱਛਿਆ ਵੀ ਹਾਂ ਅੱਜ ਕੱਲ੍ਹ ਦੇ ਨੌਜਵਾਨ ਪਰਹੇਜ਼ ਕਰਦੇ ਪਏ ਵਿਆਹ ਤੋਂ, ਇਹਦਾ ਆਨਸਰ ਤਾਂ ਸਿੱਧੇ ਸ਼ਬਦਾਂ 'ਚ ਹੈਗਾ ਨਹੀਂ ਭਾਅ ਜੀ। ਅੱਜ ਕੱਲ੍ਹ ਹਰ ਦੂਜੇ ਮੁੰਡੇ ਦੀ ਜਾਂ ਕੁੜੀ ਦੀ ਮੈਂਟੈਲਿਟੀ ਇਹੋ ਹੀ ਆ ਵੀ ਹਾਂ
ਤੇ ਇੱਕ ਤੁਸੀਂ ਅਸਰ ਇਹਦਾ ਕਹਿ ਵੀ ਸਕਦੇ ਵੀ ਹਾਂ ਸੋਸ਼ਲ ਨੈਟਵਰਕਿੰਗ ਸਾਈਡ ਦਾ ਵੀ ਹਾਂ ਜਿਸ ਤਰ੍ਹਾਂ ਸਭ ਕੁਝ ਖੁੱਲ੍ਹਾ ਹੋ ਗਿਆ ਹੈ ਨਾ ਅੱਜ ਕੱਲ੍ਹ। ਤੁਹਾਨੂੰ ਪਤਾ ਵਾ ਵੀ ਹਾਂ ਨੀਅਰਲੀ 90s 20 ਦੇ ਲਾਗੇ ਛਾਗੇ ਲੋਕ ਵਿਆਹ ਕਰਾ ਕੇ ਚੈਨਲ ਬਣਾਏ ਆਪਣੇ ਇਸ ਤਰ੍ਹਾਂ ਨਹੀਂ ਮਿਸਟਰ ਐਂਡ ਮਿਸਿਸ ਇਸ ਤਰ੍ਹਾਂ ਕਰਕੇ ਹੈ ਨਾ। ਅਤੇ ਉਹ ਸਾਰਿਆਂ ਦੀ ਉਮਰ ਮਤਲਬ 20 ਇਨ ਦ 20s ਦੇ ਲਾਗੇ ਛਾਗੇ ਹੈ ਨਾ। ਅਤੇ ਮੈਂਟੈਲਿਟੀ ਉਹ ਆ ਵੀ ਹਾਂ ਵੀ ਹੁਣ ਲੋਕ ਉਹਨਾਂ ਨੂੰ ਦੇਖਦੇ ਆ ਅਤੇ ਹਾਂ ਸਾਰਿਆਂ ਦੀ ਮੈਂਟੈਲਿਟੀ ਇਹੋ ਹੀ ਆ ਵੀ ਹਾਂ ਜਲਦੀ ਜਲਦੀ ਵਿਆਹ ਕਰਾ ਲਈਏ ਅਤੇ ਇੱਕ ਦੂਜੇ ਦੇ ਸਿਰ 'ਤੇ ਹੀ ਬਾਹਰ ਚੱਲ ਜਾਈਏ। ਮੁੰਡਾ ਕਹਿੰਦਾ ਵੀ ਕੁੜੀ ਦੇ ਸਿਰ 'ਤੇ ਬਾਹਰ ਚੱਲਣ ਦੀ, ਕੁੜੀ ਕਹਿੰਦੀ ਹਾਂ ਮੁੰਡੇ ਵਾਲੇ ਪੈਸੇ ਲਾ ਦੇਣਗੇ ਵੀ ਹਾਂ ਬਾਹਰ ਚੱਲ ਜਾਈਏ ਹੈ ਨਾ। ਅਤੇ ਪਰਹੇਜ਼ ਤਾਂ ਅੱਜ ਕੱਲ੍ਹ ਭਾਅ ਜੀ ਨਹੀਂ ਕਰਦਾ ਪਿਆ ਕੋਈ। ਪਹਿਲੇ ਕੁਸ਼ਚਨ ਤੁਸੀਂ ਪੁੱਛਿਆ ਵੀ 20s 30s ਜਾਂ 40s, ਮੈਂ ਤੁਹਾਨੂੰ ਕਿਹਾ ਵੀ ਹਾਂ ਨੀਅਰਲੀ 30s ਅਤੇ 40s ਜਿਹੜਾ ਤੁਸੀਂ ਆਪਸ਼ਨ ਪਾਇਆ ਉਹ ਤਾਂ ਮੈਂ ਤਾਂ ਕਹਿੰਦਾ ਉਹ ਪਾਉਣਾ ਹੀ ਨਹੀਂ ਚਾਹੀਦਾ ਸੀ ਭਾਅ ਜੀ ਆਪਸ਼ਨ। ਕਿਉਂਕਿ 40s 'ਚ ਵੀ ਜੇ ਤੁਸੀਂ ਵਿਆਹ ਕਰਾਉਂਦੇ ਜੇ ਹੈ ਨਾ ਅਤੇ ਜੇ ਤੁਹਾਡਾ ਪਲੈਨ ਹੈਗਾ ਆ ਵੀ ਹਾਂ ਵੀ ਕੋਈ ਅੱਗੇ ਬੱਚਾ ਕਰ ਲਈਏ ਅਤੇ ਉਹ ਜੇ ਤੁਸੀਂ 40s 'ਚ ਜਾ ਕੇ ਆਪਣਾ ਬੱਚਾ ਕਰੋਗੇ ਪਹਿਲਾਂ ਦੇ ਕੰਪਲੀਕੇਸ਼ਨ ਬੜੇ ਜ਼ਿਆਦਾ ਹੋ ਜਾਣਗੇ। ਅੱਜ ਕੱਲ੍ਹ ਦੀ ਖਾਣਾ ਪੀਣਾ ਜੋ ਵੀ ਹੈ ਜਿਸ ਤਰ੍ਹਾਂ ਵੀ ਸਿਸਟਮ ਨਹੀਂ ਸਹੀ ਹੈਗਾ ਭਾਅ ਜੀ, ਮੰਨੋ ਜਾਂ ਨਾ ਮੰਨੋ। ਪਹਿਲੇ ਨਾਲੋਂ ਭਾਵੇਂ ਅੱਜ ਕੱਲ੍ਹ ਬਹੁਤ ਤਰ੍ਹਾਂ ਦੀਆਂ ਦਵਾਈਆਂ ਆ ਗਈਆਂ, ਜੋ ਮਰਜ਼ੀ ਆ ਗਏ ਇਲਾਜ ਆ ਗਏ, ਪਰ ਪਹਿਲੇ ਦੀ ਖੁਰਾਕ 'ਚ ਅਤੇ ਹੁਣ ਦੀ ਖੁਰਾਕ 'ਚ ਜ਼ਮੀਨ ਆਸਮਾਨ ਦਾ ਫਰਕ ਹੈ। ਠੀਕ ਹੈ ਜੀ। ਸਾਰੇ ਆਪਣੇ ਓਪੀਨੀਅਨ ਦੱਸਣ ਦੇ ਨੇ ਕਿ ਬੈਸਟ ਏਜ ਕਿਹੜੀ ਹੈ। ਮੈਂ ਐਂਡ 'ਚ ਦੱਸਾਂਗਾ ਕਿ ਬੈਸਟ ਏਜ ਮੈਨੂੰ ਕੀ ਲੱਗਦਾ। ਬਟ ਤੁਸੀਂ ਗੱਲ ਕੀਤੀ ਹੈ ਮੈਰਿਜ ਐਜ਼ ਏ ਬਿਜ਼ਨਸ। ਹੁਣ ਬਿਲਕੁਲ ਤੁਸੀਂ ਸਹੀ ਗੱਲ ਕੀਤੀ ਕਿ YouTube ਦੇ ਉੱਤੇ ਆਉਣ ਵਾਸਤੇ ਕਈ ਮੈਰਿਜ ਕਰਾਉਂਦੇ ਨੇ ਕਿ ਤੇਰੇ ਇੰਨੇ ਫੋਲੋਅਰਸ ਹੋ ਗਏ ਅਤੇ ਕਿਉਂ ਨਾ ਆਪਾਂ ਮੈਰਿਜ ਕਰਵਾਈਏ। ਚਲੋ ਆਪਾਂ ਇੱਕ ਬੈਨੀਫਿਟ ਆਫ ਦਾ ਡਾਊਟ ਕਹਿ ਸਕਦੇ ਹਾਂ ਕਿ ਦੋਵਾਂ ਦੇ ਇੰਟਰਸਟ ਇੱਕੋ ਜਿਹੇ ਸੀ ਅਤੇ ਉਹਨਾਂ ਨੇ ਵਿਆਹ ਕਰਵਾ ਲਿਆ। ਬਟ ਮੈਂ ਏਜ ਨਾਲ ਸਹਿਮਤ ਨਹੀਂ ਹਾਂ। ਅਗਰ ਤੁਸੀਂ ਟੀਨਏਜਰ ਏਜ ਦੇ ਵਿੱਚ ਹੋ ਅਤੇ ਬਿਫੋਰ 25 ਅਗਰ ਤੁਹਾਡਾ ਵਿਆਹ ਹੁੰਦਾ ਨਾ, ਅਤੇ ਮੈਂ ਉਹਦੇ ਹੱਕ ਦੇ ਵਿੱਚ ਬਿਲਕੁਲ ਵੀ ਨਹੀਂ ਹਾਂ। ਅਗਰ ਵਿਆਹ ਦਾ ਮੋਟਿਵ ਹੈ ਬਿਜ਼ਨਸ, ਵਿਆਹ ਦਾ ਮੋਟਿਵ ਹੈ ਦਹੇਜ, ਜੋ ਇੱਕ ਵੱਡੀ ਪ੍ਰੋਬਲਮ ਜਿੱਦਾਂ ਦਾ ਹੁੰਦਾ ਸੀ ਨਾ, ਅਤੇ ਮੈਂ ਕੋਈ ਪਰਿਵਾਰ ਜਾਣਦਾ ਵੀ ਹਾਂ ਕਿ ਕੁੜੀ ਦੇ ਵਿੱਚ ਕੋਈ ਨਾ ਕੋਈ ਦੋਸ਼ ਹੈ। ਦੋਸ਼ ਇਨ ਦਾ ਸੈਂਸ ਕਿ ਆਪਣੇ ਨਾ ਹੁੰਦਾ ਕਿ ਕੁੜੀਆਂ 30+ ਹੋ ਗਈਆਂ ਜਾਂ 35+ ਹੋ ਗਈ, ਉਹਦਾ ਵਿਆਹ ਨਹੀਂ ਹੋਣਾ। ਠੀਕ ਹੈ, ਇਹ ਪੰਜਾਬ ਦੇ ਵਿੱਚ ਮੈਂਟੈਲਿਟੀ ਹੈ। ਅਤੇ ਮੈਂ ਕੁੜੀਆਂ ਦੇਖੀਆਂ ਨੇ ਸਮ hottest chicks which are 35+ or 40+, ਠੀਕ ਹੈ, I would rather date them। ਠੀਕ ਹੈ, ਅਤੇ ਏਜ ਮੈਟਰ ਮੇਰੇ ਵਾਸਤੇ ਤਾਂ ਨਹੀਂ ਕਰਦੀ। ਅਗਰ ਤੁਹਾਨੂੰ ਲੱਗਦਾ ਕਿ ਤੁਸੀਂ 35+ ਹੋ ਗਏ ਹੋ ਅਤੇ ਤੁਹਾਡੀ ਮਾਰਕੀਟ ਦੀ ਵੈਲਿਊ ਪੰਜਾਬ ਦੇ ਵਿੱਚ ਘੱਟ ਗਈ, ਨਹੀਂ, ਆਪਣੇ ਆਪ ਤੋਂ ਕੰਮ ਕਰੋ। ਚਲੋ ਇਹ ਮੇਰੀ ਬਿਲੀਵ ਹੈ, ਇਹ ਮੈਂ ਮੰਨਦਾ ਵਾਂ। ਅਤੇ ਮੈਂ ਦਹੇਜ ਦੇ ਉੱਤੇ ਗੱਲ ਕਰਦਾ ਪਿਆ ਸੀ ਕਿ ਆਪਣੇ ਇਹ ਮੈਂਟੈਲਿਟੀ ਹੈ ਕਿ ਕੁੜੀਆਂ ਜੀ 30+ ਹੋ ਗਈ ਹੈ ਅਤੇ ਸ਼ਾਇਦ ਉਹਦੀ ਮਾਰਕੀਟ ਵੈਲਿਊ ਘੱਟ ਗਈ ਅਤੇ ਉਹਨੂੰ ਪੂਰਾ ਕਰਨ ਵਾਸਤੇ ਆਪਾਂ ਦਹੇਜ ਦੇ ਦਿੰਦੇ ਹਾਂ। ਇਹ ਚੀਜ਼ ਬੜਾ ਟਰੈਂਡ ਆਪਣੇ ਹੈ ਕਿ ਯਾਰ ਮੁੰਡੇ ਨੂੰ ਕਹਿੰਦੇ ਆ ਕਿ ਯਾਰ ਅਸੀਂ ਗੱਡੀ ਵੀ ਦੇਵਾਂਗੇ ਅਤੇ ਅਸੀਂ ਆ ਵੀ ਦੇਵਾਂਗੇ, TV ਵੀ ਵੱਡਾ ਦੇਵਾਂਗੇ, ਠੀਕ ਹੈ, ਸ਼ਾਇਦ ਵੀਜ਼ਾ ਵੀ ਮੁੰਡੇ ਦਾ ਲਵਾ ਦਾਂਗੇ ਵਗੈਰਾ ਵਗੈਰਾ, ਇੱਦਾਂ ਦੇ ਬੜੇ ਆਪਸ਼ਨ ਦਿੱਤੇ ਜਾਂਦੇ ਨੇ। ਹੁਣ ਇਮੈਜਿਨ ਕਰੋ ਕੁੜੀ ਤੇ ਪਹਿਲੀ ਗੱਲ ਤਾਂ ਮੈਂ ਸੋਚਦਾ ਹੁੰਦਾ ਕਿ ਕੀ ਬੀਤਦੀ ਹੋਏਗੀ ਕਿ ਮੇਰਾ ਸੌਦਾ ਕਰਨ ਦੇ ਕਿ ਮੇਰੀਆਂ ਕਮੀਆਂ ਨੂੰ ਪੂਰਾ ਕਰਨ ਵਾਸਤੇ ਇੰਨੀ ਚੀਜ਼ ਦਿੱਤੀ ਜਾ ਰਹੀ ਹੈ। ਠੀਕ ਹੈ, ਉਹ ਚੀਜ਼ ਮੈਂ ਬਹੁਤ ਜ਼ਿਆਦਾ ਗਲਤ ਮੰਨਦਾ ਵਾਂ। ਵਿਆਹ ਭਾਵੇਂ ਜਿੰਨਾ ਮਰਜ਼ੀ ਤਗੜਾ ਹੋਵੇ, ਜਿੱਦਾਂ ਮੈਂ ਪਹਿਲੋਂ ਵੀ ਕਿਹਾ, ਦਹੇਜ ਜਿੰਨਾ ਮਰਜ਼ੀ ਤਗੜਾ ਹੋਵੇ, ਜਿੱਦਾਂ ਮੈਂ ਪਹਿਲੋਂ ਵੀ ਕਿਹਾ, ਮੈਟਰ ਨਹੀਂ ਕਰਦਾ। ਮੈਟਰ ਕਰਦਾ ਕਿ ਉਹਨਾਂ ਦੀ ਕੰਪੈਟੇਬਿਲਿਟੀ ਕਿੱਦਾਂ ਦੀ ਹੈ। ਭਾਵੇਂ ਉਮਰ ਵੱਡੀ ਹੈ, ਛੋਟੀ, ਕੁੜੀ ਵੱਡੀ ਹੈ, ਮੁੰਡਾ ਵੱਡਾ, ਡਜ਼ਨਟ ਮੈਟਰ। ਠੀਕ ਹੈ, ਕੰਪੈਟੇਬਿਲਿਟੀ ਹੋਣੀ ਚਾਹੀਦੀ ਹੈ। ਅਤੇ ਬਿਜ਼ਨਸ ਦੇ ਪੱਖੋਂ ਅਗਰ ਕੋਈ ਇਹ ਚੀਜ਼ ਕਰਦਾ ਪਿਆ ਹੈ ਅਤੇ ਇਟਸ ਨਾਟ ਅ ਗੁੱਡ ਆਈਡੀਆ। ਅਤੇ ਉਹ ਇੱਕ ਬੜੀ ਸਮਾਲ ਪ੍ਰਪੋਰਸ਼ਨ ਹੈ ਇੰਡੀਆ ਦੇ ਵਿੱਚ, ਜੋ ਇੱਕ ਛੋਟਾ ਜਿਹਾ ਪ੍ਰਪੋਰਸ਼ਨ ਹੈ ਜੋ ਕਹਿੰਦੇ ਕਿ ਚਲੋ ਆਪਾਂ ਵਿਆਹ ਕਰਾ ਕੇ ਆਪਾਂ ਟਿਕਟੋਕ ਰੀਲਸ ਬਣਾਈਏ ਜਾਂ ਇੰਸਟਾਗ੍ਰਾਮ ਰੀਲਸ ਬਣਾਈਏ ਜਾਂ YouTube ਬਣਾਈਏ। ਬਟ ਅਗਰ ਇੰਟਰਸਟ ਅਲਾਈਨ ਕਰਦੇ ਨੇ, ਹੁਣ ਮੈਂ ਸੋਚਦਾ ਹੁੰਦਾ ਨਾ ਕਿ ਜਦੋਂ ਮੈਨੂੰ ਮੇਰਾ ਪਰਫੈਕਟ ਪਾਰਟਨਰ ਮਿਲ ਗਿਆ ਮੈਂ ਉਹਦੇ ਨਾਲ ਪੋਡਕਾਸਟ ਸ਼ੁਰੂ ਕਰਾਂਗਾ, ਕਿਉਂ ਨਹੀਂ? ਕਿਉਂਕਿ ਕਦੀ ਕਦੀ ਮੇਰੇ ਟੌਪਿਕ ਬੜੇ ਮੇਲ ਓਰੀਐਂਟਡ ਹੋ ਜਾਂਦੇ ਨੇ ਅਤੇ ਮੈਂ ਚਾਹੁੰਦਾ ਹਾਂ ਜੋ ਮੇਰੀ ਪਾਰਟਨਰ ਆਵੇ, ਚਲੋ ਉਹਦੇ ਆਪਣੇ ਇੰਟਰਸਟ ਹੋ ਸਕਦੇ ਨੇ ਨਵੇਂ, ਬਟ ਮੈਂ ਤਾਂ ਇਹੀ ਚੀਜ਼ ਕਰਾਂਗਾ ਨਾ ਕਿ ਯਾਰ ਮੈਂ ਵੀ ਪੋਡਕਾਸਟ ਕਰਦਾ, ਕਿਉਂ ਨਾ ਤੂੰ ਵੀ ਪੋਡਕਾਸਟ ਕਰ। ਠੀਕ ਹੈ, ਮੈਂ ਮੁੰਡਿਆਂ ਬਾਰੇ ਜ਼ਿਆਦਾ ਗੱਲ ਕਰਦਾ ਅਤੇ ਤੂੰ ਕੁੜੀਆਂ ਬਾਰੇ ਗੱਲ ਕਰ, ਫਿਰ ਆਪਾਂ ਡਿਬੇਟ ਕਰ ਸਕਦੇ ਹਾਂ, ਵਿਚ ਇਜ਼ ਅ ਗੁੱਡ ਥਿੰਗ ਟੂ ਹੈਵ। ਅਗਰ ਮੀਆਂ ਬੀਵੀ ਇਕੱਠੇ ਇੱਕ ਚੀਜ਼ ਉੱਤੇ ਕੰਮ ਕਰਦੇ ਨੇ, ਇੱਕ ਤੇ ਨਾ ਇੱਕ ਕੁੜੀ ਮੁੰਡੇ ਦੇ ਵਿੱਚ ਇਹ ਬੜੀ ਜ਼ਰੂਰੀ ਚੀਜ਼ ਹੋਣੀ ਚਾਹੀਦੀ ਹੈ ਕਿ ਭਾਵੇਂ ਪਰਸਨੈਲਿਟੀ ਤੁਹਾਡੀ ਬਹੁਤ ਜ਼ਿਆਦਾ ਅਲੱਗ ਹੋਵੇ, ਇੱਕ ਮਿਊਚੁਅਲ ਇੰਟਰਸਟ ਹੋਵੇ ਨਾ, ਅਤੇ ਉਹ ਬੜੀ ਹੈਲਪ ਰਹਿੰਦੀ ਹੈ। ਇੱਕ ਫਰੈਂਡਸ਼ਿਪ ਡਿਵੈਲਪ ਹੁੰਦੀ ਹੈ ਜੋ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਬਟ ਅਗੇਨ ਅਗਰ ਬਿਜ਼ਨਸ ਹੀ ਤੁਹਾਡਾ
ਟਾਰਗੇਟ ਹੈ ਵਿਆਹ ਤੋਂ ਪਹਿਲਾਂ ਕਿ ਬਿਜ਼ਨਸ ਹੀ ਕਰਨਾ, ਤੇਰੇ ਇੰਨੇ ਫੋਲੋਅਰ ਤੇ ਮੇਰੇ ਇੰਨੇ ਫੋਲੋਅਰ, ਤੁਸੀਂ ਸਟਰਗਲ ਕਰੋਗੇ 5 ਜਾਂ 10 ਸਾਲ ਬਾਅਦ। ਤੇ ਬੜੇ ਪੇਰੈਂਟਸ ਵੀ ਮੈਂ ਦੇਖੇ ਨੇ ਕਿ ਕੁੜੀ ਤੋਰਤੀ, ਦਹੇਜ ਵੀ ਦੇ ਦਿੱਤਾ, ਮੁੰਡਾ ਵਧੀਆ ਸੀ, ਉਹਦੀ ਜ਼ਮੀਨ ਇੰਨੀ ਸੀ, ਤੇ ਬਾਅਦ 'ਚ ਪੇਰੈਂਟਸ ਵੀ ਮਿਜ਼ਰੇਬਲ ਹੁੰਦੇ ਨੇ ਕਿ ਸਾਡੀ ਕੁੜੀ ਕੁਛ ਨਹੀਂ, ਠੀਕ ਹੈ। ਤੇ ਉਹ ਮੀਆਂ ਬੀਵੀ ਤੇ ਸਾਰੀ ਉਮਰ ਰੋਂਦੇ ਰਹਿੰਦੇ ਨੇ। ਤੇ ਡਿਵੋਰਸ ਆਪਣੇ ਕਲਚਰ ਹੈ ਨਹੀਂ ਗਾ ਡਿਵੋਰਸ ਦਾ, ਕਿ ਅਗਰ ਡਿਵੋਰਸ ਦੀ ਲੋੜ ਹੈ ਵੀ ਨਹੀਂ ਕੁੜੀ, ਬੱਚਿਆਂ ਦਾ ਹੁਣ ਤੂੰ ਸੋਚ, ਤੂੰ ਬੱਚਿਆਂ ਦਾ ਸੋਚ, ਤੂੰ ਸਫਰ ਕਰ ਸਾਰੀ ਉਮਰ ਪਰ ਬੱਚਿਆਂ ਦਾ ਸੋਚ ਤੂੰ, ਠੀਕ ਹੈ। ਇੱਕ ਇਹ ਵੀ ਚੀਜ਼ ਆ ਜਾਂਦੀ ਹੈ। ਤੇ ਇਸ ਲਈ ਦਹੇਜ ਜਾਂ ਬਿਜ਼ਨਸ ਟਾਰਗੇਟ ਨਹੀਂ ਹੋਣਾ ਚਾਹੀਦਾ ਅਗਰ ਤੁਸੀਂ ਪਾਰਟਨਰਸ਼ਿਪ ਵਧੀਆ ਲੱਭਦੇ ਪਏ ਹੋ। ਤੇ ਇੱਕ ਗੱਲ ਹੋਰ ਤੁਸੀਂ ਕਹੀ 40s ਦੇ ਵਿੱਚ ਤੇ ਆਪਸ਼ਨ ਹੋਣਾ ਹੀ ਨਹੀਂ ਸੀ ਚਾਹੀਦਾ, ਕਿਉਂਕਿ ਬੱਚਿਆਂ ਨੂੰ ਦਿੱਕਤ ਆਉਂਦੀ ਹੈ। ਹਾਂ, ਦਿੱਕਤ ਜ਼ਰੂਰ ਆਉਂਦੀ ਹੈ ਜੋ ਫੀਮੇਲਸ ਹੁੰਦੀਆਂ ਨੇ ਨਾ। ਹੁਣ ਦੇਖੋ ਮੁੰਡਿਆਂ ਦੇ ਵਿੱਚ ਇਹ ਦਿੱਕਤ ਨਹੀਂ ਹੈ ਕਿ ਮੁੰਡੇ ਪੈਦਾ ਕਰ ਸਕਦੇ ਨੇ ਬੱਚੇ, ਆਈ ਥਿੰਕ 60-70s, ਐਜ਼ ਲੌਂਗ ਐਜ਼ ਦੇਰ ਇਜ਼ ਏ ਡਿਸਚਾਰਜ ਆਫ ਸਪਰਮ, ਠੀਕ ਹੈ। ਮੁੰਡਿਆਂ 'ਚ ਨਹੀਂ ਦਿੱਕਤ, ਪਰ ਕੁੜੀਆਂ ਦੇ ਵਿੱਚ ਇਹ ਦਿੱਕਤ ਇਹ ਵੇ ਕਿ ਉਹ ਜਿੰਨੇ ਵੀ ਐਗਜ਼ ਉਹਨਾਂ ਦੇ ਹੁੰਦੇ ਨੇ ਨਾ, ਉਹ ਲੈ ਕੇ ਹੀ ਪੈਦਾ ਹੁੰਦੀਆਂ ਨੇ, ਠੀਕ ਹੈ। ਐਕਸਟਰਾ ਆਈ ਥਿੰਕ ਉਹਨਾਂ ਦੀ ਬੋਡੀ ਨਹੀਂ ਬਣਾਉਂਦੀ, ਤੇ ਉਹ ਸਲੋਲੀ 35 ਤੋਂ ਬਾਅਦ ਜਾਂ 40 ਤੋਂ ਬਾਅਦ ਉਹ ਘਟਨੇ ਦੇ ਸ਼ੁਰੂ ਤੋਂ ਹੀ ਸ਼ੁਰੂ ਹੋ ਜਾਂਦੇ, ਬਟ 35-40 ਦੀ ਉਮਰ ਦੇ ਵਿੱਚ ਬਾਅਦ ਨਾ ਉਹ ਬਹੁਤ ਜ਼ਿਆਦਾ ਲਿਮਿਟਡ ਰਹਿ ਜਾਂਦੇ ਨੇ। ਬਟ ਚਾਂਸਿਸ ਉਹਦੇ ਬਹੁਤ ਜ਼ਿਆਦਾ ਚਾਂਸਿਸ ਹੈ ਨੇ, ਮੈਂ ਕਹਿ ਰਹਾ ਬੱਚੇ ਦੇ। ਇਹ ਨਹੀਂ ਹੁੰਦਾ ਕਿ ਬੱਚਾ ਹੋਏਗਾ ਨਹੀਂ, ਕੰਪਲੀਕੇਸ਼ਨ ਹੋ ਸਕਦੀਆਂ ਨੇ, ਬਟ ਇੱਥੇ ਇਹੀ ਦਿੱਕਤ ਹੈ, ਅਗਰ ਕੁੜੀ ਫਿੱਟ ਹੈ ਤਾਂ ਕੁੜੀ ਨੂੰ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਅਗਰ ਕੁੜੀ ਨੇ ਲੈਟ ਗੋ ਕਰਤਾ ਕਿ ਮੈਂ ਨਾ ਤੇ ਡਾਇਟ ਮੇਰੀ ਵਧੀਆ ਹੋਏਗੀ, ਨਾ ਤੇ ਮੇਰੀ ਫਿਟਨੈਸ ਵਧੀਆ ਹੋਏਗੀ, ਠੀਕ ਹੈ, ਤੇ ਉਹ ਕੁੜੀ ਸਟਰਗਲ ਕਰ ਸਕਦੀ 40s ਦੇ ਵਿੱਚ। ਤੇ 40s ਦੇ ਵਿੱਚ ਮੈਂ ਤਾਂ ਆਪਸ਼ਨ ਲਾਇਆ ਸੀ ਕਿ ਬਹੁਤ ਲੋਕ ਇੱਧਰ ਵੈਸਟ ਦੇ ਵਿੱਚ 40s ਦੇ ਵਿੱਚ ਵੀ ਆਪਣੇ ਪਾਰਟਨਰ ਨੂੰ ਮਿਲਦੇ ਨੇ, ਤੇ 40s ਦੇ ਬੱਚੇ ਵੀ ਲਿਆਉਂਦੇ ਨੇ। ਤੇ ਆਈ ਥਿੰਕ ਇਹ ਆਪਸ਼ਨ ਹੋਣਾ ਇਜ਼ ਨੋਟ ਬੈਡ, ਠੀਕ ਹੈ। ਕੁਛ ਲੋਕ ਸਟਰਗਲ ਕਰਦੇ ਨੇ ਸਾਰੀ ਉਮਰ ਰਿਲੇਸ਼ਨਸ਼ਿਪ ਦੇ ਵਿੱਚ ਜਾਂ ਕਿਸੇ ਨੂੰ ਲੱਭਣ ਦੇ ਵਿੱਚ, ਤੇ ਉਹ ਚਾਂਸ ਲੈਂਦੇ ਨੇ ਨਾ ਕਿ I would take a chance then I just settle down ਨਾ। ਤੇ ਮੈਂ ਕੰਪਰੋਮਾਈਜ਼, ਕੁਛ ਲੋਕ ਜੋ ਕੰਪਰੋਮਾਈਜ਼ ਨਹੀਂ ਕਰਦੇ ਉਹ 40s ਦੇ ਵਿੱਚ ਵੀ ਕਦੀ ਆਪਣਾ ਪਾਰਟਨਰ ਲੱਭਦੇ ਨੇ। ਤੇ ਅਗਰ ਫਿੱਟ ਹੋ ਤੇ ਬੱਚਾ ਆਈ ਥਿੰਕ ਹੋ ਸਕਦਾ। ਚਲੋ ਅਗਲਾ ਮੈਸੇਜ ਲੈਂਦੇ ਹਾਂ। ਹੈਲੋ ਗਗਨ, ਫਸਟ ਆਫ ਆਲ ਮੈਂ ਕਹਿਣਾ ਸੀਗਾ ਕਿ ਤੁਹਾਡੇ ਕਰਕੇ ਮੈਂ ਫਿਟਨੈਸ ਦੇ ਵੱਲ ਹੋਰ ਵਧੀ ਹਾਂ, ਬਿਕਾਜ਼ ਤੁਹਾਡਾ ਇੱਕ ਪੋਡਕਾਸਟ ਸੀ ਜਿਹਦੇ ਵਿੱਚ ਗੱਲ ਹੋਈ ਸੀਗੀ ਕਿ ਇੱਕ ਫੀਮੇਲ ਸਭ ਤੋਂ ਅਟਰੈਕਟਿਵ ਕਿੱਦਾਂ ਲੱਗੂਗੀ ਵੀ ਜੇ ਉਹ ਫਿਜ਼ੀਕਲੀ ਫਿਟ ਆ। ਤਾਂ ਮੈਂ ਉਨੀ ਫਿਟ ਨਹੀਂ ਹੈਗੀ, ਬਟ ਯੈਸ ਸਮਵੇਅਰ ਹੈ ਨਾ, ਕਿ ਓਕੇ ਆਈ ਫੀਲ ਕਿ ਠੀਕ ਆ ਵੀ ਉਹ ਜਿਮ ਕਰਨ ਦੀ ਲੋੜ ਨਹੀਂ ਹੈਗੀ। ਬਟ ਹੁਣ ਮੈਂ ਮੋਟੀਵੇਟ ਹੋ ਗਈ ਹਾਂ, ਬਿਕਾਜ਼ ਉਹਦੇ ਵਿੱਚ ਇੱਕ ਲਾਈਨ ਸੀਗੀ, ਤੁਸੀਂ ਕਿਹਾ ਸੀ ਕਿ ਸਮਾਲਰ ਦ ਵੇਸਟ ਐਂਡ ਮੋਰ ਇਜ਼ ਅ ਵੂਮਨ ਫਰਟਾਈਲ, ਰਾਈਟ। ਇਹ ਮੇਰੇ ਦਿਮਾਗ 'ਚ ਹੋ ਗਈ ਰਜਿਸਟਰ, ਅਤੇ ਹੁਣ ਮੈਂ ਡੇਲੀ ਜਿਮ ਜਾਂਦੀ ਹਾਂ, ਜਿੰਨਾ ਵਰਕਆਊਟ ਹੋ ਸਕਦਾ ਕਰਦੀ ਹਾਂ। ਥੈਂਕ ਯੂ ਸੋ ਮਚ ਫॉर दैट। ਪਹਿਲੀ ਗੱਲ ਮੈਂ ਮੈਸੇਜ ਨੂੰ ਰੋਕਾਂ ਤੇ ਥੈਂਕ ਯੂ ਇਹ ਵਰਡ ਵਾਸਤੇ, ਕਿਉਂਕਿ ਉਹ ਜਦੋਂ ਐਪੀਸੋਡ ਕੀਤਾ ਸੀ ਨਾ ਮੈਂ ਫੈਟਨੈਸ ਦੇ ਉੱਤੇ, ਤੇ ਮੇਰੀਆਂ ਫੀਮੇਲ ਫਰੈਂਡਸ, ਇੱਕ ਖਾਸ ਫੀਮੇਲ ਫਰੈਂਡ ਨਾ ਬੜੀ ਜ਼ਿਆਦਾ ਗੁੱਸੇ ਹੋਈ ਸੀ ਕਿ ਹਾਊ ਕੈਨ ਯੂ ਸੇ ਦੈਟ, ਯੂ ਨੋ, ਇੱਦਾਂ ਤੂੰ ਕਿੱਦਾਂ ਬੋਲ ਸਕਦਾ। ਤੇ ਕਦੀ ਆਪਾਂ ਨੂੰ ਰਿਐਲਿਟੀ ਚੈੱਕ ਚਾਹੀਦਾ ਹੁੰਦਾ ਨਾ। ਹੁਣ ਦੇਖੋ ਕਈ ਚੀਜ਼ਾਂ ਆਪਾਂ ਚੂਜ਼ ਨਹੀਂ ਕਰਦੇ। ਮੈਂ ਆਪਣੀ ਹਾਈਟ ਚੂਜ਼, ਮੈਂ 5'7" ਆ, ਮੈਂ ਚੂਜ਼ ਨਹੀਂ ਕੀਤੀ, ਠੀਕ ਹੈ। ਮੈਂ ਲੰਬਿਆਂ ਮੁੰਡਿਆਂ 'ਚੋਂ ਨਹੀਂ ਆਉਂਦਾ, ਠੀਕ ਹੈ। ਬਟ ਕੁਛ ਚੀਜ਼ਾਂ ਮੈਂ ਚੂਜ਼ ਕਰ ਸਕਦਾ ਵਾਂ, ਠੀਕ ਹੈ। ਆਪਣੀ ਫਿਟਨੈਸ ਹੋ ਗਈ, ਠੀਕ ਹੈ, ਆਪਣੇ ਦਿਮਾਗ ਦਾ ਖਿਆਲ ਹੋ ਗਿਆ, ਆਪਣੀ ਨੌਲੇਜ ਮੈਂ ਕਿੰਨੀ ਦਿਮਾਗ ਦੇ ਵਿੱਚ ਪਾਉਣੀ ਹੈ, ਇਹ ਮੈਂ ਕੰਟਰੋਲ ਕਰ ਸਕਦਾ ਵਾਂ। ਅਤੇ ਸਮਟਾਈਮਸ ਜਿੱਦਾਂ ਡੇਵਿਡ ਗੌਗਨਸ, ਵਨ ਆਫ ਮਾਈ ਗੁਰੂਜ਼, ਉਹ ਕਹਿੰਦਾ ਕਿ ਇਫ ਸਮਬਡੀ ਕਾਲਸ ਯੂ ਫੈਟ, ਮੇਬੀ ਯੂ ਆਰ ਫਕਿੰਗ ਫੈਟ, ਯੂ ਨੋ। ਕਦੀ ਉਹ ਸੱਚ ਦਾ ਸਾਹਮਣਾ ਜਾਂ ਸੱਚ ਕਿਸੇ ਨੂੰ ਦੱਸਣਾ ਹੀ ਪਏਗਾ ਕਿ ਕਿਹੜੀ ਚੀਜ਼ ਸੋਹਣੀ ਹੈ ਅਤੇ ਕਿਹੜੀ ਚੀਜ਼ ਨਹੀਂ ਸੋਹਣੀ, ਠੀਕ ਹੈ। ਹੁਣ ਜਦੋਂ ਵੋਕ ਕਲਚਰ ਦੀ ਗੱਲ ਆਉਂਦੀ ਨਾ, ਹਰੇਕ ਬੰਦਾ ਸੋਹਣਾ, ਭਾਵੇਂ ਉਹ ਮੋਟਾ ਹੈ, ਭਾਵੇਂ ਉਹ ਪਤਲਾ ਹੈ, ਹਰੇਕ ਬੰਦਾ ਸੋਹਣਾ, ਠੀਕ ਹੈ। ਬਟ ਇੱਦਾਂ ਨਹੀਂ ਹੁੰਦਾ। ਐਵਰੀਬਡੀ ਨੋਜ਼ ਵਟ ਇਜ਼ ਸੋਹਣਾ ਐਂਡ ਵਟ ਇਜ਼ ਨੋਟ ਸੋਹਣਾ। ਐਵਰੀਬਡੀ ਨੋਜ਼ ਕਿ ਅਗਰ ਕੁੜੀ ਫਿੱਟ ਹੈ, ਅਗਰ ਮੁੰਡਾ ਫਿੱਟ ਹੈ, ਉਹ ਸੋਹਣੇ ਨੇ, ਠੀਕ ਹੈ। ਥੈਂਕ ਯੂ ਫॉर दैट। ਕੰਟੀਨਿਊ ਕਰਦੇ ਹਾਂ। ਸੋ ਜਿੱਥੇ ਤੱਕ ਵਿਆਹ ਦੀ ਏਜ ਦੀ ਗੱਲ ਆ, ਮੈਨੂੰ ਐਂ ਲੱਗਦਾ ਕਿ 20s ਦੇ ਵਿੱਚ ਹੁੰਦਾ ਪਪੀ ਲਵ, ਜਿਹੜੇ ਸਕਸੈਸ ਰੇਟ ਬੜੇ ਘੱਟ ਨੇ, ਕਿਉਂਕਿ ਉਹਦੇ 'ਚ ਕੋਈ ਸਟੈਬਿਲਿਟੀ ਨਹੀਂ ਆ ਕੁਛ। ਆਪਾਂ ਇੱਕ ਦੂਜੇ ਦਾ ਐਜੂਕੇਸ਼ਨ ਲੈਵਲ, ਸਟੇਟਸ ਕੁਛ ਨਹੀਂ ਦੇਖਦੇ, ਫੈਮਿਲੀ ਬੈਕਗਰਾਊਂਡ ਜੋ ਬਹੁਤ ਜ਼ਰੂਰੀ ਚੀਜ਼ ਆ। 30, 29, 28 ਇਹ ਏਜ ਦੇ ਅਰਾਊਂਡ ਆਪਾਂ ਇਹ ਫੈਕਟਰਸ ਨੂੰ ਸਮਝ ਚੁੱਕੇ ਹੁੰਦੇ ਹਾਂ, ਐਂਡ ਆਪਾਂ ਨੂੰ ਇੰਪੋਰਟੈਂਸ ਪਤਾ ਹੁੰਦੀ ਵੀ ਇੱਕ ਪਿਆਰ ਦੇ ਨਾਲ ਇਹਨਾਂ ਚੀਜ਼ਾਂ ਦੀ ਕੀ ਇੰਪੋਰਟੈਂਸ ਆ। ਅਤੇ ਫਿਰ ਆਪਾਂ ਉਸ ਮੈਚੋਰਿਟੀ ਲੈਵਲ 'ਤੇ ਜਾ ਕੇ ਲਾਈਕ ਅਰਾਊਂਡ 28 to 36 ਦੇ ਵਿੱਚ ਆਪਾਂ ਨੂੰ ਵਿਆਹ ਕਰਾ ਕੇ ਸੈਟਲ ਡਾਊਨ ਹੋ ਜਾਣਾ ਚਾਹੀਦਾ। ਮੇਰੇ ਲਈ ਫੈਮਿਲੀ ਹਿਸਟਰੀ ਬੜੀ ਇੰਪੋਰਟੈਂਟ ਆ, ਕਿਉਂਕਿ
ਇੱਕ ਗੱਲ ਆਪਾਂ ਜ਼ਰੂਰ ਸੁਣੀ ਹੁੰਦੀ ਹੈ ਕਿ ਹਿਸਟਰੀ ਰਿਪੀਟਸ ਇਟਸੈਲਫ, ਰਾਈਟ? ਤਾਂ ਤੁਹਾਨੂੰ ਫੈਮਿਲੀ ਬੈਕਗਰਾਊਂਡ ਬੰਦੇ ਦਾ ਜ਼ਰੂਰ ਪਤਾ ਹੋਣਾ ਚਾਹੀਦਾ। ਇੱਕ ਚੈੱਕਲਿਸਟ ਹੋਣੀ ਚਾਹੀਦੀ ਹੈ ਕਿ ਕਿੰਨੇ ਅਸੀਂ ਦੋਨੇ ਪੜ੍ਹੇ ਲਿਖੇ ਹਾਂ, ਸਿਰਫ ਅਦਰ ਪਰਸਨ ਜਾਂ ਇਕੱਲੀ ਮੈਂ ਨਹੀਂ, ਦੋਵੇਂ। ਅਤੇ ਉਹਨਾਂ ਦੀ ਫਿਰ ਕੰਪੈਟੇਬਿਲਿਟੀ ਜ਼ਰੂਰ ਚੈੱਕ ਕਰਨੀ ਚਾਹੀਦੀ ਆ ਕਿ ਲੌਂਗ ਰਨ ਦੇ ਵਿੱਚ ਕੀ ਇਹ ਰਿਸ਼ਤਾ ਸਕਸੈਸਫੁਲ ਹੈਗਾ ਹੈ, ਕਿ ਐਂ ਤਾਂ ਨਹੀਂ ਹੋਊਗਾ ਕਿ ਆਫਟਰ ਬੇਬੀਜ਼ ਔਰ ਹੈਵਿੰਗ ਕਿਡਸ ਤੁਸੀਂ ਕਹੋਗੇ ਕਿ ਨਹੀਂ ਅਸੀਂ ਹੁਣ ਇਕੱਠੇ ਨਹੀਂ ਰਹਿ ਸਕਦੇ, ਕਿਉਂਕਿ ਇਹਦਾ ਫਿਰ ਉਹ ਕਿਡਸ 'ਤੇ ਕੀ ਅਸਰ ਪੈਣਾ, ਇਹ ਗੱਲਾਂ ਬੜੀਆਂ ਲੌਂਗ ਰਨ ਦੇ ਵਿੱਚ ਜਾਂਦੀਆਂ ਨੇ। ਸੋ ਸਾਰੀ ਚੈੱਕਲਿਸਟ ਦੇ ਵਿੱਚੋਂ ਜਦੋਂ ਆਪਾਂ ਆਲਮੋਸਟ ਸਾਰੇ ਕਾਲਮਸ ਟਿਕ ਕਰ ਦਿੰਦੇ ਹਾਂ, ਹੋ ਸਕਦਾ ਕਿ ਇੱਕ ਅੱਧਾ ਜਾਂ ਦੋ ਕੁ ਰਹਿ ਜਾਣ, ਕਿਉਂਕਿ ਬਾਏ ਦਾ ਟਾਈਮ ਰਿਲੇਸ਼ਨਸ਼ਿਪ ਜਦੋਂ ਡਿਵੈਲਪ ਹੋਊਗਾ ਉਹ ਚੀਜ਼ਾਂ ਆਪ ਹੀ ਆ ਜਾਣਗੀਆਂ ਜਦੋਂ ਬੰਦਾ ਮੈਚਿਓਰ ਹੋਊਗਾ। ਐਂਡ ਮੈਚਿਓਰ ਆਫ ਕੋਰਸ 28 ਦੇ ਤਾਂ ਬਾਅਦ 'ਚ ਹੀ ਹੋਊਗਾ। 22 ਈਅਰ ਓਲਡ ਹਾਲੇ ਤੱਕ ਮੈਨੂੰ ਇੰਨਾ ਹੀ ਪਤਾ ਆ। ਮੇਰੇ ਕੋਲੋਂ ਕੁਛ ਪੁਆਇੰਟ ਮਿਸ ਹੋ ਗਿਆ ਜਾਂ ਕੁਛ ਮੈਂ ਗਲਤ ਕਿਹਾ ਤਾਂ ਮੈਨੂੰ ਜ਼ਰੂਰ ਕਰੈਕਟ ਕਰਿਓ, ਕਿਉਂਕਿ ਤੁਹਾਡੇ ਪੋਡਕਾਸਟ ਨਾਲ ਮੈਂ ਦਿਨ ਸ਼ੁਰੂ ਕਰਦੀ ਹਾਂ, ਮੇਰੇ ਲਈ ਬਹੁਤ ਮੈਟਰ ਕਰਦੇ ਆ। ਇੱਕ ਹਿਸਾਬ ਦੀ ਮੇਰੇ ਲਈ ਮੋਟੀਵੇਸ਼ਨ ਹੋ ਤੁਸੀਂ। ਜਦੋਂ ਵੀ ਮੈਂ ਕਦੀ ਲੋਅ ਫੀਲ ਕਰਦੀ ਹਾਂ, ਮੈਂ ਕੋਈ ਵੀ ਰੈਂਡਮ ਪੋਡਕਾਸਟ ਮੈਂ ਭਾਵੇਂ ਪਹਿਲਾਂ ਸੁਣਿਆ ਹੋਵੇ, ਮੈਂ ਉਹਨੂੰ ਪਲੇ ਕਰ ਲੈਂਦੀ ਐਂਡ ਮੈਂ ਸੋਚਦੀ ਕਿ ਇਹ ਥਿੰਕਿੰਗ ਲੈਵਲ ਬੰਦੇ ਦਾ ਹੋਣਾ ਚਾਹੀਦਾ ਫॉर ਸ਼ੋਰ ਇੱਕ ਵਧੀਆ ਲਾਈਫ ਜੀਣ ਦੇ ਲਈ। ਥੈਂਕ ਯੂ ਸੋ ਮਚ ਗਗਨ। ਥੈਂਕ ਯੂ। ਮੈਸੇਜ ਬੜਾ ਨਾਈਸ ਸੀ, ਬਟ ਇਹ ਥਿੰਕਿੰਗ ਲੈਵਲ ਹਰੇਕ ਬੰਦੇ ਨੂੰ ਪਸੰਦ ਨਹੀਂ, ਬਟ ਮੈਂ ਟਰਾਈ ਕਰਦਾ ਜਿੱਦਾਂ ਦੀ ਵੀ ਮੈਂ ਟਰਾਈ ਕਰ ਸਕਾਂ। ਅੱਛਾ, ਮੈਸੇਜ ਤੁਸੀਂ ਕੀਤਾ ਕਿ ਪਹਿਲੋਂ ਪਪੀ 20s ਦੇ ਵਿੱਚ ਪਪੀ ਲਵ ਆਪਾਂ ਕਹਿ ਲਈਏ, ਅਤੇ ਇਹ ਮੈਂ ਚੀਜ਼ ਮੰਨਦਾ ਵਾਂ ਕਿ ਜਦੋਂ ਮੈਂ ਵੀ ਸਕੂਲੇ ਸੀ ਨਾ, ਅਤੇ ਇੱਕ ਕੁੜੀ 'ਤੇ ਕਰਸ਼ ਆ ਗਿਆ ਮੈਨੂੰ ਬੜਾ ਤਗੜਾ। ਉਹ ਹੁਣ ਬਾਹਮਣਾ ਦੀ ਅਤੇ ਮੈਂ ਜੱਟਾਂ ਦਾ, ਅਤੇ ਮੇਰੀ ਜਿੱਦਾਂ ਨਾ ਕਹਿ ਲਈਏ ਕਿ ਡਰੈਸਅਪ ਕਰਨ ਦਾ ਹਿਸਾਬ ਹੋਰ, ਅਤੇ ਰੰਗ ਵੀ ਥੋੜ੍ਹਾ ਜਿਹਾ ਕਣਕ ਵੰਨਾ, ਅਤੇ ਉਹਦਾ ਬੜਾ ਚਿੱਟਾ ਰੰਗ ਕਹਿ ਲਈਏ, ਅਤੇ ਉਹ ਭਾਵੇਂ ਮੈਨੂੰ ਪਸੰਦ ਕਰਦੀ, ਉਹ ਵਨ ਸਾਈਡ ਆਪਾਂ ਕਹਿ ਲਈਏ, ਅਤੇ ਮੇਰੀ ਨਾ ਉਹ ਇੱਕ ਟਨਲ ਵਿਜ਼ਨ ਹੋ ਜਾਂਦੀ ਹੈ ਕਿ ਬਸ ਹੁਣ ਇਹੀ ਕੁੜੀ ਚਾਹੀਦੀ ਹੈ ਮੈਨੂੰ, ਹੋਰ ਕੁਛ ਨਹੀਂ। ਅਤੇ 20s ਦੇ ਵਿੱਚ ਜਦੋਂ ਤੁਹਾਡਾ ਕਿਸੇ ਨਾਲ ਪਿਆਰ ਹੁੰਦਾ ਨਾ, ਪਹਿਲੀ ਗੱਲ ਕਿ ਅਗਰ ਤੁਹਾਨੂੰ ਲਵ ਮਿਲਦਾ, ਅਗਰ ਤੁਸੀਂ 20s ਦੇ ਵਿੱਚ ਮਿਲੇ ਹੋ, ਤੁਹਾਡਾ ਵਿਆਹ ਹੋਇਆ, ਅਤੇ ਹੁਣ ਤੁਸੀਂ 30s 40s ਦੇ ਵਿੱਚ ਹੋ, ਅਤੇ ਵਿਆਹ ਬਹੁਤ ਵਧੀਆ ਚੱਲਦਾ ਪਿਆ, ਆਈ ਥਿੰਕ ਉਹ ਕਪਲ ਸਭ ਤੋਂ ਜ਼ਿਆਦਾ ਲੱਕੀ ਹੁੰਦੇ ਨੇ। ਅਤੇ ਸਭ ਤੋਂ ਜ਼ਿਆਦਾ ਜਿਹਨੂੰ ਆਪਾਂ ਹਾਈ ਸਕੂਲ ਸਵੀਟ ਹਾਲ ਆਪਾਂ ਕਹਿ ਲਈਏ ਨਾ, ਕਿ ਬਚਪਨ 'ਚ ਹੀ ਮਿਲੇ, ਸਕੂਲੇ ਮਿਲੇ, ਠੀਕ ਹੈ, ਪਿਆਰ ਹੋਇਆ, ਵਿਆਹ ਸਕਸੈਸਫੁਲ ਹੈ, ਬੱਚੇ ਵੀ ਇਕੱਠੇ ਨੇ, ਅਤੇ ਉਹ ਫਰੈਂਡਸ਼ਿਪ ਦਾ ਲੈਵਲ ਉੱਥੇ ਰਹਿੰਦਾ। ਉਹ ਇੱਕ ਸਮਾਲ ਪ੍ਰਪੋਰਸ਼ਨ ਹੈ, ਬਟ ਉਹ ਕਪਲ ਸਭ ਤੋਂ ਜ਼ਿਆਦਾ ਲੱਕੀ ਹੈ, ਮੈਂ ਫੀਲ ਕਰਦਾ ਹਾਂ। ਬਟ ਮੈਜੋਰਿਟੀ ਕੇਸਿਸ ਦੇ ਵਿੱਚ ਇੱਦਾਂ ਨਹੀਂ ਹੁੰਦਾ। ਜਦੋਂ ਆਪਾਂ 20s ਦੇ ਵਿੱਚ ਆਪਾਂ ਕਿਸੇ ਨੂੰ ਪਸੰਦ ਕਰਦੇ ਹਾਂ, ਉਹਦੇ ਵਿੱਚ ਹਾਰਮੋਨਸ ਵੀ ਬੜੇ ਤੁਹਾਡੇ ਉੱਪਰ ਥੱਲੇ ਹੁੰਦੇ ਨੇ, ਠੀਕ ਹੈ, ਅਤੇ ਇੱਕ ਤੁਹਾਡਾ ਕੋਗਨੀਟਿਵ ਫੰਕਸ਼ਨ ਜਾਂ ਤੁਹਾਡੀ ਪ੍ਰੀਫਰੰਟ ਕੋਰਟੈਕਸ ਇੰਨੀ ਜ਼ਿਆਦਾ ਡਿਵੈਲਪ ਨਹੀਂ ਹੁੰਦੀ 25 ਤੋਂ ਪਹਿਲਾਂ, ਅਤੇ ਕਦੀ ਉਹ ਜੋ ਡਿਸੀਜਨ ਹੁੰਦੇ ਨੇ ਸਹੀ ਡਿਸੀਜਨ ਨਹੀਂ ਹੁੰਦੇ। ਅਤੇ ਜਿੱਦਾਂ ਮੈਂ ਕਿਹਾ ਇੱਕ ਟਨਲ ਵਿਜ਼ਨ ਹੋ ਜਾਂਦੀ ਹੈ ਨਾ ਕਿ ਉਹੀ ਕੁੜੀ ਮੈਨੂੰ ਚਾਹੀਦੀ, ਅਤੇ ਕੁੜੀ ਵੀ ਕਹਿ ਸਕਦੀ ਕਿ ਉਹੀ ਮੁੰਡਾ ਮੈਨੂੰ ਚਾਹੀਦਾ, ਅਤੇ ਘਰਦਿਆਂ ਨੂੰ ਦਬਾਅ ਪਾ ਕੇ ਤੁਸੀਂ ਵਿਆਹ ਕਰ ਲਿਆ, ਅਤੇ ਉਹਦੇ ਚਾਂਸ ਜਦੋਂ ਪ੍ਰੈਕਟੀਕੈਲਿਟੀ ਤੁਹਾਨੂੰ ਹਿੱਟ ਕਰਦੀ ਹੈ, ਜਦੋਂ ਲਾਈਫ ਤੁਹਾਨੂੰ ਹਿੱਟ ਕਰਦੀ ਹੈ, ਉਹ ਮੈਰਿਜ ਦੇ ਟੁੱਟਣ ਦੇ ਚਾਂਸਿਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ। ਅਤੇ 20s ਦੇ ਵਿਆਹ ਦੀ ਜਾਂ 20s ਦੇ ਲਵ ਦੀ ਪ੍ਰੋਬਲਮ ਇਹ ਵੇ ਕਿ ਉਸ ਟਾਈਮ ਤੁਸੀਂ ਲਾਈਫ ਦੀ ਪ੍ਰੈਕਟੀਕੈਲਿਟੀ ਨਹੀਂ ਦੇਖਦੇ। ਬਾਕੀ ਤੁਸੀਂ ਗੱਲ ਕੀਤੀ ਫੈਮਿਲੀ ਹਿਸਟਰੀ ਦੀ, ਅਤੇ ਇਹਦੇ ਨਾਲ ਮੈਂ ਹੋਰ ਚੀਜ਼ਾਂ ਜੋੜਾਂਗਾ, ਸਰਾਊਂਡਿੰਗਸ ਕਹਿ ਲਈਏ ਜਾਂ ਇਨਵਾਇਰਮੈਂਟ ਕਹਿ ਲਈਏ। ਹੁਣ ਮੁੰਡਿਆਂ ਵਾਸਤੇ ਨਾ ਇੱਕ ਮੈਂ ਗੱਲ ਸੁਣਦਾ ਪਿਆ ਸੀ ਕਿ ਤੁਸੀਂ ਆਪਣਾ ਫਿਊਚਰ ਦੇਖ ਸਕਦੇ ਹੋ, ਕਿ ਕੋਈ ਤੁਹਾਡਾ ਫਿਊਚਰ ਦੱਸ ਸਕਦਾ ਅਗਰ ਤੁਹਾਡੇ ਉਹ 5 ਬੰਦੇ ਆਸੇ ਪਾਸੇ ਦੇਖੇ ਕਿਹੜੇ ਬੰਦਿਆਂ ਨਾਲ ਤੁਸੀਂ ਹੈਂਗ ਆਊਟ ਕਰਦੇ ਹੋ। ਤੁਸੀਂ ਵੀ ਆਪਣਾ ਦੇਖ ਸਕਦੇ ਹੋ ਫਿਊਚਰ, ਅਗਰ ਤੁਸੀਂ ਆਪਣੇ ਫਰੈਂਡਸ ਨੂੰ ਦੇਖੋ, 5 ਫਰੈਂਡਸ ਆਪਣੇ ਦੇਖੋ, ਅਤੇ ਉਹਨਾਂ ਨੂੰ ਅਸੈਸ ਕਰੋ, ਜਿੱਦਾਂ ਦੀ ਉਹਨਾਂ ਦੀ ਥਿੰਕਿੰਗ ਹੈ, ਜਿੱਦਾਂ ਦੀਆਂ ਉਹਨਾਂ ਦੀਆਂ ਆਦਤਾਂ ਨੇ, ਉਹੀ ਤੁਹਾਡਾ ਫਿਊਚਰ ਹੋਣ ਵਾਲਾ ਹੈ, ਕਿਉਂਕਿ ਉਹ ਤੁਹਾਡੀ ਥਿੰਕਿੰਗ ਨੂੰ ਬਹੁਤ ਜ਼ਿਆਦਾ ਮੈਨੀਪੂਲੇਟ ਕਰਦੇ ਨੇ। ਅਗਰ ਤੁਹਾਡੇ ਫਰੈਂਡਸ ਨੇ ਗੇੜੀਆਂ ਮਾਰਨ ਵਾਲੇ ਨਾ, ਤੁਸੀਂ ਸਾਰੀ ਉਮਰ ਗੇੜੀਆਂ ਮਾਰਦੇ ਰਹਿਣਾ, ਠੀਕ ਹੈ। ਅਗਰ ਤੁਹਾਡੇ ਫਰੈਂਡ ਸੋਚਦੇ ਨੇ, ਬਹਿੰਦੇ ਨੇ, ਗੱਲਬਾਤ ਕਰਦੇ ਨੇ ਆਈਡੀਆਜ਼ ਦੀ ਕਿ ਫਿਊਚਰ ਦੇ ਵਿੱਚ ਕੀ ਕਰਨਗੇ, ਟਰਸਟ ਮੀ ਤੁਹਾਡੇ ਚਾਂਸਸ ਸਕਸੈਸਫੁਲ ਹੋਣ ਦੇ ਬਹੁਤ ਜ਼ਿਆਦਾ ਵੱਧ ਜਾਂਦੇ ਨੇ। ਹੁਣ ਕੁੜੀਆਂ 'ਚ ਵੀ ਇਹ ਚੀਜ਼ ਮੈਂ ਦੇਖਦਾ। ਇੱਕ ਪਹਿਲੀ ਗੱਲ ਮੈਂ ਇੱਕ ਚੀਜ਼ ਸੁਣਦਾ ਪਿਆ ਸੀ ਕਿ 2 ਸਿਸਟਰਸ ਦੇ ਉੱਤੇ ਇਹ ਸਟੱਡੀ ਹੋਈ ਕਿ ਇੱਕ ਸਿਸਟਰ ਨੂੰ ਨਾ ਸਕਿਜ਼ੋਫਰੇਨੀਆ ਸੀ, ਥੋੜ੍ਹੀ ਪਾਗਲ ਆਪਾਂ ਕਹਿ ਲਈਏ, ਅਤੇ ਦੂਜੀ ਸਿਸਟਰ ਬਿਲਕੁਲ ਨੋਰਮਲ ਸੀ। ਬਟ ਕਿਉਂਕਿ ਦੂਜੀ ਸਿਸਟਰ ਉਹਦੇ ਨਾਲ ਰਹਿੰਦੀ ਸੀ, ਸਲੋਲੀ ਉਹਨੇ ਵੀ ਉਸ ਸਕਿਜ਼ੋਫਰੇਨੀਆ ਡਿਵੈਲਪ ਕਰਨਾ ਸ਼ੁਰੂ ਕਰਤਾ। ਉਹ ਇਨਵਾਇਰਮੈਂਟ ਕਰਕੇ
ਆਈ ਥਿੰਕ ਬ੍ਰੇਨ ਵੇਵਸ ਦਾ ਕੁਛ ਸੀ ਕਿ ਉਹ ਪਿਕ ਕਰ ਲੈਂਦਾ ਬ੍ਰੇਨ ਇੱਦਾਂ ਦੀਆਂ ਵੇਵਸ ਵਗੈਰਾ ਵਗੈਰਾ। ਚਲੋ ਇਹਦੇ ਵਿੱਚ ਡੀਪ ਡਾਊਨ ਨਹੀਂ ਕਿਉਂਕਿ ਮੈਂ ਜ਼ਿਆਦਾ ਨਹੀਂ ਜਾਣਦਾ, ਬਟ ਇੱਕ ਓਬਜ਼ਰਵੇਸ਼ਨ ਕਿਸੇ ਬੰਦੇ ਨੇ ਮੈਨੂੰ ਦੱਸੀ। ਤੇ ਕੁੜੀਆਂ ਨਾ, ਜਿੱਦਾਂ ਹੁਣ ਮੁੰਡਿਆਂ ਦੀ ਮੈਂ ਗੱਲ ਕੀਤੀ ਕਿ 5 ਮੁੰਡੇ ਆਪਣੇ ਆਸੇ-ਪਾਸੇ ਦੇਖ ਕੇ ਤੁਸੀਂ ਆਪਣੀ ਸਕਸੈਸ ਦੇਖ ਸਕਦੇ ਹੋ ਕਿ ਫਿਊਚਰ ਦੇ ਵਿੱਚ ਤੁਸੀਂ ਸਕਸੈਸਫੁਲ ਹੋਣਾ ਕਿ ਨਹੀਂ। ਹੁਣ ਕੁੜੀਆਂ ਦੇ ਵਿੱਚ ਨਾ, ਕੁੜੀਆਂ ਬੜੀਆਂ ਟੈਰੀਟੋਰੀਅਲ ਹੁੰਦੀਆਂ ਨੇ। ਹੁਣ ਇੱਕ ਗਰੁੱਪ ਮੈਂ ਜਾਣਦਾ ਵਾਂ ਕੁੜੀਆਂ ਦਾ ਕਿ ਉਹਨਾਂ ਨੇ ਸਾਰੀ ਉਮਰ ਲਗਭਗ ਆਪਣੀ ਪਾਰਟੀ ਕੀਤੀ ਆ ਤੇ ਸਾਰੀਆਂ ਸਿੰਗਲ ਨੇ, ਸਾਰੀਆਂ ਬੈਸਟ ਫਰੈਂਡ ਨੇ, ਸਾਰੀਆਂ ਸਿੰਗਲ ਨੇ। ਕੁੜੀਆਂ ਦੇ ਵਿੱਚ ਨਾ ਇੱਕ ਚੀਜ਼ ਹੈ ਕਿ ਜਦੋਂ ਕੁੜੀਆਂ ਸਿੰਗਲ ਹੁੰਦੀਆਂ ਨੇ ਨਾ, ਉਹ ਕਿਸੇ ਵੀ ਆਪਣੀ ਫਰੈਂਡ ਨੂੰ ਅਗਰ ਉਹਨਾਂ ਨੂੰ ਸਹੀ ਮੁੰਡਾ ਮਿਲਦਾ, ਉਹ ਉਹ ਤੋਂ ਡਿਟੈਚ ਕਰਨ ਦੀਆਂ ਥੋੜ੍ਹੀ ਜਿਹੀ ਕੋਸ਼ਿਸ਼ ਕਰਦੀਆਂ ਨੇ ਕਿ ਉਹਨੂੰ ਕੋਈ ਵਧੀਆ ਮੁੰਡਾ ਕਿੱਦਾਂ ਮਿਲ ਗਿਆ। ਠੀਕ ਹੈ, ਹੁਣ ਕੁੜੀਆਂ ਕੀ ਕਰਦੀਆਂ, ਜਦੋਂ ਕੁੜੀਆਂ ਦੇ ਵਿੱਚ ਕੋਈ ਰਿਲੇਸ਼ਨਸ਼ਿਪ ਪ੍ਰੋਬਲਮ ਹੁੰਦੀ ਹੈ ਨਾ, ਉਹ ਓਬਵੀਅਸਲੀ ਆਪਣੀ ਫਰੈਂਡਸ ਕੋਲ ਜਾਣਗੀਆਂ ਤੇ ਉਹ ਸਾਰੀਆਂ ਚੀਜ਼ਾਂ ਦੱਸ ਦਿੰਦੀਆਂ ਨੇ ਕਿ ਆਹ ਪ੍ਰੋਬਲਮ ਹੈ। ਤੇ ਕੁੜੀਆਂ ਹਮੇਸ਼ਾ ਨੈਗੇਟਿਵ ਚੀਜ਼ ਤੋਂ ਸ਼ੁਰੂ ਕਰਦੀਆਂ ਨੇ ਕਿ ਮੁੰਡੇ ਦੇ ਵਿੱਚ ਕੀ ਪ੍ਰੋਬਲਮ ਹੈ। ਉਹਨਾਂ ਨੇ ਇਹ ਦੱਸਣਾ ਕਿ ਮੁੰਡਾ ਚੰਗੀ ਆ ਵੀ ਚੀਜ਼ ਕਰਦਾ, ਆ ਵੀ ਚੀਜ਼ ਕਰਦਾ, ਆ ਵੀ ਚੀਜ਼ ਕਰਦਾ। ਉਹ ਹਮੇਸ਼ਾ ਨੈਗੇਟਿਵ ਚੀਜ਼ਾਂ ਹੀ ਆਪਣੇ ਫਰੈਂਡਸ ਨੂੰ ਦੱਸਣਗੀਆਂ। ਤੇ ਜਦੋਂ ਤੁਸੀਂ ਆਪਣੇ ਰਿਲੇਸ਼ਨਸ਼ਿਪ ਦੇ ਵਿੱਚ ਆਪਣੀਆਂ ਫਰੈਂਡਸ ਨੂੰ ਐਡ ਕਰ ਲਿਆ, ਆਪਣੇ ਪੇਰੈਂਟਸ ਨੂੰ ਐਡ ਕਰ ਲਿਆ, ਜਾਂ ਆਪਣੇ ਭੈਣ ਭਰਾ ਨੂੰ ਐਡ ਕਰ ਲਿਆ, ਰਿਲੇਟਿਵਸ ਨੂੰ ਐਡ ਕਰ ਲਿਆ, ਟਰਸਟ ਮੀ, ਤੁਹਾਡਾ ਰਿਲੇਸ਼ਨਸ਼ਿਪ, ਤੁਹਾਡੀ ਮੈਰਿਜ ਇਜ਼ ਗੋਨਾ ਗੋ ਇਨ ਗਟਰ। ਜਦੋਂ ਤੀਜਾ ਬੰਦਾ ਇਨਵੋਲਵ ਹੋ ਗਿਆ ਨਾ, ਉਹ ਬੰਦੇ ਨੇ ਕੋਈ ਸਲਾਹ ਤੁਹਾਨੂੰ ਚਾਹੀਦੀ ਨਹੀਂ ਦੇਣੀ। ਉਹ ਬੰਦਾ ਆਪ ਬੜਾ ਸਕਸੈਸਫੁਲ ਹੋਏਗਾ ਨਾ, ਫਿਰ ਕੁਝ ਤੁਹਾਨੂੰ ਦੱਸ ਸਕਦਾ, ਉੱਦਾਂ ਨਹੀਂ। ਤੀਜਾ ਬੰਦਾ ਇਨਵੋਲਵ, ਤੁਹਾਡਾ ਰਿਲੇਸ਼ਨਸ਼ਿਪ ਗਟਰ ਦੇ ਵਿੱਚ। ਦਿਸ ਇਜ਼ ਵਟ ਆਈ ਫੀਲ। ਹੁਣ ਜਿੱਦਾਂ ਮੈਂ ਕਿਹਾ ਨਾ, ਕੁੜੀਆਂ ਦੇ ਲਈ ਰਿਲੇਸ਼ਨਸ਼ਿਪ ਸਕਸੈਸਫੁਲ ਹੋਣ ਜਾਂ ਨਾ ਹੋਣ ਦਾ ਕਾਰਨ ਇਹੀ ਕਿ ਉਹਨਾਂ ਦੀ ਸਰਾਊਂਡਿੰਗਸ, ਉਹਨਾਂ ਦਾ ਇਨਵਾਇਰਮੈਂਟ ਬੜਾ ਮੈਟਰ ਕਰਦਾ। ਅਗਰ ਇੱਕ ਕੁੜੀ ਦੇ ਆਸੇ-ਪਾਸੇ ਸਾਰੀਆਂ ਕੁੜੀਆਂ ਸਿੰਗਲ ਹੀ ਹੈ ਨਾ, ਤਾਂ ਇੱਕ ਕੁੜੀ ਅਗਰ ਚਾਹੁੰਦੀ ਵੀ ਰਿਲੇਸ਼ਨਸ਼ਿਪ 'ਚ ਆਉਣਾ, ਉਹ ਨਹੀਂ ਆ ਸਕਦੀ। ਉਹ ਆਸੇ-ਪਾਸੇ ਜੋ ਟੈਰੀਟੋਰੀਅਲ ਚੀਜ਼ ਹੁੰਦੀ ਹੈ ਨਾ ਕੁੜੀਆਂ ਦੇ ਵਿੱਚ, ਉਹ ਨਹੀਂ ਆਉਣ ਦੇਣਗੀਆਂ ਉਹਨੂੰ। ਠੀਕ ਹੈ, ਹੁਣ ਅਗਰ ਸਾਰੀਆਂ ਕੁੜੀਆਂ ਦਾ ਵਿਆਹ ਹੋ ਗਿਆ ਤਾਂ ਇੱਕ ਕੁੜੀ ਸਿੰਗਲ ਹੈ ਨਾ, ਉਹ ਵੀ ਬਹੁਤ ਜਲਦੀ ਰਿਲੇਸ਼ਨਸ਼ਿਪ ਦੇ ਵਿੱਚ ਆ ਜਾਏਗੀ। ਤੇ ਹੁਣ ਫੈਮਿਲੀ ਦੇ ਵਿੱਚ, ਜਿੱਦਾਂ ਤੁਸੀਂ ਕਿਹਾ, ਫੈਮਿਲੀ ਹਿਸਟਰੀ ਬੜੀ ਮੈਟਰ ਕਰਦੀ ਹੈ, ਫੈਮਿਲੀ ਸਰਾਊਂਡਿੰਗ ਬੜੀ ਮੈਟਰ ਕਰਦੀ। ਤੇ ਆਈ ਡੂ ਬਿਲੀਵ ਕਿ ਇਹ ਚੀਜ਼ ਮੈਟਰ ਕਰਦੀ ਹੈ। ਤੁਹਾਡਾ ਰਿਲੇਸ਼ਨਸ਼ਿਪ ਤੁਹਾਡੇ ਫਾਦਰ ਨਾਲ ਕਿੱਦਾਂ ਸੀ, ਤੁਹਾਡੀ ਮਦਰ ਦਾ ਕਿੱਦਾਂ ਸੀ, ਤੁਹਾਡੇ ਫਾਦਰ ਤੇ ਮਦਰ ਦੇ ਨਾਲ ਰਿਲੇਸ਼ਨਸ਼ਿਪ ਕਿੰਨਾ ਸੀ। ਠੀਕ ਹੈ, ਉਹ ਚੀਜ਼ ਦੇਖਣੀ ਉਹ ਇੱਕ ਵਧੀਆ ਚੀਜ਼ ਹੈ। ਅਗਰ ਤੁਹਾਨੂੰ ਉਹ ਡੇਟਾ ਦੀ ਐਕਸੈਸ ਹੈ ਤਾਂ। ਕੁੜੀਆਂ ਹੁੰਦੀਆਂ ਨਾ ਡੈਡੀ ਇਸ਼ੂਜ਼ ਨਾਲ, ਕੁੜੀਆਂ ਨੂੰ ਡੈਡੀ ਇਸ਼ੂ ਹੈ ਕਿ ਕੁੜੀਆਂ ਹਮੇਸ਼ਾ ਸੀਕ ਕਰਦੀਆਂ ਨੇ ਕਿ ਜਿੱਦਾਂ ਦਾ ਡੈਡੀ ਉਹਨਾਂ ਦਾ ਸੀ ਨਾ, ਉਹ ਮੁੰਡਾ ਵੀ ਉੱਦਾਂ ਦਾ ਹੀ ਭਾਲਦੀਆਂ ਨੇ। ਅਗਰ ਉਹਨਾਂ ਦੇ ਡੈਡੀ ਨੇ ਉਹਨਾਂ ਨੂੰ ਬੜੀ ਹੇਟ ਕੀਤੀ ਨਾ, ਤੇ ਕੁੜੀਆਂ ਓਬਵੀਅਸਲੀ ਆਪਣੇ ਉਹ ਹਸਬੈਂਡ ਵੱਲ ਉਹ ਲੀਕੇਜ ਇਮੋਸ਼ਨਸ ਦੀ ਹੋਣੀ ਸ਼ੁਰੂ ਹੋ ਜਾਂਦੀ ਹੈ, ਤੇ ਹਸਬੈਂਡ ਨੂੰ ਜਾਂ ਪਾਰਟਨਰ ਨੂੰ ਬੜਾ ਟੌਰਚਰ ਕਰਦੀਆਂ ਨੇ। ਇਹ ਇੱਕ ਆਬਜ਼ਰਵੇਸ਼ਨ ਹੈ, ਫੈਕਟਸ ਨਹੀਂ ਨੇ। ਇਹ ਹੋ ਸਕਦਾ, ਇਹਦੀ ਪੋਸੀਬਿਲਿਟੀ ਹੈ। ਇੱਕ ਸਾਈਕੋਲੋਜਿਸਟ ਨੂੰ ਮੈਂ ਸੁਣਦਾ ਪਿਆ ਸੀ, ਉਹਦੀ, ਇਹ ਮੇਰੀ ਆਬਜ਼ਰਵੇਸ਼ਨ ਨਹੀਂ। ਸੋ ਡੋਂਟ ਹੇਟ ਮੀ ਔਨ ਦੈਟ। ਤੇ ਜਿੱਦਾਂ ਮੈਂ ਕਿਹਾ, ਸਰਾਊਂਡਿੰਗਸ ਬਹੁਤ ਜ਼ਿਆਦਾ ਮੈਟਰ ਕਰਦੀ ਹੈ। ਅਗਰ ਐਕਸੈਸ ਹੈ ਤੁਹਾਡੀ, ਅਗਰ ਤੁਸੀਂ ਕਿਸੇ ਨੂੰ ਡੇਟ ਕਰਦੇ ਪਏ ਹੋ, ਭਾਵੇਂ ਮੁੰਡਾ ਹੋਵੇ ਜਾਂ ਕੁੜੀ ਹੋਵੇ, ਜ਼ਰੂਰ ਦੇਖੋ ਕਿ ਕੁੜੀ ਦਾ ਜਾਂ ਮੁੰਡੇ ਦਾ, ਉਹਨਾਂ ਦਾ ਰਿਲੇਸ਼ਨਸ਼ਿਪ ਫਾਦਰ ਸਾਹਿਬ ਦੇ ਨਾਲ ਜਾਂ ਮਦਰ ਦੇ ਨਾਲ ਕਿੱਦਾਂ ਦਾ, ਜਾਂ ਪੇਰੈਂਟਸ ਦਾ ਆਪਸ ਦੇ ਵਿੱਚ ਰਿਲੇਸ਼ਨਸ਼ਿਪ ਕਿੱਦਾਂ। ਉਹ ਅਪਬ੍ਰਿੰਗਿੰਗ ਦੇ ਵਿੱਚ ਬਹੁਤ ਜ਼ਿਆਦਾ ਮੈਟਰ ਕਰਦਾ। ਠੀਕ ਹੈ, ਅਗਰ ਘਰ ਦੇ ਵਿੱਚ ਕੋਈ ਸੈਪਰੇਟਡ ਹੈ, ਜਾਂ ਅਗਰ ਕੋਈ ਕਹਿ ਲਈਏ ਡਾਈਵੋਰਸੀ ਹੈ, ਜਾਂ ਘਰ ਦੇ ਵਿੱਚ ਮੰਮੀ ਡੈਡੀ ਦੀ ਨਹੀਂ ਬਣਦੀ, ਉਹ ਕਿਤੇ ਨਾ ਕਿਤੇ ਇਮੋਸ਼ਨਸ ਤੁਹਾਡੇ ਰਿਲੇਸ਼ਨਸ਼ਿਪ ਦੇ ਵਿੱਚ ਆਉਣਗੇ ਹੀ। ਅਗਰ ਘਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੈ, ਉਹ ਤੁਹਾਡੀ ਰਿਲੇਸ਼ਨਸ਼ਿਪ ਦੇ ਵਿੱਚ ਆਏਗੀ ਹੀ। ਅਗਰ ਕੋਈ ਘਰ ਬੜਾ ਸਟੇਬਲ ਹੈ ਨਾ, ਕੋਈ ਡਿਵੋਰਸ ਹੀ ਨਹੀਂ ਘਰ ਦੇ ਵਿੱਚ, ਕੋਈ ਸੈਪਰੇਟਡ ਨਹੀਂ, ਸਾਰਾ ਬਿਲਕੁਲ ਪਰਫੈਕਟ ਹੈ, ਤੇ ਆਈ ਥਿੰਕ ਚਾਂਸਿਸ ਤੁਹਾਡੇ ਰਿਲੇਸ਼ਨਸ਼ਿਪ ਦੇ, ਤੁਹਾਡੀ ਗਰਲਫ੍ਰੈਂਡ ਬॉयਫ੍ਰੈਂਡ ਜਾਂ ਹਸਬੈਂਡ ਵਾਈਫ ਦੇ ਬਹੁਤ ਜ਼ਿਆਦਾ ਵਧੀਆ ਹੋਣਗੇ। ਤੇ ਦਿਸ ਇਜ਼ ਵਟ ਆਈ ਫੀਲ ਲਾਈਕ ਕਿ ਤੁਸੀਂ ਹਮੇਸ਼ਾ ਉਹੀ ਬੰਦਿਆਂ ਦੇ ਨਾਲ ਆਪਣੇ ਆਪ ਨੂੰ ਸਰਾਊਂਡ ਕਰੋ ਜਿਨ੍ਹਾਂ ਦੇ, ਅਗਰ ਤੁਸੀਂ ਵਧੀਆ ਰਿਲੇਸ਼ਨਸ਼ਿਪ ਚਾਹੁੰਦੇ ਹੋ, ਉਹੀ ਬੰਦਿਆਂ ਨੂੰ ਆਪਣੇ ਆਪ ਆਸੇ-ਪਾਸੇ ਸਰਾਊਂਡ ਕਰੋ ਜੋ ਬੜੇ ਸਟੇਬਲ ਨੇ ਆਪਣੇ ਰਿਲੇਸ਼ਨਸ਼ਿਪ ਦੇ ਵਿੱਚ, ਜੋ ਜ਼ਿਆਦਾ ਹੁੱਕਅਪ ਕਲਚਰ ਦੇ ਵਿੱਚ ਬਿਲੀਵ ਨਹੀਂ ਕਰਦੇ, ਜਾਂ ਜ਼ਿਆਦਾ ਡੇਟਿੰਗ ਦੇ ਵਿੱਚ ਬਿਲੀਵ ਨਹੀਂ ਕਰਦੇ, ਕਿਉਂਕਿ ਉਹਨਾਂ ਦੀ ਸੋਚਣੀ ਤੁਹਾਨੂੰ ਇੰਪੈਕਟ ਕਰਦੀ ਪਈ ਹੈ, ਤੁਹਾਨੂੰ ਮੈਨੂਪੂਲੇਟ ਕਰਦੀ ਪਈ ਹੈ, ਭਾਵੇਂ ਤੁਸੀਂ ਮੰਨੋ ਜਾਂ ਨਾ ਮੰਨੋ। ਅਗਰ ਤੁਹਾਡੇ ਗਰੁੱਪ ਦੇ ਵਿੱਚ ਸਾਰੇ ਸਿੰਗਲ ਨੇ ਨਾ, ਟਰਸਟ ਮੀ, ਤੁਸੀਂ ਵੀ ਸਿੰਗਲ ਰਹਿਣਾ, ਤੁਹਾਨੂੰ ਰਿਲੇਸ਼ਨਸ਼ਿਪ ਦੇ ਵਿੱਚ ਕੋਈ ਨਹੀਂ ਆਉਣ ਦੇਗਾ। ਚਲੋ, ਇਹ ਸੀ ਮੇਰੀ ਆਬਜ਼ਰਵੇਸ਼ਨ। ਤੇ ਲੈਂਦੇ ਹਾਂ ਆਪਾਂ ਲਾਸਟ ਮੈਸੇਜ, ਤੇ ਇਹ ਉਹੀ ਸਾਬੀ ਨੇ ਮੈਨੂੰ ਮੈਸੇਜ ਕੀਤਾ। ਥੈਂਕ ਯੂ ਭਾਜੀ,
ਮੈਸੇਜ ਭੇਜਣ ਵਾਸਤੇ। ਤੇ ਗੱਲ ਇਦਾਂ ਵੀ ਮੇਰੇ ਹਿਸਾਬ ਨਾਲ ਤਾਂ 25 ਸਾਲ ਦੀ ਬੈਸਟ ਉਮਰ ਹੈ ਵਿਆਹ ਕਰਨ ਲਈ। ਇਸ ਤੋਂ ਨਾ ਪਹਿਲਾਂ ਹੋ ਜੇ ਇਟਸ ਓਕੇ, ਬਟ ਇਸ ਤੋਂ ਜ਼ਿਆਦਾ ਲੇਟ ਨਾ ਹੋਵੇ। ਕਈ ਕਹਿੰਦੇ ਆ ਵੀ ਕੈਰੀਅਰ ਕਰ ਲਈਏ, ਉਹ ਕਰ ਲਈਏ। ਕਦੀ ਨਾ ਕਦਾਈ ਮੈਂ ਵੀ ਇਹੀ ਸੋਚਦਾ ਹੁੰਦਾ ਸੀ, ਬਟ ਕਿਤੇ ਨਾ ਕਿਤੇ ਇਹ ਹੁਣ ਹੋ ਗਿਆ ਵਾ, ਅਹਿਸਾਸ ਹੋ ਗਿਆ ਕਿ ਨਹੀਂ 25 ਕੁ ਹੀ ਠੀਕ ਆ। ਉਹਦੇ ਰੀਜ਼ਨ ਪਹਿਲੀ ਗੱਲ ਤਾਂ ਇਹ ਜਿੰਨੀ ਕੁ ਅਕਲ ਹੋਣੀ 25 'ਚ ਆ ਜਾਂਦੀ ਹੁੰਦੀ ਆ। ਸੈਕੰਡ ਰੀਜ਼ਨ ਇਹ ਕਿ ਇਸ ਤੋਂ ਜ਼ਿਆਦਾ ਲੇਟ ਕਰੀ ਜਾਓਗੇ ਤਾਂ ਕੱਲ੍ਹ ਨੂੰ ਜਵਾਕ ਜਵੂਕ ਕਰਨ ਨੂੰ ਵੀ ਲੋਕਾਂ ਨੂੰ ਪ੍ਰੋਬਲਮ ਆਉਂਦੀ ਆ। ਅਤੇ ਤੀਸਰੀ ਮੇਨ ਵਜ੍ਹਾ ਇਹ ਹੈ ਕਿ ਜਦੋਂ ਨੂੰ ਨਿਆਣੇ ਯੰਗ ਹੁੰਦੇ ਆ ਉਦੋਂ ਤੱਕ ਬੰਦੇ ਦੇ ਉੱਦਾਂ ਹੀ ਪੱਲੇ ਹੀ ਨਹੀਂ ਕੱਖ ਰਹਿੰਦਾ ਨਾ, ਬੁੱਢੇ ਹੋ ਜਾਂਦੇ ਆ ਮਾਂ ਬਾਪ। ਕਿਉਂਕਿ ਮੈਂ ਆਪਣੇ ਆਸੇ ਪਾਸੇ ਆਪਣੇ ਯਾਰ ਦੋਸਤ ਵੀ ਵੇਖਦਾ ਹੁੰਦਾ ਜਿਨ੍ਹਾਂ ਨੇ ਅਰਲੀ ਵਿਆਹ ਕੀਤੇ ਸੀ, ਵੀ ਅਰਾਊਂਡ 20s ਦੇ ਵਿੱਚ ਉਹਨਾਂ ਦੇ ਜਵਾਕ ਉਹਨਾਂ ਦੇ ਹਾਣ ਦੇ ਹੋ ਗਏ ਆ। ਜੇ ਅੱਜ ਚਾਹੁਣ ਉਹ ਰਿਟਾਇਰ ਵਗੈਰਾ ਹੋ ਕੇ ਆਪਣੀ ਲਾਈਫ ਵੀ ਇੰਜੋਏ ਕਰ ਸਕਦੇ ਆ। ਤੁਹਾਨੂੰ ਨਹੀਂ ਤੇ ਬਾਹਲੀ ਜ਼ਿਆਦਾ ਏਜ ਤੱਕ ਆਪਣੇ ਬੱਚਿਆਂ ਲਈ ਕੰਮ ਕਰਨਾ ਪੈਂਦਾ ਵਾ। ਓਕੇ ਜੀ, ਅੱਛਾ ਭਾਜੀ ਨੇ ਪ੍ਰਪੋਨੈਂਟ ਕਿ ਅਰਲੀ ਮੈਰਿਜ ਹੋਣੀ ਚਾਹੀਦੀ। ਹੁਣ ਅਰਲੀ ਮੈਰਿਜ ਦੇ ਫਾਇਦੇ ਤੇ ਹੈ ਨੇ। ਅਗਰ ਤੁਸੀਂ 25 ਦੇ ਵਿੱਚ ਤੁਹਾਡਾ ਪਾਰਟਨਰ ਤੁਹਾਨੂੰ ਮਿਲਦਾ, ਉਹ ਇੱਕ ਵਧੀਆ ਗੱਲ ਹੈ। ਮੈਂ ਜਦੋਂ ਸੀ ਨਾ ਇੰਡੀਆ ਦੇ ਵਿੱਚ, ਜਦੋਂ ਮੈਂ ਟੀਨੇਜਰ ਸੀ, ਜਦੋਂ ਕੇਬਲ TV ਐਕਸਪੋਜਰ ਨਹੀਂ ਸੀ ਹੋਇਆ, ਕੇਬਲ TV ਨਹੀਂ ਆਇਆ ਪਿੰਡ ਦੇ ਵਿੱਚ ਜਾਂ ਡਿਸ਼ ਨਹੀਂ ਸੀ ਆਈ, ਮੈਂ ਸੋਚਦਾ ਹੁੰਦਾ ਸੀ ਕਿ ਮੈਂ ਸਕੂਲ ਫਿਨਿਸ਼ ਕਰਾਂਗਾ, ਖੇਤੀਬਾੜੀ ਕਰਾਂਗਾ, ਐਂਡ ਦੈਨ 22-23 ਦੇ ਵਿੱਚ ਮੇਰਾ ਵਿਆਹ ਹੋ ਜਾਣਾ, ਫਿਰ ਬੱਚੇ ਹੋ ਜਾਣਗੇ ਐਂਡ ਲਾਈਫ ਸੈੱਟ ਹੈ, ਫਿਰ ਕੋਈ ਨਾ ਕੋਈ ਕੰਮ ਸ਼ੁਰੂ ਕਰਾਂਗੇ। ਇੱਕ ਸਿੰਪਲ ਜੀ ਲਾਈਫ ਸੀ ਮੇਰੀ, ਅਤੇ ਇਹ ਸਿੰਪਲ ਜੀ ਮੇਰੀ ਸੋਚਣੀ ਵੀ ਸੀ। ਹੁਣ ਇਮੈਜਿਨ ਕਰੋ ਅਗਰ 25 ਦੇ ਵਿੱਚ ਮੈਨੂੰ ਰਾਈਟ ਵਨ ਮਿਲ ਜਾਂਦੀ, ਕੋਈ ਸਹੀ ਕੁੜੀ ਮਿਲ ਜਾਂਦੀ, ਵਿਆਹ ਹੋ ਜਾਂਦਾ, ਅਤੇ ਪੋਸੀਬਿਲਿਟੀ 50-50 ਸੀ ਕਿ ਮੇਰਾ ਕੋਈ ਬਿਜ਼ਨਸ ਗਰੋ ਹੋ ਜਾਂਦਾ ਜਾਂ ਮੈਨੂੰ ਸਪੋਰਟ ਵਧੀਆ ਮਿਲਦੀ, ਜਾਂ ਇਹ ਵੀ ਸੀ ਕਿ ਸ਼ਾਇਦ ਅਗਰ ਪਾਰਟਨਰ ਵਧੀਆ ਨਾ ਮਿਲਦਾ ਤਾਂ ਉਹੀ ਚੀਜ਼ ਉਲਟੀ ਵੀ ਹੋਣੀ ਸੀ। ਅਤੇ ਜਿੱਦਾਂ ਜਿੱਦਾਂ ਹੁਣ ਡਿਸ਼ ਦਾ ਐਕਸਪੋਜਰ ਆਇਆ ਜਾਂ ਕੇਬਲ TV ਦਾ ਐਕਸਪੋਜਰ ਆਇਆ, ਫਿਰ ਮੈਂ ਬਾਹਰ ਆ ਗਿਆ, ਇੱਥੋਂ ਦਾ ਐਕਸਪੋਜਰ ਆਇਆ, ਉਹ ਸਟੈਂਡਰਡ ਬੜੇ ਹਾਈ ਹੋ ਗਏ ਜਿੱਦਾਂ ਮੈਂ ਪਹਿਲਾਂ ਮੈਂਸ਼ਨ ਕੀਤਾ। ਅਤੇ ਜਦੋਂ ਸਟੈਂਡਰਡ ਹਾਈ ਹੋ ਜਾਣ, ਡੇਟਿੰਗ ਕਰਨਾ ਤੁਹਾਡੇ ਵਾਸਤੇ ਜਾਂ ਪਾਰਟਨਰ ਨੂੰ ਚੁਣਨਾ ਬਹੁਤ ਔਖਾ ਰਹਿੰਦਾ। ਹੁਣ ਵਧੀਆ ਗੱਲ ਅਰਲੀ ਮੈਰਿਜ ਦੀ ਇਹ ਵੇ ਕਿ ਜਦੋਂ ਤੁਹਾਨੂੰ ਪਾਰਟਨਰ ਮਿਲ ਜਾਂਦਾ ਤੁਹਾਡਾ, ਠੀਕ ਹੈ, 25 ਦੇ ਵਿੱਚ ਸੋਚੋ ਤੁਹਾਡਾ ਵਿਆਹ ਹੋ ਗਿਆ, ਹੁਣ ਉਹ ਇੱਕ ਦਿਮਾਗ ਦਾ ਜੋ ਪਾਰਟ ਹੈ ਨਾ, ਜੋ ਪਾਰਟਨਰ ਨੂੰ ਲੱਭਦਾ ਪਿਆ ਜਾਂ ਮੇਟ ਨੂੰ ਲੱਭਦਾ ਪਿਆ, ਉਹ ਛੱਡਣ ਹੋ ਜਾਂਦਾ। ਅਤੇ ਉਹ ਐਨਰਜੀ ਜੋ ਹੁਣ 30s ਦੇ ਵਿੱਚ ਲੋਕੀ ਵੇਸਟ ਕਰਦੇ ਨੇ ਕਿ ਯਾਰ ਕੋਈ ਪਾਰਟਨਰ ਲੱਭੀ ਜਾਂ ਡੇਟਿੰਗ ਕਰੀਏ ਜਾਂ ਵਿਆਹ ਕਰਾਉਣਾ ਜਾਂ ਵਧੀਆ ਕੁੜੀ ਜਾਂ ਮੁੰਡਾ ਕਿੱਦਾਂ ਲੱਭੀਏ, ਜਿੰਨੀ ਐਨਰਜੀ ਇਹਨਾਂ ਚੀਜ਼ਾਂ ਦੇ ਵਿੱਚ ਵੇਸਟ ਹੁੰਦੀ ਹੈ, ਉਹ ਐਨਰਜੀ ਵੇਸਟ ਨਹੀਂ ਹੁੰਦੀ ਅਤੇ ਉਹਨੂੰ ਤੁਸੀਂ ਇੱਕ ਵਧੀਆ ਚੀਜ਼ ਦੇ ਵਿੱਚ ਇਨਵੈਸਟ ਕਰ ਸਕਦੇ ਹੋ। ਅਤੇ ਐਨਰਜੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਅਗਰ ਤੁਸੀਂ ਸਕਸੈਸਫੁਲ ਹੋਣਾ ਲਾਈਫ ਦੇ ਵਿੱਚ, ਅਗਰ ਤੁਸੀਂ ਬਿਜ਼ਨਸ ਸ਼ੁਰੂ ਕਰਨਾ ਲਾਈਫ ਦੇ ਵਿੱਚ। ਬਟ ਅਗਰ ਤੁਸੀਂ ਇਸੇ ਚੱਕਰ ਦੇ ਵਿੱਚ ਪਏ ਹੋਏ ਹੋ ਕਿ ਯਾਰ ਪਾਰਟਨਰ, ਵਿਆਹ, ਗਰਲਫ੍ਰੈਂਡ, ਬॉयਫ੍ਰੈਂਡ, ਰਿਲੇਸ਼ਨਸ਼ਿਪ ਪ੍ਰੋਬਲਮਸ ਐਂਡ ਆਲ ਦੈਟ ਸਟਫ, ਅਤੇ ਇਹ ਚੀਜ਼ ਬਹੁਤ ਜ਼ਿਆਦਾ ਇੰਪੈਕਟ ਕਰਦੀ ਹੈ ਤੁਹਾਡੇ ਬਿਜ਼ਨਸ ਦੇ ਉੱਤੇ ਜਾਂ ਤੁਹਾਡੇ ਕਰੀਅਰ ਦੇ ਉੱਤੇ। ਅਤੇ ਭਾਜੀ ਨੇ ਜਿੱਦਾਂ ਕਿਹਾ ਕਿ ਅਗਰ 25 ਦੇ ਵਿੱਚ ਉਹਨਾਂ ਦੇ ਹਿਸਾਬ ਨਾਲ 25 ਪਰਫੈਕਟ, ਅਤੇ ਇਹਦੇ ਬੈਨੀਫਿਟ ਹੈ ਵੀ ਨੇ ਕਿਉਂਕਿ ਇਹ ਬੜਾ ਨਾ ਇੰਪੋਰਟੈਂਟ ਡਿਸੀਜਨ ਹੈ ਤੁਹਾਡੀ ਲਾਈਫ ਦਾ, ਠੀਕ ਹੈ। ਅਤੇ ਮੈਂ ਮੰਨਦਾ ਵਾਂ ਕਿ 25 ਥੋੜ੍ਹਾ ਜਿਹਾ ਅਰਲੀ ਹੋ ਜਾਂਦਾ, ਠੀਕ ਹੈ, ਬੱਚੇ ਵੀ ਹੋ ਜਾਣਗੇ ਕਿਉਂਕਿ ਇੱਥੇ ਮੈਂ ਦੇਖਦਾ ਹੁੰਦਾ ਕਿ ਜੋ ਗੋਰੇ ਨੇ ਕਦੀ ਕਦੇ ਨਾ ਬਹੁਤ ਜ਼ਿਆਦਾ ਲੇਟ ਬੱਚੇ ਇਹਨਾਂ ਦੇ ਹੁੰਦੇ ਨੇ, ਜਾਂ ਇਹ ਪਲਾਨ ਹੀ ਬਹੁਤ ਲੇਟ ਕਰਦੇ ਕਿਉਂਕਿ ਸ਼ੁਰੂਆਤ ਦੇ ਵਿੱਚ ਬੜੇ ਬਿਜ਼ੀ ਸੀ ਆਪਣੇ ਕਰੀਅਰ ਦੇ ਵਿੱਚ, ਅਤੇ ਆਪ ਉਹ 60 ਸਾਲਾਂ ਦੇ ਹੁੰਦੇ ਨੇ ਅਤੇ ਬੱਚੇ ਉਹਨਾਂ ਦੇ ਟੀਨੇਜਰ ਹੁੰਦੇ ਨੇ, ਅਤੇ ਟੀਨੇਜਰਸ ਦੇ ਵਿੱਚ ਬਹੁਤ ਜ਼ਿਆਦਾ ਐਨਰਜੀ ਹੁੰਦੀ ਹੈ, ਅਤੇ ਜਦੋਂ ਉਹ ਬਾਹਰ ਹੋਣ ਅਤੇ ਉਹ ਪਿੱਛੇ ਪਿੱਛੇ ਹੌਲੀ ਹੌਲੀ ਅਤੇ ਬੱਚੇ ਉਹਨਾਂ ਦੇ ਅੱਗੇ ਅੱਗੇ ਖੇਡਦੇ, ਅਤੇ ਉਹ ਇੱਕ ਕੰਬੀਨੇਸ਼ਨ ਵੀ ਵਧੀਆ ਨਹੀਂ ਲੱਗਦਾ। ਅਤੇ ਮੈਂ ਵੀ ਕਦੀ ਕਦੀ ਸੋਚਦਾ ਹੁੰਦਾ ਕਿ ਦਿਸ ਇਜ਼ ਦਾ ਰਾਈਟ ਟਾਈਮ ਫॉर ਮੀ ਕਿ ਮੈਂ ਜਦੋਂ 50 ਦਾ ਹੋਵਾਂ ਜਾਂ ਮੈਂ 60 ਦਾ ਹੋਵਾਂ, ਬੱਚੇ ਮੇਰੇ 25 ਜਾਂ 30 ਦੇ ਹੋਣ, ਅਤੇ ਅਸੀਂ ਇਕੱਠੇ ਬੈਠ ਕੇ ਕੁਛ ਚੀਜ਼ਾਂ ਕਰ ਸਕੀਏ। ਅਤੇ ਇਹ ਇੱਕ ਪ੍ਰੋ ਚੀਜ਼ ਹੈ ਅਗਰ ਤੁਸੀਂ ਵਿਆਹ ਅਰਲੀ ਕਰਵਾ ਲੈਂਦੇ ਹੋ। ਅਗਰ ਤੁਸੀਂ ਵਿਆਹ ਅਰਲੀ ਕਰਵਾ ਲੈਂਦੇ ਹੋ, ਤੁਹਾਡੀ ਐਨਰਜੀ ਬਹੁਤ ਜ਼ਿਆਦਾ ਸੇਫ ਹੁੰਦੀ ਹੈ ਜੋ ਤੁਸੀਂ ਵੇਸਟ ਕਰਦੇ ਹੋ ਰਿਲੇਸ਼ਨਸ਼ਿਪ ਪ੍ਰੋਬਲਮਸ ਦੇ ਵਿੱਚ। ਅਤੇ ਮੈਂ ਮੰਨਦਾ ਹਾਂ ਕਿ ਇਹ ਟਰੈਂਡ ਕਿਤੇ ਨਾ ਕਿਤੇ ਹੈ, ਅਗਰ ਨਹੀਂ ਹੈ ਤਾਂ 5 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ, ਕਿਉਂਕਿ ਇੱਧਰ ਇਹ ਸ਼ੁਰੂ ਹੋ ਗਿਆ ਕਿ ਲੋਕੀ ਅਵੋਇਡ ਕਰਦੇ ਪਏ ਨੇ ਮੈਰਿਜਸ, ਅਤੇ ਲੋਕਾਂ ਦੇ ਰਿਲੇਸ਼ਨਸ਼ਿਪ ਦੇ ਵਿੱਚ ਵੀ ਕਰੈਕਸ ਆਉਂਦੇ ਪਏ ਨੇ, ਅਤੇ ਲੋਕੀ ਹਮੇਸ਼ਾ ਇੱਕ ਰੀਜ਼ਨ ਭਾਲਦੇ ਨੇ ਰਿਲੇਸ਼ਨਸ਼ਿਪ ਦੇ ਵਿੱਚੋਂ ਨਿਕਲਣ ਦਾ, ਜਾਂ ਇੱਕ ਕਦੀ ਕਦੀ ਇਹ ਹੋ ਜਾਂਦਾ। ਅਤੇ ਮੈਂ ਬਿਲੀਵ ਕਰਦਾ ਵਾਂ ਕਿ ਸੋਸ਼ਲ ਮੀਡੀਆ ਇੱਕ ਬੜਾ ਤਗੜਾ ਫੈਕਟਰ ਹੈ, ਅਤੇ ਸਭ ਤੋਂ ਤਗੜਾ ਫੈਕਟਰ ਇਹੀ ਹੈ ਕਿ ਅਗਰ ਰਿਲੇਸ਼ਨਸ਼ਿਪ ਕਿਸੇ ਦਾ ਫੇਲ ਹੁੰਦਾ ਜਾਂ ਕਿਸੇ ਦੀ ਮੈਰਿਜ ਫੇਲ ਹੁੰਦੀ ਹੈ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਜੋ ਇੱਕ ਸਟੈਂਡਰਡ ਉਹ ਇੰਸਟਾ ਕਪਲਸ ਨੇ ਬਣਾ ਦਿੱਤੇ ਜਾਂ YouTube ਦੇ ਕਪਲਸ ਨੇ ਬਣਾ ਦਿੱਤੇ ਕਿ ਹਰੇਕ ਚੀਜ਼ ਉਹਨਾਂ ਨੂੰ ਪਰਫੈਕਟ ਹੀ
ਦਰਸਾਈ ਜਾਂਦੀ ਹੈ, ਪਰਫੈਕਟ ਹੀ ਦਿਖਾਈ ਜਾਂਦੀ ਹੈ, ਅਤੇ ਲੋਕ ਫਿਰ ਆਪਣੇ ਰਿਲੇਸ਼ਨਸ਼ਿਪ ਨੂੰ ਉਹਨਾਂ ਦੇ ਨਾਲ ਕੰਪੇਅਰ ਕਰਨਾ ਸ਼ੁਰੂ ਕਰ ਦਿੰਦੇ ਨੇ। ਅਤੇ ਇੱਕ ਜੋ ਸੋਸ਼ਲ ਮੀਡੀਆ ਦੇ ਉੱਤੇ ਸਿਰਫ ਵਿਆਹ ਦੇ ਉੱਤੇ ਹੀ ਬੜੇ ਲੋਕੀ ਕਮੈਂਟ ਕਰਦੇ ਨੇ ਕਿ ਕਿੱਦਾਂ ਦਾ ਵਿਆਹ ਹੋਣਾ ਚਾਹੀਦਾ, ਕਿੱਦਾਂ ਰਿਲੇਸ਼ਨਸ਼ਿਪ ਹੋਣਾ, ਜਿੱਦਾਂ ਉਹ ਜੇ ਸ਼ੈਟੀ ਹੋ ਗਿਆ ਨਾ, ਆਈ ਫਕਿੰਗ ਹੇਟ ਦੈਟ ਗਾਏ। ਆਈ ਥਿੰਕ ਜਦੋਂ ਉਹ ਇੱਕ ਡਾਊਟ ਪਾ ਦਿੰਦੇ ਨੇ ਨਾ ਰਿਲੇਸ਼ਨਸ਼ਿਪ ਦੇ ਵਿੱਚ, ਅਤੇ ਉਦੋਂ ਇਹ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਜਾਂਦੀਆਂ। ਅਤੇ ਇੱਕ ਜਿੱਦਾਂ ਹੁਣ ਜੇਲੋ ਦਾ ਗਾਣਾ ਮੈਂ ਸੁਣਦਾ ਪਿਆ ਸੀ, ਜੈਨੀਫਰ ਲੋਪੇਜ਼, ਉਹਨੇ ਗਾਣਾ ਸੀ ਕਿ ਆਮ ਨੋਟ ਡੂਇੰਗ ਯੋਰ ਲਾਂਡਰੀ ਔਰ ਸਮਥਿੰਗ, ਆਈ ਏਂਟ ਯੋਰ ਮਾਮਾ ਸਮਥਿੰਗ, ਕਿ ਮੈਂ ਤੇਰੀ ਮੰਮੀ ਨਹੀਂ ਹੈ, ਕਿ ਮੈਂ ਤੇਰੀ ਲਾਂਡਰੀ ਨਹੀਂ ਕਰਨੀ, ਨਾ ਮੈਂ ਕੁਕਿੰਗ ਕਰਨੀ ਹੈ। ਮੈਂ ਸੋਚਦਾ ਪਿਆ ਕਿ ਇਹ ਯਾਰ ਇੱਦਾਂ ਦੇ ਗਾਣੇ ਫੀਡ ਹੁੰਦੇ ਪਏ ਨੇ ਕੁੜੀਆਂ ਨੂੰ, ਅਤੇ ਇਹੀ ਚੀਜ਼ ਅਗਰ ਮੁੰਡਾ ਬੋਲੇ ਕਿ ਮੈਂ ਤੇਰੀ ਕੋਈ ਹੈਲਪ ਨਹੀਂ ਕਰਨੀ, ਆਈ ਐਮ ਨੋਟ ਯੋਰ ਡੈਡੀ, ਠੀਕ ਹੈ, ਅਤੇ ਕਿੰਨੀ ਮਾੜੀ ਚੀਜ਼ ਹੋਏਗੀ। ਅਤੇ ਫਿਰ ਮੈਂ ਉਹ ਸਿੰਗਰ ਦੇ ਰਿਲੇਸ਼ਨਸ਼ਿਪ ਦੇਖਦਾ ਪਿਆ ਸੀ ਕਿ ਉੱਦਾਂ ਦੇ ਉਹਦੇ ਰਿਲੇਸ਼ਨਸ਼ਿਪ ਕਿੰਨੇ ਹੋਏ ਨੇ ਪਾਸ ਦੇ ਵਿੱਚ, ਅਤੇ ਉਹਦੀ ਵੀ ਕੋਈ ਮੈਰਿਜ ਸਟੇਬਲ ਨਹੀਂ, ਅਤੇ ਇੱਦਾਂ ਦੀ ਸਿੰਗਰ ਗਾਣੇ ਸੁਣਾਉਂਦੀ ਪਈ ਹੈ। ਅਤੇ ਬਹੁਤ ਕੁੜੀਆਂ ਖਾਸ ਕਰ, ਚਲੋ ਮੁੰਡੇ ਤਾਂ ਫਿਰ ਵੀ ਸੁਣ ਲੈਂਦੇ ਨੇ ਮੁੰਡਿਆਂ ਨੂੰ, ਜਿੱਦਾਂ ਜੋਰਡਨ ਪੀਟਰਸਨ, ਡੇਵ ਸ਼ਪੈਲ, ਵਧੀਆ ਵਧੀਆ ਬੰਦਿਆਂ ਦੇ ਬਹੁਤ ਜ਼ਿਆਦਾ ਨਾਮ ਲਏ ਨੇ ਮੈਂ। ਅਤੇ ਕੁੜੀਆਂ ਕੀ ਸੁਣਦੀਆਂ ਹੋਣਗੀਆਂ? ਆਈ ਡੋਂਟ ਨੋ ਕਿ ਕੁੜੀਆਂ ਕਿਸੇ ਫਿਲੋਸਫੀ ਨੂੰ ਸੁਣਦੀਆਂ ਨੇ ਜਾਂ ਕੁੜੀਆਂ ਕਿਸੇ ਚੱਜਦੇ ਬੰਦੇ ਨੂੰ, ਕਿਉਂਕਿ ਕੁੜੀਆਂ ਦੀ ਮਾਰਕੀਟ ਦਾ ਮੈਨੂੰ ਨਹੀਂ ਪਤਾ ਕਿ ਉਹਨਾਂ ਦੇ ਵਿੱਚ ਕੀ ਟਰੈਂਡ ਚੱਲਦਾ ਪਿਆ ਮੇਕਅਪ ਤੋਂ ਇਲਾਵਾ, ਜਾਂ ਆ ਜੋ ਜੇਲੋ ਹੋ ਗਿਆ, ਜਾਂ ਕਰਦੈਸ਼ੀਅਨਸ ਹੋ ਗਿਆ, ਜਾਂ ਬਿਗ ਬੌਸ ਹੋ ਗਿਆ, ਜਾਂ ਇੱਦਾਂ ਦੀਆਂ ਚੀਜ਼ਾਂ ਹੀ ਇਹ ਕੰਜ਼ਿਊਮ ਕਰਦੀਆਂ ਨੇ। ਅਗਰ ਮੈਨੂੰ ਤੁਸੀਂ ਦੱਸ ਸਕਦੇ ਹੋ ਜ਼ਰੂਰ ਕਮੈਂਟ ਦੇ ਵਿੱਚ ਮੈਨੂੰ ਜ਼ਰੂਰ ਦੱਸਿਓ ਕੁੜੀਆਂ ਵੱਲੋਂ ਕਿ ਉਹ ਕਿਸ ਚੀਜ਼ ਨੂੰ ਕੰਜ਼ਿਊਮ ਕਰਦੀਆਂ ਨੇ, ਕਿਉਂਕਿ ਜਦੋਂ ਮੈਂ ਦੇਖਦਾ ਹਾਂ ਕਿ ਕੁੜੀਆਂ ਦੇ ਵੱਲੋਂ ਕਿੱਦਾਂ ਦੀਆਂ ਚੀਜ਼ਾਂ ਆਉਂਦੀਆਂ ਪਈਆਂ, ਇਟਸ ਨੋਟ ਗੁੱਡ। ਜੇਲੋ ਹੋ ਗਿਆ, ਠੀਕ ਹੈ, ਫਿਰ ਬਿਯੋਂਸੇ ਬਹੁਤ ਇੱਦਾਂ ਦੇ ਗਾਣੇ ਗਾਉਂਦੀਆਂ ਨੇ ਇੰਪਾਵਰਮੈਂਟ ਵਾਲੇ, ਅਤੇ ਉਹਦੀ ਆਪਣੀ ਲਾਈਫ ਕੀ ਹੈ ਕਿ ਉਹਦਾ ਬॉयਫ੍ਰੈਂਡ ਉਹਦੀ ਭੈਣ ਦੇ ਨਾਲ ਚੀਟ ਕਰਦਾ ਪਿਆ ਸੀ, ਭੈਣ ਹੀ ਸੀ ਜਾਂ ਕੁਛ ਹੋਰ ਸੀ, ਕਿਸੇ ਹੋਰ ਦੇ ਨਾਲ ਚੀਟ ਕੀਤਾ, ਜੇ-ਜ਼ੀ ਨੇ, ਠੀਕ ਹੈ, ਬਟ ਫਿਰ ਵੀ ਉਹ ਇੰਪਾਵਰਮੈਂਟ ਦੀ ਗੱਲ ਕਰਦੀ ਪਈ ਹੈ। ਫਿਰ ਰਿਹਾਨਾ, ਇੱਦਾਂ ਦੀਆਂ ਸਿੰਗਰ, ਇਹਨਾਂ ਦੇ ਆਪਣੇ ਰਿਲੇਸ਼ਨਸ਼ਿਪ ਕੀ ਨੇ? ਇਹ ਜੋ ਐਕਟਰ ਨੇ, ਇਹ ਜੋ ਸਿੰਗਰ ਨੇ, ਇੱਕ ਵਧੀਆ ਰੋਲ ਮਾਡਲ ਨਹੀਂ ਹੋ ਸਕਦੇ, ਅਤੇ ਉਹਨਾਂ ਨੂੰ ਸੁਣਨਾ ਅਤੇ ਉਹਨਾਂ ਦੇ ਮਟੀਰੀਅਲ ਨੂੰ ਕੰਜ਼ਿਊਮ ਕਰਨਾ, ਆਈ ਥਿੰਕ ਉਹ ਰਿਲੇਸ਼ਨਸ਼ਿਪ ਦੇ ਵਿੱਚ ਕਿਤੇ ਨਾ ਕਿਤੇ ਉਹ ਦਰਾਰ ਪਾ ਹੀ ਦਿੰਦਾ, ਠੀਕ ਹੈ। ਅਤੇ ਆਈ ਫੀਲ ਲਾਈਕ ਕਿ ਅਗਰ ਤੁਹਾਡਾ ਰਿਲੇਸ਼ਨਸ਼ਿਪ ਵਧੀਆ ਹੈ, ਅਤੇ ਮੇਰਾ ਰੂਲ ਆਫ ਥੰਬ ਇਹੀ ਹੈ ਕਿ ਅਗਰ 2 ਸਾਲ ਤੁਸੀਂ ਕਿਸੇ ਦੇ ਨਾਲ ਹੋ, ਤੁਹਾਡਾ ਰਿਲੇਸ਼ਨਸ਼ਿਪ ਵਧੀਆ, ਆਈ ਥਿੰਕ ਦੈਟ ਇਜ਼ ਲੌਂਗ ਇਨਫ ਟਾਈਮ ਇੱਕ ਡਿਸਾਈਡ ਕਰਨ ਦਾ ਕਿ ਤੁਹਾਡਾ ਵਿਆਹ ਹੋ ਸਕਦਾ ਕਿ ਨਹੀਂ ਹੋ ਸਕਦਾ, ਕਿਉਂਕਿ ਬੜੇ ਲੰਬੇ ਰਿਲੇਸ਼ਨਸ਼ਿਪ ਮੈਂ ਡਿੱਗਦੇ ਦੇਖੇ ਨੇ। ਅਗਰ 2 ਸਾਲ ਦੇ ਵਿੱਚ ਤੁਸੀਂ ਡਿਸਾਈਡ ਨਹੀਂ ਕੀਤਾ ਨਾ ਕਿ ਤੁਹਾਡਾ ਵਿਆਹ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਉਹ ਬੰਦੇ ਦੇ ਨਾਲ ਜਿਹਦੇ ਨਾਲ ਤੁਸੀਂ ਹੋ, ਦੈਨ ਯੂ ਆਰ ਜਸਟ ਲੁਕਿੰਗ ਫॉर ਐਨ ਐਕਸਕਿਊਜ਼ ਕਿ ਕਦੋਂ ਟੁੱਟੇਗਾ, ਠੀਕ ਹੈ। ਅਗਰ 2 ਸਾਲ ਦੇ ਵਿੱਚ ਤੁਸੀਂ ਡਿਸਾਈਡ ਨਹੀਂ ਕਰ ਪਾਏ, ਦੈਨ ਜਸਟ ਸਟਾਪ ਦਾ ਰਿਲੇਸ਼ਨਸ਼ਿਪ, ਉੱਥੇ ਹੀ ਖਤਮ ਕਰ ਦਿਓ, ਠੀਕ ਹੈ। ਅਤੇ ਡੇਟਿੰਗ ਕਲਚਰ ਦਾ ਮੈਂ ਇੰਨੀ ਪ੍ਰਮੋਸ਼ਨ ਮੈਨੂੰ ਚੰਗਾ ਨਹੀਂ ਮੰਨਦਾ। ਅਤੇ ਇੱਕ ਨਾ ਬੜੇ ਮੇਰੀ ਫਰੈਂਡ ਨੇ ਕਿਹਾ ਸੀ, ਯੂ ਹੈਵ ਟੂ ਕਿਸ ਅ ਲੋਟ ਆਫ ਫਰੌਗਸ ਟੂ ਫਾਈਂਡ ਯੋਰ ਪ੍ਰਿੰਸ। I don't believe in that ਕਿ you have to kiss a lot of frogs। ਅਤੇ ਹਾਂ, ਲੋਕੀ ਜ਼ਰੂਰ ਸਟਰਗਲ ਕਰਦੇ ਪਏ ਨੇ ਇਹ ਨਵੇਂ ਮਾਡਰਨ ਟਾਈਮ ਦੇ ਵਿੱਚ, ਜਿੰਨੀਆਂ ਜ਼ਿਆਦਾ ਐਕਸਪੈਕਟੇਸ਼ਨਸ ਹੋ ਗਈਆਂ ਸੋਸ਼ਲ ਮੀਡੀਆ ਦੇ ਥਰੂ, ਫਿਰ ਉਹ ਐਕਸਪੈਕਟੇਸ਼ਨਸ ਤੋਂ ਰਿਜ਼ੈਂਟਮੈਂਟ ਨਿਕਲਦੀ ਹੈ। ਫਿਰ ਉਹ ਰਿਜ਼ੈਂਟਮੈਂਟ ਤੋਂ ਤੁਹਾਨੂੰ ਲੱਗਦਾ ਕਿ ਤੁਸੀਂ ਵਿਕਟਮ ਹੋ, ਠੀਕ ਹੈ। ਵਿਕਟਮ ਤੋਂ ਬਾਅਦ ਫਿਰ ਵਿਡਰੋਲ ਆਉਂਦਾ, ਠੀਕ ਹੈ। ਇੱਦਾਂ ਦੇ ਬੜੇ ਸਟੈਪ ਨੇ ਜੋ ਹੋਣੇ ਸ਼ੁਰੂ ਹੋ ਜਾਂਦੇ ਨੇ। ਅਤੇ ਮੈਂ ਫੀਲ ਕਰਦਾ ਕਿ ਸਕਸੈਸਫੁਲ ਰਿਲੇਸ਼ਨਸ਼ਿਪ ਵਾਸਤੇ, ਮੈਂ ਤਾਂ ਐਕਸਪਰਟ ਨਹੀਂ ਹਾਂ ਕਿਉਂਕਿ ਮੇਰੇ ਵੀ ਰਿਲੇਸ਼ਨਸ਼ਿਪ ਇੱਦਾਂ ਹੀ ਫੇਲ ਹੋਏ ਨੇ, ਠੀਕ ਹੈ। ਆਮ ਨੋਟ ਦ ਐਕਸਪਰਟ, ਬਟ ਇੱਕ ਚੀਜ਼ ਮੈਂ ਜ਼ਰੂਰ ਮੰਨਦਾ ਵਾਂ ਕਿ ਅਗਰ ਤੁਸੀਂ ਸਕਸੈਸਫੁਲ ਰਿਲੇਸ਼ਨਸ਼ਿਪ ਚਾਹੁੰਦੇ, ਇੱਕ ਕਾਮਨ ਹੌਬੀ ਤੁਹਾਡੀ ਜ਼ਰੂਰ ਹੋਣੀ ਚਾਹੀਦੀ ਹੈ। ਕੁਛ ਵੀ ਹੋ ਸਕਦਾ, ਤੁਸੀਂ ਪੋਡਕਾਸਟ ਇਕੱਠੇ ਕਰੋ ਜਾਂ ਤੁਸੀਂ ਹਾਈਕ 'ਤੇ ਇਕੱਠੇ ਜਾਓ, ਰਨਿੰਗ 'ਤੇ ਇਕੱਠੇ ਜਾਓ, ਠੀਕ ਹੈ। ਬਟ ਅਗੇਨ ਇਹ ਮੇਰਾ ਰੀਜ਼ਨ ਸੀ ਕਿ ਮੈਂ ਕਿਉਂ ਮੰਨਦਾ ਵਾਂ, ਜਾਂ ਇਹ ਕਿਤੇ ਨਾ ਕਿਤੇ ਰਿਐਲਿਟੀ ਹੈ ਵੀ ਕਿ ਲੋਕੀ ਕਿਉਂ ਪਰਹੇਜ਼ ਕਰਦੇ ਪਏ ਨੇ ਮੈਰਿਜਸ। ਸੋਸ਼ਲ ਮੀਡੀਆ ਹੋ ਗਿਆ ਜਾਂ ਕਰੀਅਰ ਓਰੀਐਂਟਡ ਹੋ ਗਏ। ਅਤੇ ਬਾਕੀ ਜੋ ਬੈਸਟ ਏਜ ਮੈਰਿਜ ਦੀ ਆਈ ਥਿੰਕ ਉਹ ਹੈ 25 ਤੋਂ 35 ਦੇ ਵਿੱਚ। 25 ਤੋਂ ਪਹਿਲਾਂ ਤਾਂ ਮੈਂ ਬਿਲਕੁਲ ਅਗਰੀ ਨਹੀਂ ਕਰਦਾ। ਅਤੇ ਅਗਰ 35 ਤੱਕ ਅਗਰ ਤੁਸੀਂ ਡੇਟ ਹੀ ਕਰੀ ਜਾਣਾ ਅਤੇ ਤੁਹਾਡੇ ਚਾਂਸਿਸ 35 ਤੋਂ ਬਾਅਦ ਇਟਸ ਰੀਲੀ ਹਾਰਡ। ਅਤੇ ਇਹ ਸੀ ਅੱਜ ਦਾ ਐਪੀਸੋਡ। ਅਗਰ ਤੁਹਾਡਾ ਕੋਈ ਰਿਲੇਸ਼ਨਸ਼ਿਪ ਹੈ, ਤੁਸੀਂ 31-32 ਦੇ ਵਿੱਚ ਹੋ, ਤਾਂ ਨਾਓ ਇਜ਼ ਦਾ ਟਾਈਮ, ਜਸਟ ਲੌਕ ਦੈਟ ਪਰਸਨ ਇਨ, ਠੀਕ ਹੈ। ਅਤੇ ਇਹ ਸੀ ਅੱਜ ਦਾ ਐਪੀਸੋਡ। ਅਤੇ ਥੈਂਕ ਯੂ ਮੈਸੇਜ ਕਰਨ ਵਾਸਤੇ। ਅਤੇ ਹੁਣ ਮਿਲਦੇ ਹਾਂ ਆਪਾਂ ਅਗਲੇ ਐਪੀਸੋਡ ਦੇ ਵਿੱਚ। ਮੈਂ ਤੁਹਾਡਾ ਆਪਣਾ ਕਾਕਾ ਬੱਲੀ, ਨਾਮ ਰਗਨਦੀਪ ਸਿੰਘ। ਸਤਿ ਸ਼੍ਰੀ ਅਕਾਲ।